संध्या, साधना, युक्ता, प्लीज स्विच ऑन योर वीडियो बेटा। युक्ता, संध्या, साधना, प्रीति। वेट बेटा। Okay, so today we are going to start next session of the previous chapter. The name is array. So I'm going to share a screen. ठीक है, स्क्रीन शेयर कर रहे हैं हाँ। अगर किसी को कोई प्रॉब्लम आ रही है प्लीज़ लेट मी नो। हाँ जी बेटा, स्क्रीन सब विजिबल है? Yes, sir. ओके, सो आप प्रीवियस चैप्टर सॉरी सैकेंड चैप्टर है दैट इज़ ਐਰੇ, ਉਹਨੂੰ ਹੀ ਕੰਟੀਨਿਊ ਕਰ ਰਹੇ ਹਾਂ। ਔਰ ਪ੍ਰੀਵੀਅਸ ਸੈਸ਼ਨ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਦੈਟ ਇਜ਼ ਅ 2 ਡਾਈਮੈਂਸ਼ਨਸ ਐਰੇ, ਔਰ ਉਸ ਵਿੱਚ ਆਪਾਂ ਡਿਸਕਸ ਕਰ ਚੁੱਕੇ ਸੀ ਕਿ ਹਾਊ ਟੂ ਰਿਪਰੈਜ਼ੈਂਟ ਅ 2 ਡਾਈਮੈਂਸ਼ਨਸ ਐਰੇ ਇਨ ਮੈਮਰੀ ਵਿਦ ਦ ਹੈਲਪ ਆਫ ਅ ਫਾਰਮੂਲਾ, ਜਿਹਦੇ ਵਿੱਚ ਆਪਾਂ ਕਾਲਮ ਮੇਜਰ ਆਰਡਰ ਐਜ਼ ਵੈਲ ਐਜ਼ ਅ ਰੋ ਮੇਜਰ ਆਰਡਰ ਡਿਸਕਸ ਕੀਤਾ ਸੀਗਾ ਕਿ with the help of that representation how you can access the address of particular element in a 2 dimensions array. That is a very important concept. Today we are going to discuss in addition, ठीक है, थ्योरेटिकली पोर्शन ਦੇ ਨਾਲ ਅੱਜ ਆਪਾਂ ਪ੍ਰੈਕਟੀਕਲੀ ਵੀ ਦੇਖਾਂਗੇ C ਦੇ ਵਿੱਚ 2 dimensions array ਨੂੰ ਆਪਾਂ ਕਿਦਾਂ ਯੂਜ਼ ਕਰਦੇ ਹਾਂ। that means how to declare a array, how to initialize the 2 dimensions array, then how to access the value from the array. That is very important because in the next coming lectures we are going to start practicals. तो प्रैक्टिकल स्टार्ट करने तो पहला सानू एरे के कंसैप्ट 1 डिमेंशनस एज वेल एज 2 डिमेंशनस इन सी लैंग्वेज क्लीयर होने चाहिए। सो लैट्स स्टार्ट। सो ये आप कल डिस्कस कर चुके थे, ठीक है। ये किसी ने कोई डाउट है तो बेटा पहला पूछ लो। फार्मूले बेटा किसी ने कोई डाउट है तो भाई प्लीज़ पूछ लो। No, sir. Okay. So today we are going to start a 2 dimensions array in C. That means C language ਵਿੱਚ 2 dimensions array ਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰਦੇ ਹਾਂ ਅੱਜ ਆਪਾਂ ਬੇਟਾ ਉਹ ਡਿਸਕਸ ਕਰਨ ਜਾ ਰਹੇ ਹਾਂ। ਸੋ ਜਦੋਂ ਵੀ ਆਪਾਂ 2 dimensions array ਨੂੰ C ਦੇ ਵਿੱਚ ਯੂਜ਼ ਕਰਨਾ ਹੈ ਉਹਦੇ ਵਿੱਚ 3 ਫੇਸਿਸ ਦੇ ਵਿੱਚ ਹੋ ਕੇ ਆਪਾਂ ਗੁਜ਼ਰਦੇ ਹਾਂ। ਫਸਟ ਆਫ ਆਲ ਡਿਕਲੇਰੇਸ਼ਨ ਆਫ array same as that of 1 dimensions array, then initialization of array and then assessing a value stored in array. So please tell me ਦੱਸੋ ਕਿ ਇਹਨਾਂ ਤਿੰਨਾਂ ਸਟੈਪ ਦਾ ਮਤਲਬ ਕੀ ਹੈ। ਪਹਿਲਾਂ ਤੁਹਾਨੂੰ ਇਹਨਾਂ ਤਿੰਨਾਂ ਸਟੈਪ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ, ਦੈਨ ਇਹਨੂੰ ਆਪਾਂ ਅੱਗੇ ਪ੍ਰੋਸੀਡ ਕਰਾਂਗੇ। ਯੈਸ ਐਨੀਵਨ? ਸਰ ਸਭ ਤੋਂ ਪਹਿਲਾਂ ਆਪਾਂ ਐਰੇ ਨੂੰ ਡਿਕਲੇਅਰ ਕਰਨਾ ਹੈ ਕਿ ਉਹ ਇੰਟੀਜ਼ਰ ਹੈ ਜਾਂ ਫਿਰ ਕੈਰੈਕਟਰ ਹੈ, ਇਸ ਤਰ੍ਹਾਂ। ਦੈਨ ਸੈਕੰਡ ਸਟੈਪ ਦੇ ਵਿੱਚ ਇਨੀਸ਼ੀਅਲਾਈਜ਼ ਕਰਨਾ, ਉਹਦੀ ਵੈਲਿਊ ਆਪਾਂ ਵੈਲਿਊ ਫਿਕਸ ਕਰਾਂਗੇ। ਓਕੇ, ਵੈਰੀ ਗੁੱਡ। ਹਾਂਜੀ, ਥਰਡ ਵਨ? ਸਰ ਥਰਡ ਵਾਲਾ ਨਹੀਂ ਸਮਝ ਲੱਗਾ। ਓਕੇ, ਥਰਡ ਵਨ ਦਾ ਮਤਲਬ ਹੈ ਕਿ ਜਿਹੜੀ ਐਰੇ ਦੇ ਵਿੱਚ ਵੈਲਿਊ ਸਟੋਰ ਹੈਗੀ ਆ ਉਹਨੂੰ ਆਪਾਂ ਅਸੈਸ ਕਰਨਾ ਹੈ, ਠੀਕ ਹੈ। ਵੀ ਆਪਾਂ ਚੈੱਕ ਕਰਨਾ ਹੈ ਕਿ ਐਰੇ ਦੀ ਫਰਸਟ ਪੋਜੀਸ਼ਨ ਤੇ ਕਿਹੜੀ ਵੈਲਿਊ ਪਈ ਹੋਈ ਹੈ, ਦੂਸਰੇ ਤੇ ਕਿਹੜੀ ਵੈਲਿਊ ਸਟੋਰ ਹੈ। ਜਦੋਂ ਆਪਾਂ ਵੈਲਿਊ ਨੂੰ ਅਸੈਸ ਕਰਦੇ ਹਾਂ, ਠੀਕ ਹੈ, ਫॉर ਪਾਰਟੀਕੂਲਰ ਪਰਪਸ ਦੈਟ ਇਜ਼ ਨੋਨ ਐਜ਼ ਅਸੈਸਿੰਗ ਅ ਵੈਲਿਊ ਸਟੋਰਡ ਇਨ ਅ ਐਰੇ। ਦੈਟ ਮੀਨਸ ਜਿਹੜੀ ਵੈਲਿਊ ਐਰੇ ਵਿੱਚ ਆਪਾਂ ਪਹਿਲਾਂ ਸਟੋਰ ਕੀਤੀ ਆ, ਜਿਹਨੂੰ ਕਿ ਆਪਾਂ ਇਨੀਸ਼ੀਅਲਾਈਜੇਸ਼ਨ ਕਹਿ ਰਹੇ ਹਾਂ, ਉਹਨਾਂ ਨੂੰ ਆਪਾਂ ਕਿੱਦਾਂ ਅਸੈਸ ਕਰਨਾ ਹੈ। ਕਲੀਅਰ ਬੇਟਾ? ਓਕੇ, ਸੋ ਪਹਿਲਾ ਦਾ ਮਤਲਬ ਹੈ ਡਿਕਲੇਰੇਸ਼ਨ ਆਫ ਐਰੇ। ਇਹਦੇ ਵਿੱਚ ਆਪਾਂ ਦੱਸਾਂਗੇ ਕਿ ਐਰੇ ਮੈਂ ਕਿਸ ਟਾਈਪ ਦਾ ਲੈਣਾ ਹੈ। ਡੈਟ ਮੀਨਸ ਐਰੇ ਦੇ ਵਿੱਚ ਮੈਂ ਕਿਸ ਟਾਈਪ ਦਾ ਡਾਟਾ ਸਟੋਰ ਕਰਨਾ ਹੈ, ਲਾਈਕ ਇੰਟੀਜਰ ਕਰਨਾ ਹੈ, ਕਰੈਕਟਰ ਕਰਨਾ ਹੈ ਜਾਂ ਫਲੋਟ ਕਰਨਾ ਹੈ ਐਂਡ ਸੋ ਔਨ। ਦੈਨ ਐਰੇ ਨੇਮ ਦੇਵਾਂਗੇ ਕਿ ਮੈਂ ਜਿਹੜਾ ਐਰੇ ਯੂਜ਼ ਕਰਨਾ ਹੈ ਉਹਦਾ ਇਹ ਨੇਮ ਹੋਏਗਾ। ਦੈਨ ਉਹਦਾ ਆਪਾਂ ਸਾਈਜ਼ ਦੇਵਾਂਗੇ, ਠੀਕ ਹੈ। ਸਾਈਜ਼ ਅਗਰ 1 ਡਾਈਮੈਂਸ਼ਨਸ ਐਰੇ ਹੈ ਤੇ ਦੈਨ ਦੱਸਾਂਗੇ ਕਿੰਨੇ ਨੰਬਰ ਆਫ ਐਲੀਮੈਂਟਸ ਆਪਾਂ ਨੂੰ ਚਾਹੀਦੇ ਹੈ। ਅਗਰ 2 ਡਾਈਮੈਂਸ਼ਨ ਦੀ ਗੱਲ ਕਰਾਂਗੇ ਉਹਦੇ ਵਿੱਚ ਆਪਾਂ ਰੋਜ਼ ਦੱਸਾਂ ਕਿੰਨੀਆਂ ਰੋਜ਼ ਹੋਣਗੀਆਂ ਔਰ ਕਿੰਨੇ ਆਪਣੇ ਕੋਲ ਕਾਲਮਸ ਹੋਣਗੇ। ਡੈਟ ਇਜ਼ ਨੋਨ ਐਜ਼ ਅ ਡਿਕਲੇਰੇਸ਼ਨ ਪਾਰਟ। ਜਦੋਂ ਵੀ ਆਪਾਂ ਐਰੇ ਨੂੰ ਡਿਕਲੇਅਰ ਕਰਦੇ ਹਾਂ ਉਸ ਟਾਈਮ ਦੇ ਉੱਪਰ ਆਪਾਂ ਨੂੰ ਮੈਮਰੀ ਕੀ ਹੋ ਜਾਂਦੀ ਹੈ, ਐਲੋਕੇਟ ਹੋ ਜਾਂਦੀ ਹੈ, ਠੀਕ ਹੈ। ਡਾਟਾ ਸਟੋਰ ਨਹੀਂ ਕਰ ਰਹੇ, ਜਸਟ ਆਪਾਂ ਨੂੰ ਮੈਮਰੀ ਐਲੋਕੇਟ ਹੋ ਜਾਏਗੀ ਕਿ ਦਿਸ ਇਜ਼ ਮੈਮਰੀ ਫॉर द ਪਾਰਟੀਕੂਲਰ ਐਰੇ ਜੋ ਵੀ ਆਪਾਂ ਨਾਮ ਦਿੱਤਾ ਹੋਏਗਾ। ਔਰ ਕਿੰਨਾ ਸਾਈਜ਼ ਹੋਏਗਾ ਉਹ ਡਿਪੈਂਡ ਕਰੇਗਾ ਸੌਰੀ डिपेंड करेगा कि किस टाइप का डाटा आप स्टोर करना है, इंटीजर स्टोर करना है, करैक्टर करना है या फ्लोट करना है, वो अकॉर्डिंग मैमरी में साइज़ मिल जाएगा।
ਦੈਨ ਇਨੀਸ਼ੀਅਲਾਈਜੇਸ਼ਨ ਦਾ ਬੇਟਾ ਮਤਲਬ ਹੁੰਦਾ ਹੈ ਕਿ ਜਿਹੜਾ ਐਰੇ ਆਪਾਂ ਡਿਕਲੇਅਰ ਕੀਤਾ ਹੈ ਉਹਦੇ ਵਿੱਚ ਆਪਾਂ ਵੈਲਿਊਜ਼ ਸਟੋਰ ਕਰਨੀਆਂ ਜਾਂ ਇਨੀਸ਼ੀਅਲਾਈਜ਼ ਕੋਈ ਸਟਾਰਟਿੰਗ ਵੈਲਿਊ ਦੇਣੀ ਹੈ, ਕਿਉਂਕਿ ਐਰੇ ਨੂੰ ਜਾਂ ਕਿਸੇ ਵੀ ਵੇਰੀਏਬਲ ਨੂੰ ਉਦੋਂ ਹੀ ਆਪਾਂ ਯੂਜ਼ ਕਰ ਸਕਦੇ ਹਾਂ ਜਦੋਂ ਪਹਿਲੀ ਗੱਲ ਤੋਂ ਡਿਕਲੇਅਰ ਹੋਇਆ ਹੋਏਗਾ, ਦੈਨ ਅਗਰ ਉਹਦੀ ਕੋਈ ਨਾ ਕੋਈ ਵੈਲਿਊ ਹੋਏਗੀ। ਠੀਕ ਹੈ, ਅਗਰ ਕੋਈ ਨਾ ਕੋਈ ਵੈਲਿਊ ਹੋਏਗੀ ਦੈਟ ਇਜ਼ ਨੋਨ ਐਜ਼ ਇਨੀਸ਼ੀਅਲਾਈਜੇਸ਼ਨ, ਤੇ ਦੈਨ ਉਸ ਵੈਲਿਊ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਅਗਰ ਵੇਰੀਏਬਲ 'ਚ ਵੈਲਿਊ ਕੋਈ ਸਟੋਰ ਕੀਤੀ ਹੋਏਗੀ। ਸਿਮਿਲਰਲੀ ਥਰਡ ਸਟੈਪ ਕੀ ਹੋਏਗਾ ਆਪਣੇ ਕੋਲ, ਅਸੈਸਿੰਗ ਅ ਵੈਲਿਊ ਸਟੋਰਡ ਇਨ ਅ ਐਰੇ। ਅਗਰ ਐਰੇ ਦੇ ਵਿੱਚ ਕੋਈ ਵੈਲਿਊ ਸਟੋਰ ਹੈ ਤੇ ਦੈਨ ਉਹਨੂੰ ਕਿਸ ਤਰੀਕੇ ਨਾਲ ਅਸੈਸ ਕਰਨਾ ਹੈ। ਠੀਕ ਹੈ, ਚਾਹੇ 1 ਡਾਇਮੈਂਸ਼ਨ ਐਰੇ ਹੈ ਚਾਹੇ ਉਹ 2 ਡਾਇਮੈਂਸ਼ਨਸ ਐਰੇ ਹੈ, ਜ਼ਿਆਦਾ ਫਰਕ ਨਹੀਂ ਹੈ, ਥੋੜ੍ਹੀਆਂ ਵੇਰੀਏਸ਼ਨਸ ਹੈ, ਡਾਇਮੈਂਸ਼ਨ ਦੀਆਂ ਵੇਰੀਏਸ਼ਨਸ ਹੈ ਔਰ ਥੋੜਾ ਲੂਪਿੰਗ ਸਟੇਟਮੈਂਟ ਹੋਏਗੀ ਜਦੋਂ ਆਪਾਂ ਇਨੀਸ਼ੀਅਲਾਈਜੇਸ਼ਨ ਐਜ਼ ਵੈਲ ਐਜ਼ ਅਸੈਸਿੰਗ ਅ ਵੈਲਿਊ ਕਰਾਂਗੇ ਫਰੋਮ ਦਾ ਐਰੇ। ਸੋ ਉਹ ਕੀ ਹੋਣਗੇ ਸਟੈਪ ਬਾय ਸਟੈਪ ਆਪਾਂ ਕੰਪੇਅਰ ਵੀ ਕਰਾਂਗੇ 1 ਡਾਇਮੈਂਸ਼ਨਸ ਕਿੱਦਾਂ ਡਿਕਲੇਅਰ ਕਰਦੇ ਹਾਂ ਐਜ਼ ਵੈਲ ਐਜ਼ 2 ਡਾਇਮੈਂਸ਼ਨਸ। ਸੋ ਪਹਿਲਾਂ ਆਪਾਂ ਡਿਸਕਸ ਕਰਾਂਗੇ ਡਿਕਲੇਰੇਸ਼ਨ ਆਫ ਐਰੇ। ਸੋ ਇੱਥੇ ਟੌਪਿਕ ਲਿਖਿਆ ਹੋਇਆ ਡੈਟ ਮੀਨਸ ਆਪਾਂ 2 ਡਾਇਮੈਂਸ਼ਨਸ ਐਰੇ ਦੀ ਗੱਲ ਕਰਾਂਗੇ। ਸੋ ਲੈਟਸ ਸਟਾਰਟ। ਕੀ ਕਹਿ ਰਿਹਾ ਹੈ ਪਹਿਲਾ ਡਿਕਲੇਰੇਸ਼ਨ ਐਰੇ, ਇਹਦਾ ਮਤਲਬ ਕੀ ਹੋਏਗਾ, ਵੈਨ ਐਨ ਐਰੇ ਆਫ ਸਾਈਜ਼ ਐਂਡ ਟਾਈਪ ਇਜ਼ ਡਿਕਲੇਅਰਡ। ਠੀਕ ਹੈ, ਕਹਿੰਦਾ ਕਿ ਜਦੋਂ ਐਰੇ ਦਾ ਸਾਈਜ਼ ਔਰ ਟਾਈਪ ਡਿਕਲੇਅਰ ਹੁੰਦੀ ਹੈ then compiler allocate enough memory to hold the all the element of the data। ਠੀਕ ਹੈ, ਜਦੋਂ ਵੀ ਆਪਾਂ ਐਰੇ ਨੂੰ ਡਿਕਲੇਅਰ ਕਰਦੇ ਹਾਂ, ਠੀਕ ਹੈ, ਡਿਕਲੇਰੇਸ਼ਨ ਦੇ ਵਿੱਚ ਜਦੋਂ ਸਾਈਜ਼ ਦਿੰਦੇ ਹਾਂ ਔਰ ਟਾਈਪ ਦਿੰਦੇ ਹਾਂ ਉਸ ਟਾਈਮ ਦੇ ਉੱਪਰ ਆਪਣਾ ਜਿਹੜਾ ਕੰਪਾਈਲਰ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈ ਮੈਮਰੀ ਐਲੋਕੇਟ ਕਰ ਦਿੰਦਾ ਹੈ। ਠੀਕ ਹੈ, ਸੋ ਸਿੰਟੈਕਸ ਕੀ ਹੋਏਗਾ ਜਦੋਂ ਵੀ ਆਪਾਂ 2 ਡਾਇਮੈਂਸ਼ਨਸ, ਮੈਂ ਇੱਥੇ 2 ਡਾਇਮੈਂਸ਼ਨ ਦੀ ਗੱਲ ਕਰੂੰਗਾ, ਆਲਵੇਜ਼ ਕੀਪ ਇਨ ਮਾਈਂਡ। ਸਿੰਟੈਕਸ ਸੇਮ ਹੋਏਗਾ ਜੋ ਆਪਾਂ 1 ਡਾਇਮੈਂਸ਼ਨਸ ਐਰੇ ਵਿੱਚ ਕਰਦੇ ਸੀ, ਲਿਟਲ ਵੇਰੀਏਸ਼ਨ ਹੋਏਗੀ। ਦੈਨ ਟਾਈਪ ਦਾ ਮਤਲਬ ਕੀ ਹੋਏਗਾ ਬੇਟਾ, ਡਾਟਾ ਟਾਈਪ, ਤੁਹਾਡੀ ਕੋਈ ਵੀ ਇੰਟੀਜਰ ਹੈ, ਕਰੈਕਟਰ ਹੈ ਜਾਂ ਫਲੋਟ ਹੈ, ਦੈਨ ਟਾਈਪ, ਦੈਨ ਐਰੇ ਨੇਮ। ਉਸ ਤੋਂ ਬਾਅਦ ਆਪਣੇ ਕੋਲ ਕੀ ਹੋਏਗਾ, ਰੋਜ਼ ਐਜ਼ ਵੈਲ ਐਜ਼ ਅ ਕਾਲਮ। ਇਹ ਆਪਣੇ ਕੋਲ ਹਮੇਸ਼ਾ ਇੰਟੀਜਰ ਵੈਲਿਊ ਹੋਏਗੀ ਬੇਟਾ, ਯਾਦ ਰੱਖਣਾ ਹੈ। ਇੰਟੀਜਰ ਕਾਂਸਟੈਂਟ ਵੈਲਿਊ ਹੋਏਗੀ ਡੈਟ ਇਜ਼ 2 3 4 ਐਂਡ ਸੋ ਔਨ। ਸੋ ਦਿਸ ਇਜ਼ ਦ ਸਿੰਟੈਕਸ ਆਫ ਆਰ 1 ਡਾਇਮੈਂਸ਼ਨਸ ਐਰੇ। ਅਗਰ ਇਹਨੂੰ ਆਪਾਂ ਕੰਪੇਅਰ ਕਰੀਏ, ਸੌਰੀ 2 ਡਾਇਮੈਂਸ਼ਨ ਐਰੇ, ਅਗਰ ਆਪਾਂ 1 ਡਾਇਮੈਂਸ਼ਨ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ 1 ਡਾਇਮੈਂਸ਼ਨ ਦੇ ਐਰੇ ਵਿੱਚ ਵੀ ਆਪਾਂ ਸੇਮ ਯੂਜ਼ ਕਰਦੇ ਸੀਗੇ, ਡੈਟ ਇਜ਼ ਅ ਟਾਈਪ ਐਰੇ ਨੇਮ, ਬਟ ਇਨ ਦਿਸ ਕੇਸ ਕੀ ਸੀ ਆਪਣੇ ਕੋਲ ਸਾਈਜ਼ ਆ ਜਾਂਦਾ ਸੀ ਬੇਟਾ। ਕਲੀਅਰ ਬੇਟਾ, ਯੈਸ ਔਰ ਨੋ? ਇਨ ਕੇਸ ਆਫ ਆ 1 ਡਾਇਮੈਂਸ਼ਨਸ ਐਰੇ ਆਪਣੇ ਕੋਲ Yes, ਕੀ ਹੁੰਦਾ sir. ਸੀ, ਸਾਈਜ਼ ਹੁੰਦਾ ਸੀਗਾ। ਬਟ 2 ਡਾਇਮੈਂਸ਼ਨਸ ਐਰੇ ਵਿੱਚ ਕੀ ਹੋ ਜਾਏਗਾ, ਇੱਕ ਸਾਈਜ਼ ਨਾਲ ਹੋਰ ਐਡ ਹੋ ਜਾਏਗਾ। ਇਨ ਕੇਸ ਆਫ ਆ 2 ਡਾਇਮੈਂਸ਼ਨਸ ਐਰੇ, Roman. ਹਾਂ ਸ਼ਾਬਾਸ਼, ਦੈਨ ਕੀ ਆ ਜਾਏਗਾ ਆਪਣੇ ਕੋਲ, ਉਹਨੂੰ ਨਾਮ ਦਿੱਤਾ ਰੋਜ਼ ਔਰ ਯੂ ਕੈਨ ਸੇ ਐਜ਼ ਵੈਲ ਐਜ਼ ਅ ਕਾਲਮ। ਕਲੀਅਰ ਬੇਟਾ, ਯੈਸ ਔਰ ਨੋ? Yes, sir. ਠੀਕ ਹੈ, ਬਾਕੀ ਸਾਰਾ Yes, ਸੇਮ sir. ਰਹੇਗਾ, ਜਸਟ ਡਾਇਮੈਂਸ਼ਨ ਆਪਾਂ ਇੱਕ ਐਡ ਕਰਤੀ, ਡਾਇਮੈਂਸ਼ਨ ਨੰਬਰ ਰੋਜ਼ ਐਂਡ ਕਾਲਮ ਦੇ ਦਿੱਤਾ। ਸੋ ਐਗਜ਼ਾਮਪਲ ਕੀ ਬਣੇਗੀ, ਲਾਈਕ ਦਿਸ, ਇੰਟੀਜਰ, ਦਿਸ ਇਜ਼ ਅ ਡਾਟਾ ਟਾਈਪ। ਠੀਕ ਹੈ, ਦੈਨ LA ਇਜ਼ ਦਾ ਨੇਮ ਆਫ ਦਾ ਐਰੇ, ਤੁਸੀਂ ਕੋਈ ਵੀ ਨਾਮ ਅਕੋਰਡਿੰਗ ਟੂ ਅ ਪ੍ਰੋਬਲਮ ਰੱਖ ਸਕਦੇ ਹੋ। ਦੈਨ ਰੋ, ਨੰਬਰ ਆਫ ਰੋਜ਼ ਕਿੰਨੀਆਂ ਚਾਹੀਦੀਆਂ ਆਪਾਂ ਨੂੰ, ਦੈਨ ਨੰਬਰ ਆਫ ਕਾਲਮਸ। ਕਲੀਅਰ ਬੇਟਾ, ਯੈਸ ਔਰ ਨੋ? Yes, sir. ਠੀਕ ਹੈ, ਜਦੋਂ ਤੁਸੀਂ ਇਹ ਲਿਖੋਗੇ ਤਾਂ ਦੈਨ ਆਪਣੇ ਕੋਲ ਹੁਣ ਕਿੰਨਾ ਮੈਮਰੀ ਐਲੋਕੇਟ ਹੋਏਗੀ, ਉਹ ਸਾਰੀ ਚੀਜ਼ ਆਪਾਂ ਨੂੰ ਇਸ ਤੋਂ ਕਲੀਅਰ ਹੋਏਗੀ। ਸੋ ਕੀ ਕਹਿ ਰਿਹਾ ਹੈ, ਮੈਮਰੀ ਐਲੋਕੇਟ ਟੂ ਅ ਐਰੇ, the name is LA is number of elements in the array। so how many elements should be in the array in 2 dimensions array? ਕਿੰਨੇ ਹੋਣੇ ਚਾਹੀਦੇ according to example? ਹਾਂਜੀ ਬੇਟਾ, ਕਿੰਨੇ ਨੰਬਰ ਆਫ ਐਲੀਮੈਂਟਸ ਹੋਣੇ ਚਾਹੀਦੇ ਆ? ਆਪਾਂ ਬੇਟਾ ਕੱਲ ਡਿਸਕਸ ਕੀਤਾ ਸੀਗਾ, ਅਗਰ 2 ਡਾਇਮੈਂਸ਼ਨਸ ਐਰੇ 'ਚ ਆਪਾਂ ਨੰਬਰ ਆਫ ਐਲੀਮੈਂਟਸ ਫਾਈਂਡ ਆਊਟ ਕਰਨੇ ਹੈ ਤੇ ਦੈਨ ਕਿੱਦਾਂ ਕਰਦੇ ਆ? ਹਾਂਜੀ ਬੇਟਾ, ਨੋ ਬੇਟਾ, ਰੋਜ਼ ਐਂਡ ਕਾਲਮਸ ਦੀ ਵੈਲਿਊ ਨੂੰ ਮਲਟੀਪਲਾਈ ਨਹੀਂ ਕਰਾਂਗੇ। Yes, sir. ਕੱਲ ਆਪਾਂ ਲਿਖਿਆ ਸੀ m.n। Yes. ਠੀਕ ਹੈ, Yes. m ਦਾ ਮਤਲਬ ਰੋ ਹੁੰਦਾ, ਰੋ ਕਿੰਨੀ ਆ ਆਪਣੇ ਕੋਲ 2 ਔਰ ਕਾਲਮ ਕਿੰਨੇ ਆਪਣੇ ਕੋਲ 2, 2 into 2 ਕਿੰਨਾ ਆ ਗਿਆ ਮੇਰੇ ਕੋਲ 4. 4 ਹੋ ਜਾਏਗਾ। ਸੋ 4 ਐਲੀਮੈਂਟਸ ਹੋਣਗੇ। ਦੈਨ ਟਾਈਪ ਆਫ ਡਾਟਾ ਕਿਹੜਾ ਆਪਣੇ ਕੋਲ, Integer. ਇੰਟੀਜਰ ਬਾਈ ਡਿਫਾਲਟ ਕਿੰਨੇ ਬਾਈਟ ਲੈਂਦਾ ਹੈ C ਦੇ ਵਿੱਚ, ਦੈਟ ਇਜ਼ ਅ 2 ਬਾਈਟ। ਕਲੀਅਰ, ਯੈਸ ਔਰ ਨੋ? Right. ਸੋ ਇਨ ਦਿਸ ਐਗਜ਼ਾਮਪਲ ਕਿੰਨਾ ਹੋ ਜਾਏਗਾ ਆਪਣੇ ਕੋਲ 4 ਐਲੀਮੈਂਟਸ, ਹਾਂਜੀ 4 ਐਲੀਮੈਂਟਸ ਹੋਣਗੇ ਔਰ ਆਪਣੇ ਕੋਲ ਇੰਟੀਜਰ ਟਾਈਪ 2 ਹੋ ਗਿਆ, ਆਪਣੇ ਕੋਲ 8 ਬਾਈਟ ਦੀ ਜਿਹੜੀ ਮੈਮਰੀ ਹੈ ਬੇਟਾ ਉਹ ਐਲੋਕੇਟ ਹੋ ਜਾਏਗੀ। ਕਲੀਅਰ, Yes, ਠੀਕ ਹੈ, ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਨੀਚੇ ਦੇਖ ਲਓ ਮੈਮਰੀ ਦੇ ਵਿੱਚ ਆਪਣੇ ਕੋਲ 8 ਬਾਈਟ ਦੀ ਮੈਮਰੀ ਕੀ ਹੈ ਐਲੋਕੇਟ ਹੋ ਗਈ ਹੈ। ਹਰ ਸੈੱਲ ਮੇਰੇ ਕੋਲ 2 ਬਾਈਟ ਦਾ ਹੈ, 2 2 4 2 6 ਤੇ 2 8। ਕਲੀਅਰ ਬੇਟਾ? Yes, sir. ਬੇਟਾ ਸਮਝ ਲੱਗੀ ਸਾਰਿਆਂ ਨੂੰ? Yes, sir. ਠੀਕ ਹੈ, 1 ਡਾਇਮੈਂਸ਼ਨ ਦੇ ਵਿੱਚ 1 ਡਾਇਮੈਂਸ਼ਨਸ ਹੁੰਦੀਆਂ ਹੈ, 2 ਡਾਇਮੈਂਸ਼ਨ ਦੇ ਵਿੱਚ ਆਪਾਂ 2 ਡਾਇਮੈਂਸ਼ਨ ਦੇ ਦਾਂਗੇ। ਇਹਦਾ ਨਾਮ ਲੱਗਦਾ ਰੋਜ਼ ਐਜ਼ ਵੈਲ ਐਜ਼ ਅ ਕਾਲਮ। ਦੈਟ ਮੀਨਸ ਕਿੰਨਾ ਮੈਨੂੰ ਮੈਟ੍ਰਿਕਸ ਚਾਹੀਦੀ ਹੈ, ਕਿਸ ਫਾਰਮ ਦੇ ਵਿੱਚ ਚਾਹੀਦੀ ਹੈ, ਕਿੰਨੀਆਂ ਨੰਬਰ ਆਫ ਰੋਜ਼ ਚਾਹੀਦੀਆਂ, ਕਿੰਨੀਆਂ ਨੰਬਰ ਆਫ ਆਪਣੇ ਕਾਲਮ ਚਾਹੀਦੇ ਹੈ। ਮੈਂ ਇੱਥੇ ਦੁਬਾਰਾ ਰਿਪੀਟ ਕਰ ਰਿਹਾ ਹਾਂ ਕਿ ਜਿਹੜੀ ਆਪਣੇ ਕੋਲ ਰੋਜ਼ ਐਂਡ ਕਾਲਮ ਦੀ ਵੈਲਿਊ ਹੈ ਇਹ ਇੰਟੀਜਰ ਕਾਂਸਟੈਂਟ ਆਏਗੀ।
क्लीयर, कोई भी अपने को फ्रैक्शन पार्ट, कोई भी अपने को इतने करैक्टर फॉर्म नहीं आई। फर्स्ट इज क्लीयर बेटा? Yes, sir. Yes, sir. ਓਕੇ, ਹੁਣ ਨੈਕਸਟ ਆਪਣੇ ਕੋਲ ਆ ਗਿਆ ਇਨੀਸ਼ੀਅਲਾਈਜੇਸ਼ਨ ਆਫ ਐਰੇ। ਹੁਣ ਆਪਾਂ ਐਰੇ ਨੂੰ ਇਨੀਸ਼ੀਅਲਾਈਜ਼ ਕਰਨਾ। ਇਨੀਸ਼ੀਅਲਾਈਜ਼ ਦਾ ਮਤਲਬ ਹੁੰਦਾ ਹੈ ਕਿ ਬੇਟਾ ਐਰੇ ਨੂੰ ਆਪਾਂ ਡਿਕਲੇਅਰ ਕਰਤਾ ਹੈ, ਹੁਣ ਜਿਹੜੀ ਆਪਾਂ ਨੂੰ ਮੈਮਰੀ ਐਲੋਕੇਟ ਹੋਈ ਆ ਉੱਥੇ ਆਪਾਂ ਵੈਲਿਊ ਸਟੋਰ ਕਰਨੀ ਆ, ਦੈਟ ਇਜ਼ ਨੋਨ ਐਜ਼ ਅ ਇਨੀਸ਼ੀਅਲਾਈਜੇਸ਼ਨ ਆਫ ਐਰੇ। ਹੁਣ ਆਪਾਂ 2 ਡਾਈਮੈਂਸ਼ਨ ਦੀ ਗੱਲ ਕਰ ਰਹੇ ਹਾਂ ਤੇ ਦੈਨ ਉਹਦੇ ਅਕੋਰਡਿੰਗ ਆਪਾਂ ਦੇਖਾਂਗੇ ਕਿ 2 ਡਾਈਮੈਂਸ਼ਨ ਦੇ ਵਿੱਚ ਆਪਾਂ ਐਰੇ ਨੂੰ ਕਿਸ ਤਰੀਕੇ ਨਾਲ ਇਨੀਸ਼ੀਅਲਾਈਜ਼ ਕਰਦੇ ਹਾਂ। ਸੋ ਆਪਣੇ ਕੋਲ 2 ਤਰੀਕੇ ਹੋਣਗੇ, ਸੌਰੀ ਇੱਥੇ 1 ਡਾਈਮੈਂਸ਼ਨ ਲਿਖਿਆ ਹੈ, 2 ਡਾਈਮੈਂਸ਼ਨਸ ਆਏਗਾ। ਸੋ 2 ਡਾਈਮੈਂਸ਼ਨਸ ਐਰੇ ਨੂੰ ਅਗਰ ਆਪਾਂ ਇਨੀਸ਼ੀਅਲਾਈਜ਼ ਕਰਨਾ ਹੈ ਤਾਂ 2 ਤਰੀਕੇ ਨਾਲ ਕਰ ਸਕਦੇ ਹਾਂ। 1 ਇਜ਼ ਅ ਕੰਪਾਈਲ ਟਾਈਮ ਐਂਡ ਸੈਕੰਡ ਇਜ਼ ਅ ਰਨ ਟਾਈਮ। ਹੁਣ ਯੂ ਟੈਲ ਮੀ ਕਿ ਕੰਪਾਈਲ ਟਾਈਮ ਦਾ ਕੀ ਮਤਲਬ ਹੁੰਦਾ ਹੈ ਔਰ ਰਨ ਟਾਈਮ ਦਾ ਬੇਟਾ ਕੀ ਮਤਲਬ ਹੁੰਦਾ ਹੈ, ਆਪਾਂ ਡਿਸਕਸ ਕਰ ਚੁੱਕੇ ਹਾਂ ਬੇਸਿਕਲੀ। सर जब एरर डिटेक्ट करते तो कंपाइल टाइम, जब रन करते तो रन टाइम। ਵੈਰੀ ਗੁੱਡ, ਠੀਕ ਹੈ। ਜਦੋਂ ਜੀ ਕੋਈ ਵੀ ਪ੍ਰੋਗਰਾਮ ਸੀ ਦੇ ਵਿੱਚ ਲਿਖਦੇ ਹੋ ਪਹਿਲਾਂ ਤੁਸੀਂ ਉਹਦੀ ਕੋਡਿੰਗ ਕਰਦੇ ਹੋ, ਡੈਟ ਮੀਨਸ ਟਾਈਪ ਕਰਦੇ ਹੋ ਪ੍ਰੋਗਰਾਮ ਨੂੰ, ਠੀਕ ਹੈ। ਉਸ ਤੋਂ ਬਾਅਦ ਆਪਾਂ ਉਹਨੂੰ ਕੰਪਾਈਲ ਕਰਦੇ ਹਾਂ, ਠੀਕ ਹੈ। ਕੰਪਾਈਲ ਦੇ ਬੇਟਾ 2 ਪਰਪਸ ਹੁੰਦੇ ਆ। ਇੱਕ ਤਾਂ ਕੰਪਾਈਲ ਕੀ ਕਰਦਾ ਹੈ, ਸਾਡੀ ਹੈਲਪ ਕਰਦਾ ਹੈ ਕਿ ਅਗਰ ਕੋਈ ਐਰਰ ਹੈ ਤੇ ਉਹ ਸਾਨੂੰ ਦੱਸ ਦਿੰਦਾ ਹੈ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਹ ਵਾਲਾ ਐਰਰ ਹੈ। ਔਰ ਨਾਲ ਦੀ ਨਾਲ ਕੀ ਹੋਏਗਾ, ਜੋ ਤੁਹਾਡਾ ਪ੍ਰੋਗਰਾਮ ਹੈ ਉਹਨੂੰ ਕੀ ਉਹ ਬਾਈਨਰੀ ਫਾਰਮ ਦੇ ਵਿੱਚ ਕੀ ਕਰ ਦਿੰਦਾ ਹੈ, ਕਨਵਰਟ ਕਰ ਦਿੰਦਾ ਹੈ, ਕਿਉਂਕਿ ਇਹ ਡਾਟਾ ਕੰਪਿਊਟਰ ਸਿਸਟਮ ਕੋਲ ਜਾਣਾ ਹੈ ਔਰ ਆਪਾਂ ਨੂੰ ਪਤਾ ਹੈ ਕਿ ਕੰਪਿਊਟਰ ਸਿਸਟਮ ਬਾਈਨਰੀ ਲੈਂਗੁਏਜ ਅੰਡਰਸਟੈਂਡ ਕਰਦਾ ਹੈ, ਬਟ ਜਿਹੜੇ ਆਪਾਂ ਪ੍ਰੋਗਰਾਮ ਲਿਖਦੇ ਆ ਉਹ ਹਾਈ ਲੈਵਲ ਲੈਂਗੁਏਜ ਵਿੱਚ ਹੁੰਦੇ ਆ। ਸੋ ਕੰਪਾਈਲਰ ਕੀ ਕਰਦਾ ਹੈ, ਉਸ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਵਿੱਚ ਕੀ ਕਰ ਦਿੰਦਾ ਹੈ, ਕਨਵਰਟ ਕਰ ਦਿੰਦਾ ਹੈ, ਤਾਂ ਕਿ ਕੰਪਿਊਟਰ ਸਿਸਟਮ ਉਹਨੂੰ ਅੰਡਰਸਟੈਂਡ ਕਰ ਸਕੇ। ਅਗਰ ਉਹਨੂੰ ਅੰਡਰਸਟੈਂਡ ਕਰੇਗਾ ਹੈ ਦੈਨ ਹੀ ਉਹਦੀ ਪ੍ਰੋਸੈਸਿੰਗ ਕਰੇਗਾ, ਦੈਨ ਹੀ ਸਾਨੂੰ ਰਿਜ਼ਲਟਸ ਆਉਣਗੇ, ਅਦਰਵਾਈਜ਼ ਰਿਜ਼ਲਟਸ ਨਹੀਂ ਆਉਣਗੇ, ਠੀਕ ਹੈ। ਸੋ ਆਪਾਂ 2 ਤਰੀਕਿਆਂ ਨਾਲ ਦੇਖਾਂਗੇ ਕਿ ਕੰਪਾਈਲ ਟਾਈਮ ਦੇ ਉੱਪਰ ਕਿੱਦਾਂ ਆਪਾਂ ਵੈਲਿਊ ਇਨੀਸ਼ੀਅਲਾਈਜ਼ ਕਰਦੇ ਹਾਂ, ਐਜ਼ ਵੈਲ ਐਜ਼ ਅ ਰਨ ਟਾਈਮ ਦੇ ਉੱਪਰ ਆਪਾਂ ਕਿੱਦਾਂ ਇਨੀਸ਼ੀਅਲਾਈਜ਼ ਕਰਦੇ ਹਾਂ। ਸੋ ਵੇਟ, ਕੋਈ ਸਟੂਡੈਂਟ ਲਾਰਾ ਜੁਆਇਨ ਕਰ ਰਿਹਾ? ਨੋ, ਵੇਟ, ਓਕੇ। ਸੋ ਲੈਟਸ ਸਟਾਰਟ। ਪਹਿਲਾਂ ਆਪਾਂ ਦੇਖਿਆ ਕੰਪਾਈਲ ਟਾਈਮ, ਠੀਕ ਹੈ। ਸੋ ਇਨੀਸ਼ੀਅਲਾਈਜ਼ ਐਰੇ ਡਿਊਰਿੰਗ ਅ ਕੰਪਾਈਲ ਟਾਈਮ, ਦੈਟ ਮੀਨਸ ਕੰਪਾਈਲ ਟਾਈਮ ਦੇ ਉੱਪਰ ਐਰੇ ਕਿੱਦਾਂ ਡਿਕਲੇਅਰ ਕਰਦੇ ਆ। ਐਨੀਵਨ ਕੋਈ ਦੱਸ ਸਕਦਾ ਬੇਟਾ? ਹਾਂਜੀ ਬੇਟਾ, ਐਨੀਵਨ? ਓਕੇ। ਸੋ 1 ਡਾਈਮੈਂਸ਼ਨ ਦੇ ਵਿੱਚ ਕਿੰਨਾ ਕਰਦੇ ਸੀ ਆਪਾਂ, ਡਾਟਾ ਟਾਈਪ, ਐਰੇ ਨੇਮ, ਸਾਈਜ਼ ਇਜ਼ ਇਕੁਅਲ ਟੂ ਵੈਲਿਊਜ਼। ਕਲੀਅਰ ਬੇਟਾ? ਇਨ ਕੇਸ ਆਫ ਆ 1 ਡਾਈਮੈਂਸ਼ਨ, ਜਿਹੜੀ ਤੁਹਾਨੂੰ ਫਿਗਰ ਸਲਾਈਡ ਸ਼ੋ ਹੋ ਰਹੀ ਹੈ ਇਹ 1 ਡਾਈਮੈਂਸ਼ਨ ਦੀ ਸ਼ੋ ਕਰ ਰਹੇ ਹਾਂ। 1 ਡਾਈਮੈਂਸ਼ਨ ਦੇ ਵਿੱਚ ਆਪਾਂ ਕੀ ਕਰਦੇ ਸੀ, ਟਾਈਪ ਦਿੰਦੇ ਸੀਗੇ, ਦੈਨ ਐਰੇ ਨੇਮ, ਦੈਨ ਉਹਦਾ ਸਾਈਜ਼, ਦੈਨ ਉਹਦੀਆਂ ਆਪਾਂ ਵੈਲਿਊਜ਼। ਸਿਮਿਲਰਲੀ ਇਨ ਕੇਸ ਆਫ ਆ 2 ਡਾਈਮੈਂਸ਼ਨਸ ਉਹਦੇ ਵਿੱਚ ਵੀ ਸੇਮ ਪ੍ਰੋਸੈਸ ਕਰਾਂਗੇ। ਸੌਰੀ, ਦੈਟ ਇਜ਼ ਟਾਈਪ ਹੋਏਗੀ ਆਪਣੇ ਕੋਲ, ਦੈਨ ਐਰੇ ਨੇਮ ਹੋਏਗਾ, ਟਾਈਪ ਐਰੇ ਨੇਮ। ਨਾਓ ਇੱਥੇ ਕੀ ਆਏਗਾ ਆਪਣੇ ਕੋਲ, ਰੋਜ਼ ਐਂਡ ਕਾਲਮਸ, ਦੈਨ ਉਹਦੀਆਂ ਕਰਲੀ ਬ੍ਰੈਕਟ, ਦੈਨ ਵੈਲਿਊਜ਼, ਜਿੰਨੀਆਂ ਵੀ ਆਪਾਂ ਵੈਲਿਊਜ਼ ਇਨੀਸ਼ੀਅਲਾਈਜ਼ ਕਰਨੀਆਂ ਹੈ ਉਹ ਵੈਲਿਊਜ਼ ਦੇਵਾਂਗੇ, ਫॉर एग्जांपल ਲਾਈਕ ਦਿਸ, ਠੀਕ ਹੈ। ਸੋ ਡਾਟਾ ਟਾਈਪ ਕੀ ਹੋਗੀ ਮੇਰੇ ਕੋਲ ਇੱਥੇ, ਇੰਟੀਜਰ। ਐਰੇ ਨੇਮ ਕੀ ਹੋ ਗਿਆ, LA, ਨੰਬਰ ਆਫ ਰੋਜ਼ 2, ਨੰਬਰ ਆਫ ਕਾਲਮਸ ਕਿੰਨੇ ਹੋ ਗਏ ਮੇਰੇ ਕੋਲ 2। ਸੋ ਕਿੰਨੇ ਐਲੀਮੈਂਟ ਆਪਾਂ ਸਟੋਰ ਕਰ ਸਕਦੇ ਹਾਂ, 4 ਸਟੋਰ ਕਰ ਸਕਦੇ ਹਾਂ, ਇਸ ਲਈ ਮੈਂ ਕਰਲੀ ਬ੍ਰੈਕਟ ਲਿਖਿਆ 4 ਐਲੀਮੈਂਟ ਸਟੋਰ ਕਰ ਲਿਆ, 50, 11, 87 ਐਜ਼ ਵੈਲ ਐਜ਼ 43। ਕਲੀਅਰ ਬੇਟਾ? ਯੈਸ অর ਨੋ? Yes, Yes, sir. sir. ਠੀਕ Yes, ਹੈ। sir. ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਆਪਾਂ ਇਨੀਸ਼ੀਅਲਾਈਜ਼ ਕਰ ਸਕਦੇ ਹਾਂ, ਇਨੀਸ਼ੀਅਲਾਈਜ਼ ਟਾਈਮ ਦੇ ਉੱਪਰ ਆਪਾਂ 2 ਕੰਮ ਕਰ ਸਕਦੇ ਹਾਂ, ਡਿਕਲੇਰੇਸ਼ਨ ਵੀ ਕਰ ਸਕਦੇ ਹਾਂ ਐਂਡ ਇਨੀਸ਼ੀਅਲਾਈਜ਼ ਇਨ ਦਾ ਸੇਮ ਸਟੈਪ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਵਾਲਾ ਪਹਿਲਾ ਪੋਰਸ਼ਨ ਹੈ ਡੈਟ ਇਜ਼ ਅ ਪਾਰਟ ਆਫ ਅ ਡਿਕਲੇਰੇਸ਼ਨ। ਕਲੀਅਰ ਬੇਟਾ? ਜਿਹੜਾ ਕਿ ਹੁਣੇ ਦੇਖਿਆ ਆਪਾਂ, ਤੇ ਜਿਹੜਾ ਆਪਣੇ ਕੋਲ ਸੈਕਿੰਡ ਪਾਰਟ ਐਡ ਹੋ ਜਾਏਗਾ ਡੈਟ ਇਜ਼ ਨੋਨ ਐਜ਼ ਅ ਇਨੀਸ਼ੀਅਲਾਈਜੇਸ਼ਨ। ਸੋ ਡਿਕਲੇਰੇਸ਼ਨ ਔਰ ਇਨੀਸ਼ੀਅਲਾਈਜੇਸ਼ਨ ਨੂੰ ਆਪਾਂ ਸਿੰਗਲ ਸਟੈਪ ਦੇ ਵਿੱਚ ਵੀ ਕਰ ਸਕਦੇ ਹਾਂ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਪਹਿਲਾਂ ਆਪਾਂ ਡਿਕਲੇਅਰ ਕਰੀਏ ਦੈਨ ਨੈਕਸਟ ਲਾਈਨ ਜਿਹਨੂੰ ਆਪਾਂ ਇਨੀਸ਼ੀਅਲਾਈਜ਼ ਕਰੀਏ, ਇਟਸ ਅਪ ਟੂ ਯੂ। ਤੁਸੀਂ ਇਨ ਦਾ ਸੇਮ ਲਾਈਨ ਦੇ ਡਿਕਲੇਅਰ ਦੇ ਨਾਲ ਨਾਲ ਹੀ ਉਹਨੂੰ ਇਨੀਸ਼ੀਅਲਾਈਜ਼ ਵੀ ਕਰ ਸਕਦੇ ਹੋ, ਬਟ ਆਲਵੇਜ਼ ਕੀਪ ਇਨ ਮਾਈਂਡ ਕਿਸੇ ਵੀ ਵੇਰੀਏਬਲ ਨੂੰ, ਕਿਸੇ ਵੀ ਐਰੇ ਨੂੰ ਇਨੀਸ਼ੀਅਲਾਈਜ਼ ਕਰਨ ਤੋਂ ਪਹਿਲਾਂ ਡਿਕਲੇਅਰ ਕਰਨਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਡਿਕਲੇਅਰ ਨਹੀਂ ਕਰੋਗੇ ਤਾਂ ਦੈਨ ਤੁਸੀਂ ਕਿਸੇ ਵੀ ਵੇਰੀਏਬਲ ਨੂੰ, ਐਰੇ ਨੂੰ ਇਨੀਸ਼ੀਅਲਾਈਜ਼ ਨਹੀਂ ਕਰ ਸਕਦੇ। ਫॉर एग्जांपल ਮੈਂ ਲਿਖ ਰਿਹਾ ਹਾਂ a = 10, ਮੈਂ ਪ੍ਰੋਗਰਾਮ ਪੁਆਇੰਟ ਆਫ View ਨਾਲ ਗੱਲ ਕਰ ਰਿਹਾ ਹਾਂ, a = 10। ਬੇਟਾ ਵਾਟ ਡਜ਼ ਇਟ ਮੀਨ, ਇਹਦਾ ਕੀ ਮਤਲਬ ਹੈ ਬੇਟਾ? ਇਹਦਾ ਮਤਲਬ ਹੈ ਕਿ ਮੈਂ ਵੇਰੀਏਬਲ ਇਨੀਸ਼ੀਅਲਾਈਜ਼ ਕਰ ਦਿੱਤਾ ਹੈ ਔਰ ਵੇਰੀਏਬਲ ਦੀ ਵੈਲਿਊ ਕਿੰਨੀ ਦੇਤੀ ਹੈ ਮੈਂ 10। ਕਲੀਅਰ? ਯੈਸ অর ਨੋ? Yes. ਠੀਕ ਹੈ। ਜਦੋਂ ਵੀ ਆਪਾਂ Yes, ਵੈਲਿਊ sir. ਦੇਵਾਂਗੇ ਸਟਾਰਟਿੰਗ ਵੈਲਿਊ ਇਨੀਸ਼ੀਅਲਾਈਜ਼ ਕਵਾਂਗੇ। ਅਗਰ ਆਪਾਂ ਕਿਸੇ ਵੀ ਪ੍ਰੋਗਰਾਮਿੰਗ ਪੁਆਇੰਟ ਆਫ View ਦੇ ਨਾਲ ਗੱਲ ਕਰੀਏ ਤਾਂ ਅਗਰ ਇਹਨੂੰ ਰਨ ਕਰਾਂਗੇ ਐਜ਼ ਇਟ ਇਜ਼ ਉੱਥੇ ਆਪਣੇ ਕੋਲ ਐਰਰ ਆਏਗਾ, ਉਹ ਆਏਗਾ ਅਨਡਿਫਾਈਨਡ ਸਿੰਬਲ A।
ਸੀ ਦੀ ਗੱਲ ਕਰੀਏ, ਕਿਉਂ? ਕਿਉਂਕਿ ਮੈਂ ਯੂਜ਼ ਤਾਂ ਕਰ ਰਿਹਾ ਹਾਂ, ਇਨੀਸ਼ੀਅਲਾਈਜ਼ ਤਾਂ ਕਰ ਰਿਹਾ ਹਾਂ, ਲੇਕਿਨ ਇਹਨੂੰ ਮੈਂ ਡਿਕਲੇਅਰ ਨਹੀਂ ਕੀਤਾ। ਸੋ ਯੂਜ਼ ਕਰਨ ਤੋਂ ਪਹਿਲਾਂ ਕੀ ਕਰਨਾ ਪਏਗਾ ਮੈਨੂੰ? ਇਹ ਡਿਕਲੇਅਰ ਕਰਨਾ ਪਏਗਾ। ਜਦੋਂ ਡਿਕਲੇਅਰ ਕਰੋਗੇ ਦੈਨ ਉਸ ਤੋਂ ਬਾਅਦ ਇਮੀਡੀਏਟ ਬਾਅਦ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਕਲੀਅਰ ਬੇਟਾ? ਯੈਸ ਔਰ ਨੋ? ਠੀਕ ਹੈ, ਚਾਹੇ ਐਰੇ ਹੈ, ਚਾਹੇ ਵੇਰੀਏਬਲ ਹੈ, ਜਾਂ ਜਿਹੜੀ ਫੰਕਸ਼ਨ ਹੈ, ਅਗਰ ਉਹਨੂੰ ਯੂਜ਼ ਕਰਨਾ ਹੈ ਤੇ ਪਹਿਲਾਂ ਆਪਾਂ ਡਿਕਲੇਅਰ ਕਰਾਂਗੇ। ਡਿਕਲੇਅਰ ਵਿੱਚ ਕੀ ਦੱਸਾਂਗੇ ਕਿ ਕੇਸ ਟਾਈਪ ਦਾ ਹੈ ਔਰ ਕੀ ਉਹਦਾ ਨਾਮ ਹੈ। ਠੀਕ ਹੈ, ਡੈਟਸ ਇਟ। ਔਰ ਇਨੀਸ਼ੀਅਲਾਈਜੇਸ਼ਨ ਦੇ ਵਿੱਚ ਕੀ ਦੱਸਾਂਗੇ ਕਿ ਜਿਹੜਾ ਆਪਾਂ ਵੇਰੀਏਬਲ ਲੈ ਰਹੇ ਹਾਂ ਜਾਂ ਆਪਾਂ ਐਰੇ ਲੈ ਰਹੇ ਹਾਂ ਉਹਦੀ ਆਪਣੇ ਕੋਲ ਕੀ ਵੈਲਿਊ ਹੋਣੀ ਚਾਹੀਦੀ ਹੈ। ਦੈਟ ਇਜ਼ ਨੋਨ ਐਜ਼ ਅ ਇਨੀਸ਼ੀਅਲਾਈਜੇਸ਼ਨ। ਸੋ ਇਹਨਾਂ ਦੋਨਾਂ ਨੂੰ ਆਪਾਂ ਇਕੱਠੇ ਸਟੈਪ ਵੀ ਕੰਬਾਈਨ ਕਰ ਸਕਦੇ ਹਾਂ ਲਾਈਕ ਦਿਸ, ਇੰਟੀਜਰ a is equal to 10। ਕਲੀਅਰ ਬੇਟਾ? ਯੈਸ ਔਰ ਨੋ? Yes, sir. ਦੇਖੋ ਇਹ ਮੈਂ ਦੋ ਸਟੈਪ ਦੇ ਵਿੱਚ ਲਿਖਿਆ ਹੋਇਆ ਹੈ, ਤੁਸੀਂ ਦੋ ਸਟੈਪ ਨੂੰ ਮਰਜ ਕਰਕੇ ਸਿੰਗਲ ਸਟੈਪ ਦੇ ਵਿੱਚ ਵੀ ਲਿਖ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਉਹ ਡਿਕਲੇਅਰ ਹੋਇਆ ਹੈ ਔਰ ਉਸ ਤੋਂ ਬਾਅਦ ਹੀ ਉਹ ਇਨੀਸ਼ੀਅਲਾਈਜ਼ ਹੋਇਆ ਹੈ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਕੋਈ ਵੀ ਵੇਰੀਏਬਲ ਡਿਕਲੇਅਰ ਇਨੀਸ਼ੀਅਲਾਈਜ਼ ਕਰਨਾ ਹੈ, ਪਹਿਲਾਂ ਉਹ ਡਿਕਲੇਅਰ ਹੋਣਾ ਜ਼ਰੂਰੀ ਹੈ, ਦੈਨ ਹੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਅਦਰਵਾਈਜ਼ ਯੂਜ਼ ਨਹੀਂ ਕਰ ਸਕਦੇ। ਹੁਣ ਨਾਓ ਯੂ ਟੈਲ ਮੀ, ਆਪਾਂ ਐਗਜ਼ਾਮਪਲ ਤੇ ਆਈਏ। ਹੁਣ ਜਦੋਂ ਮੈਂ ਇਸ ਤਰੀਕੇ ਨਾਲ ਇਨੀਸ਼ੀਅਲਾਈਜ਼ ਕੀਤਾ, ਆਪਾਂ ਨੂੰ ਮੈਮਰੀ ਮਿਲੀ ਹੋਈ ਹੈ ਤੇ ਦੇਖ ਸਕਦੇ ਹੋ ਕਿ ਮੈਮਰੀ ਆਪਾਂ ਜੋ ਡਿਕਲੇਅਰ ਕੀਤਾ ਸੀ ਇਹ ਵਾਲੀ ਮੈਮਰੀ ਮਿਲ ਗਈ ਸੀਗੀ। ਹੁਣ ਉਸ ਤੋਂ ਬਾਅਦ ਆਪਣੇ ਕੋਲ ਵੈਲਿਊ ਜਿਹੜੀ ਹੈ, ਹੁਣ ਕਿਸ ਤਰੀਕੇ ਨਾਲ ਮੈਟ੍ਰਿਕਸ ਬਣੇਗੀ? ਦੈਟ ਇਜ਼ 2 rows ਐਜ਼ ਵੈਲ ਐਜ਼ ਦ 2 columns। ਕਲੀਅਰ? ਟੇਬਲ ਨਜ਼ਰ ਸਾਰਾ ਬੇਟਾ ਆ ਰਿਹਾ? Yes, sir. Yes. ਮੈਂ ਥੋੜਾ ਕਲੀਅਰ ਕਰ ਦਿੰਦਾ ਹਾਂ ਤਾਂ ਕਿ ਕਨਫਿਊਜ਼ਨ ਨਾ ਆਵੇ। ਓਕੇ, ਹੁਣ ਆਪਣੇ ਕੋਲੇ ਟੇਬਲ ਹੈ। ਠੀਕ ਹੈ, ਐਰੇ ਨੇਮ ਮੇਰੇ ਕੋਲ ਕੀ ਹੈ? LA। ਸੋ ਮੈਂ ਇੱਥੇ ਗ੍ਰਾਫਿਕਲੀ ਲਿਖ ਲਿਆ LA। ਠੀਕ ਹੈ, ਨੰਬਰ ਆਫ ਰੋਜ਼ ਕਿੰਨੀਆਂ ਮੇਰੇ ਕੋਲ? 2। ਸੋ ਨੰਬਰ ਆਫ ਰੋਜ਼ ਕਿੰਨੀਆਂ ਹੈਗੀਆਂ? 2, 1 ਤੇ 2। ਨੰਬਰ ਆਫ ਕਾਲਮਸ ਕਿੰਨੇ ਮੇਰੇ ਕੋਲ? 2। ਸੋ ਨੰਬਰ ਆਫ ਕਾਲਮਸ ਕਿੰਨੇ ਹੈਗੇ? 1 ਤੇ 2। ਕਲੀਅਰ ਬੇਟਾ? ਯੈਸ ਔਰ ਨੋ? Yes. ਹੁਣ ਜਿਹੜੀ ਆਪਣੇ Yes, ਕੋਲ sir. ਪਹਿਲੀ ਰੋ ਹੈ ਉਹਦਾ ਇੰਡੈਕਸ ਵੈਲਿਊ ਦਿੱਤੀ ਮੈਂ 0, ਕਿਉਂਕਿ ਬਾਈ ਡਿਫਾਲਟ ਤੁਹਾਨੂੰ ਦੱਸ ਚੁੱਕੇ ਹਾਂ ਕਿ ਬਾਈ ਡਿਫਾਲਟ ਜਿਹੜਾ ਆਪਣੇ ਕੋਲ ਸਟਾਰਟਿੰਗ ਇੰਡੈਕਸ ਹੁੰਦਾ ਹੈ ਉਹ ਕੀ ਹੁੰਦਾ ਹੈ? 0 ਹੁੰਦਾ ਹੈ। ਸੋ ਉੱਥੇ ਆਪਾਂ ਕੀ ਦਿੱਤਾ? 0। ਸੋ ਕਾਲਮ ਦੀ ਵੈਲਿਊ ਵੀ ਕੀ ਹੋਏਗੀ ਆਪਣੇ ਕੋਲ? 0 ਹੋਏਗੀ। ਕਲੀਅਰ ਬੇਟਾ? 0. ਠੀਕ ਹੈ, Yes, sir. ਦੈਟ ਮੀਨਸ ਇਹਦਾ ਕੀ ਮਤਲਬ ਹੋ ਗਿਆ? 0 0। ਠੀਕ ਹੈ, ਔਰ ਇਹਦਾ ਕੀ ਮਤਲਬ ਹੋ ਜਾਏਗਾ? 0 0 1। ਇਹਦਾ ਕੀ ਮਤਲਬ ਹੋ ਜਾਏਗਾ? 1 0। 1 0 ਪਹਿਲਾ ਰੋ ਆਏਗੀ ਫਿਰ ਆਪਣੇ ਕੋਲ ਕਾਲਮ ਵੈਲਿਊ ਆਏਗੀ, ਦੈਨ ਇਹਦਾ ਕੀ ਮਤਲਬ ਹੋਏਗਾ? 1 1। ਕਲੀਅਰ? 1 1. ਯੈਸ ਔਰ ਨੋ? Yes. Yes, Yes, sir. ਸੋ sir. ਗ੍ਰਾਫਿਕਲੀ ਇਹਦਾ ਮਤਲਬ ਇਹ ਵਾਲਾ ਹੋ ਜਾਏਗਾ। ਹੁਣ ਜਦੋਂ ਵੈਲਿਊ ਸਟੋਰ ਕਰਾਂਗੇ ਇਸ ਤਰੀਕੇ ਨਾਲ ਵੈਲਿਊ ਸਟੋਰ ਹੋਣਗੇ। ਠੀਕ ਹੈ, ਦੈਟ ਇਜ਼ 50। ਪਹਿਲਾਂ ਆਪਣੇ ਕੋਲ 50 ਸਟੋਰ ਹੋਏਗਾ। ਮੰਨ ਲਓ ਆਪਾਂ ਰੋ ਮੇਜਰ ਆਰਡਰ ਦੀ ਗੱਲ ਕਰ ਰਹੇ ਹਾਂ। ਸੋ 50 11 87 ਐਜ਼ ਵੈਲ ਐਜ਼ ਦਾ 43। ਕਲੀਅਰ ਬੇਟਾ? Yes, sir. ਠੀਕ Yes, ਹੈ। sir. ਸੋ ਮੈਮਰੀ ਵਿੱਚ ਅਗਰ ਦੇਖੀਏ ਤੇ ਮੈਮਰੀ ਵਿੱਚ ਵੀ ਇਸੇ ਤਰੀਕੇ ਨਾਲ ਸਟੋਰ ਹੋਏਗਾ 00 01 10 ਐਂਡ 11। ਨਾਓ ਯੂ ਟੈਲ ਮੀ, ਸ਼ਾਬਾਸ਼ ਦੱਸੋ 00 ਤੇ ਕੀ ਸਟੋਰ ਹੋਏਗਾ ਮੈਮਰੀ ਵਿੱਚ? 00 ਤੇ ਕੀ ਪਿਆ ਹੈ ਬੇਟਾ ਆਪਣੇ ਕੋਲ? 50. 50। 80. ਠੀਕ ਹੈ, 50 ਸਟੋਰ ਹੋਏਗਾ, ਦੈਨ 11 87 ਐਜ਼ ਵੈਲ ਐਜ਼ 42। ਕਲੀਅਰ ਹੋ ਗਿਆ ਬੇਟਾ? Yes, sir. ਠੀਕ ਹੈ, ਹੁਣ ਮੈਂ Yes, sir. ਨਾਲ ਦੀ ਨਾਲ ਸਮਝਾ ਰਿਹਾ ਹਾਂ, ਗ੍ਰਾਫਿਕਲੀ ਵੀ ਦੱਸ ਰਿਹਾ ਹਾਂ ਔਰ ਨਾਲ ਦੀ ਨਾਲ ਮੈਮਰੀ ਵਿੱਚ ਕਿਸ ਤਰੀਕੇ ਨਾਲ ਸਟੋਰ ਹੋ ਰਿਹਾ ਉਹ ਵੀ ਆਪਾਂ ਡਿਸਕਸ ਕਰ ਰਹੇ ਹਾਂ। ਕਲੀਅਰ? ਸੋ ਕੀ ਬਣ ਜਾਏਗਾ ਆਪਣੇ ਕੋਲ ਇਸ ਤਰੀਕੇ ਨਾਲ? ਅਗਰ ਆਪਾਂ ਦੇਖੀਏ ਡਾਟਾ ਸਟੋਰ ਹੋਏਗਾ ਪ੍ਰੋਗਰਾਮਿੰਗ ਸਿੰਟੈਕਸ ਪੁਆਇੰਟ ਆਫ View ਨਾਲ LA 00 ਤੇ 50, LA 01 ਤੇ 11, LA 10 ਤੇ 87, LA 11 ਤੇ 43 ਆ ਜਾਏਗਾ। ਕਲੀਅਰ ਬੇਟਾ? Yes, sir. ਠੀਕ ਹੈ, ਬਾਈ ਯੂਜ਼ਿੰਗ ਦਿਸ ਸਟੇਟਮੈਂਟ ਆਪਣੇ ਕੋਲ ਜਦੋਂ ਵੀ ਆਪਾਂ ਕੰਪਾਈਲ ਟਾਈਮ ਦੇ ਉੱਪਰ ਐਰੇ ਇਨੀਸ਼ੀਅਲਾਈਜ਼ ਕਰਾਂਗੇ, ਆਲਵੇਜ਼ ਕੀਪ ਇਨ ਮਾਈਂਡ ਜਿਹੜੀ ਪਹਿਲੀ ਰੋ ਔਰ ਪਹਿਲਾ ਕਾਲਮ ਹੋਏਗਾ ਉਹਦੀ ਵੈਲਿਊ ਆਪਣੇ ਕੋਲ 0 0 ਹੋਏਗੀ। ਕਲੀਅਰ? Yes, Yes, sir. ਠੀਕ ਹੈ, ਆਪਾਂ ਰਨ ਟਾਈਮ ਦੇ ਉੱਪਰ ਇਹਦੀ ਵੈਲਿਊ ਨੂੰ ਆਪਾਂ ਸਟਾਰਟਿੰਗ ਯੂ ਕੈਨ ਸਟਾਰਟ ਫਰੋਮ ਆ 1, ਬਟ ਜਦੋਂ ਕੰਪਾਈਲ ਟਾਈਮ ਤੇ ਕਰਾਂਗੇ ਆਲਵੇਜ਼ ਇਹਦੀ ਵੈਲਿਊ ਆਪਣੇ ਕੋਲ ਹਮੇਸ਼ਾ 0 0 ਹੋਏਗੀ। ਇਹ ਆ ਯਾਦ ਰੱਖਣਾ ਹੈ। ਇਹ ਕੀ ਹੋ ਗਿਆ ਆਪਣੇ ਕੋਲ? ਇਨੀਸ਼ੀਅਲਾਈਜੇਸ਼ਨ ਡਿਊਰਿੰਗ ਆ ਕੰਪਾਈਲ ਟਾਈਮ। ਬੇਟਾ ਸਭ ਨੂੰ ਕਲੀਅਰ ਹੋ ਗਿਆ? Yes, sir. ਠੀਕ ਹੈ, Yes, sir. ਅਗਰ ਆਪਾਂ ਵਨ ਡਿਮੈਂਸ਼ਨ ਦੀ ਗੱਲ ਕਰੀਏ ਸੇਮ ਉਹਦੇ ਵਿੱਚ ਵੀ ਇਹੀ ਪ੍ਰੋਸੈਸ ਸੀਗਾ। ਠੀਕ ਹੈ, ਬਟ ਉਹਦੇ ਵਿੱਚ ਕੀ ਸੀਗਾ ਆਪਣੇ ਕੋਲ? ਸਿੰਗਲ ਐਲੀਮੈਂਟ ਸੀਗੇ, ਬਟ ਇਹਦੇ ਵਿੱਚ ਆਪਣੇ ਕੋਲ ਕੀ ਆ? ਰੋਜ਼ ਐਂਡ ਕਾਲਮਸ ਆ ਗਏ ਇਨ ਕੇਸ ਆਫ ਅ 2 ਡਿਮੈਂਸ਼ਨਸ ਆ ਗਏ। ਠੀਕ ਹੈ, ਕਲੀਅਰ? ਤੁਸੀਂ ਡਿਫਰੈਂਸ ਦੇਖ ਸਕਦੇ ਹੋ ਕਿ ਸੇਮ ਹੈ, ਬਟ ਇੱਥੇ ਕੀ ਹੋ ਗਿਆ? ਇੱਕ ਨਵੀਂ ਚੀਜ਼ ਐਡ ਹੋ ਗਈ। ਅਗਰ 2 ਡਿਮੈਂਸ਼ਨ ਦੀ ਗੱਲ ਕਰੀਏ ਇੱਕ ਨਵੀਂ ਡਿਮੈਂਸ਼ਨ ਐਡ ਹੋ ਗਈ, ਬਾਕੀ ਸਾਰਾ ਐਜ਼ ਇਟ ਇਜ਼ ਹੋਏਗਾ। ਕਲੀਅਰ ਬੇਟਾ? ਯੈਸ ਔਰ ਨੋ? Yes, sir. Okay. Yes, sir. ਸੋ ਡਿਕਲੇਰੇਸ਼ਨ ਹੋ ਗਈ, ਹੁਣ ਇਨੀਸ਼ੀਅਲਾਈਜੇਸ਼ਨ ਹੋ ਗਈ ਐਟ ਦਾ ਕੰਪਾਈਲ ਟਾਈਮ। ਹੁਣ ਆਪਾਂ ਇੱਕ ਪ੍ਰੋਬਲਮ ਦੇਖੀਏ ਕਿ ਆਪਣੇ ਕੋਲ ਜਦੋਂ ਆਪਾਂ ਇਨੀਸ਼ੀਅਲਾਈਜ਼ ਕਰਦੇ ਹਾਂ ਐਟ ਦਾ ਕੰਪਾਈਲ ਟਾਈਮ, ਸ਼ਾਬਾਸ਼ ਮੈਂ ਦੱਸੋ ਕਿ ਮੇਰੇ ਕੋਲ ਕਿੰਨੀਆਂ ਰੋਜ਼ ਹੋਣਗੀਆਂ ਔਰ ਕਿੰਨੇ ਕਾਲਮਸ ਹੋਣਗੇ। ਜਿਹੜੀ ਮੈਂ ਐਗਜ਼ਾਮਪਲ ਦਿੱਤੀ ਹੋਈ ਗਿਵਨ, ਹਾਊ ਮੈਨੀ ਰੋਜ਼ ਵਿਲ ਬੀ देयर ਐਂਡ ਹਾਊ ਮੈਨੀ ਕਾਲਮਸ ਵਿਲ ਬੀ देयर। Row 3. ਵੈਰੀ ਗੁੱਡ। Column 2. ਸੋ ਕਿੰਨੇ ਐਲੀਮੈਂਟ ਹੋਣੇ ਚਾਹੀਦੇ ਬੇਟਾ ਆਪਣੇ ਕੋਲ?
6 6 ਐਲੀਮੈਂਟ ਹੋਣੇ ਚਾਹੀਦੇ ਸੀ, ਲੇਕਿਨ ਆਪਾਂ ਕਿੰਨੇ ਸਟੋਰ ਕੀਤੇ ਆ 4 4। ਸੋ ਲੈਟਸ ਸੀ ਗ੍ਰਾਫਿਕਲੀ ਕੀ ਬਣੇਗਾ ਆਪਣੇ ਕੋਲ। ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲ ਜਿਹੜੀ ਵੈਲਿਊ ਇਸ ਤਰੀਕੇ ਨਾਲ ਸਟੋਰ ਹੋਏਗੀ, ਡੈਟ ਇਜ਼ 0 0 0 1 1 0 1 1 2 0 ਐਂਡ 2 1। ਕਿਸ ਤਰੀਕੇ ਨਾਲ ਤੁਸੀਂ ਇਹ ਟੇਬਲ ਦੇਖ ਸਕਦੇ ਹੋ। ਸੋ ਕਿੰਨੀਆਂ ਰੋਜ਼ ਹੈ ਮੇਰੇ ਕੋਲ 3 ਰੋਜ਼ ਹੈ। ਸੋ ਮੈਂ ਟੇਬਲ ਲਿਖ ਲਿਆ। ਧਿਆਨ ਰੱਖਣਾ ਕਿ ਜਦੋਂ ਟੇਬਲ ਜਿਹੜਾ ਬਣਾਉਣਾ ਹੈ ਉਹ ਡਿਪੈਂਡ ਕਰੇਗਾ ਕਿੰਨੇ ਨੰਬਰ ਆਫ ਰੋਜ਼ ਹੈ, ਕਿੰਨੇ ਨੰਬਰ ਆਫ ਕਾਲਮਸ ਹੈ। ਸੋ 3 ਰੋਜ਼ ਹੈ 1 2 3। ਕਲੀਅਰ ਬੇਟਾ? ਯੈਸ অর नो? Yes. ठीक है। सो पहली रो का नाम नंबर 1 हो गया, सॉरी 0 हो गया, दूसरी का 1 हो गया एंड सैकंड जी थर्ड रो है ਉਹਦਾ नंबर कितना हो गया 2। कॉलम कितने सी मेरे को 2। सो 2 कॉलम लिख ले स्टार्टिंग 0 एज वेल एज अ 1। क्लियर बेटा? यस और नो? Yes. yes sir बट देखो ध्यान ਦੇ ਨਾਲ ਐਲੀਮੈਂਟਸ ਅਗਰ ਆਪਾਂ ਅਕੋਰਡਿੰਗ ਟੂ ਡਿਕਲੇਰੇਸ਼ਨ ਦੀ ਗੱਲ ਕਰੀਏ, ਡੈਫੀਨੇਸ਼ਨ ਦੀ ਗੱਲ ਕਰੀਏ, ਜੋ ਵੀ ਆਪਾਂ ਡਿਕਲੇਅਰ ਕੀਤਾ ਹੈ ਉਹਦੇ ਵਿੱਚ ਆਪਾਂ ਕਹਿ ਰਹੇ ਕਿ 6 ਐਲੀਮੈਂਟ ਹੋਣੇ ਚਾਹੀਦੇ ਸੀ, ਠੀਕ ਹੈ, ਅਕੋਰਡਿੰਗ ਟੂ ਦਿਸ। ਬਟ ਆਪਾਂ ਕਿੰਨੇ ਲਿਖੇ ਆ 4, ਠੀਕ ਹੈ। 4 ਜਗ੍ਹਾ ਤੇ ਆਪਣੇ ਕੋਲ 43 ਤਾਂ 43 ਤੱਕ ਤਾਂ ਆ ਜਾਏਗਾ। ਨੈਕਸਟ ਜਿਹੜੀਆਂ ਸਪੇਸਿਸ ਬਚੀਆਂ ਹੋਣਗੀਆਂ ਉੱਥੇ ਆਪਣੇ ਕੋਲ ਕੀ ਆਏਗਾ 0 0 ਸਟੋਰ ਹੋ ਜਾਏਗਾ। ਕਲੀਅਰ ਬੇਟਾ? Yes, Yes sir. or no? yes sir ਆਪਾਂ 1 ਡਾਇਮੈਂਸ਼ਨ ਵਿੱਚ ਵੀ ਕਰ ਚੁੱਕੇ ਹਾਂ। ਅਗਰ ਤੁਹਾਨੂੰ ਯਾਦ ਹੋਵੇ ਆਪਾਂ ਡਿਸਕਸ ਕਰ ਲੈਂਦੇ ਹਾਂ, ਦਿਖਾ ਦੇਣਾ ਤੁਹਾਨੂੰ 1 ਡਾਇਮੈਂਸ਼ਨ ਦੇ ਵਿੱਚ ਵੀ। 1 ਡਾਇਮੈਂਸ਼ਨ ਦੇ ਵਿੱਚ ਵੀ ਆਪਣੇ ਕੋਲ ਕੀ ਸੀਗਾ, ਦੇਖੋ 5 ਵੈਲਿਊ ਸਟੋਰ ਕਰਨੀਆਂ ਸੀਗੀਆਂ, ਲੇਕਿਨ ਆਪਾਂ 3 ਕੀਤੀਆਂ ਸੀਗੀਆਂ। ਲੇਕਿਨ ਜਿਹੜੇ ਦੋ ਬਾਕੀ ਪੋਜੀਸ਼ਨਸ ਬਚ ਗਈਆਂ ਸੀਗੀਆਂ ਉੱਥੇ ਵੈਲਿਊ ਕੀ ਸੀ ਆਪਣੇ ਕੋਲ 0 0 ਸਟੋਰ ਹੋ ਗਈ ਸੀਗੀ। ਕਲੀਅਰ ਬੇਟਾ? ਯੈਸ অর नो? yes sir Yes, sir. ਸਮਝ ਲੱਗੀ ਸਾਰਿਆਂ ਨੂੰ? Yes, sir. ਠੀਕ ਹੈ। ਸੋ ਕੁਝ ਪ੍ਰੋਗਰਾਮਿੰਗ ਲੈਂਗੁਏਜ ਬੇਟਾ ਕੀ ਕਰਦੀਆਂ ਹੈ, ਅਗਰ ਤੁਸੀਂ ਇਨੀਸ਼ੀਅਲਾਈਜੇਸ਼ਨ ਪ੍ਰੋਪਰ ਨਹੀਂ ਕਰੋਗੇ, ਅਗਰ ਮੰਨ ਲਓ ਤੁਸੀਂ ਇੱਥੇ 6 ਐਲੀਮੈਂਟ ਲਿਖਣੇ ਸੀਗੇ, ਲਿਖਤੇ ਤੁਸੀਂ 4, ਬਾਕੀ ਕੁਝ ਪ੍ਰੋਗਰਾਮਿੰਗ ਵਿੱਚ ਕੀ ਹੁੰਦਾ ਹੈ, ਜਿਹੜੀ ਬਾਕੀ ਜਗ੍ਹਾ ਬਚ ਜਾਂਦੀ ਉੱਥੇ ਗਾਰਬੇਜ ਵੈਲਿਊ ਆ ਜਾਂਦੀ ਹੈ। ਗਾਰਬੇਜ ਵੈਲਿਊ ਕਿੰਨੀ ਅਨਵਾਂਟਡ ਵੈਲਿਊ, ਉੱਥੇ 0 0 ਨਹੀਂ, ਮੰਨ ਲਓ ਕਿ ਇਦਾਂ ਦੀ ਵੈਲਿਊ ਹੋ ਜਾਏਗੀ A1 2 8 6 5 ਐਂਡ ਸੋ ਔਨ। ਅਗਰ ਇਦਾਂ ਦੀ ਅਨਵਾਂਟਡ ਵੈਲਿਊ ਆ ਜਾਂਦੀ ਹੈ ਉਹਨੂੰ ਆਪਾਂ ਗਾਰਬੇਜ ਵੈਲਿਊ ਕਹਿੰਦੇ ਆ। ਬਟ ਜਦੋਂ ਆਪਾਂ C ਦੀ ਗੱਲ ਕਰਾਂਗੇ, C ਦੇ ਵਿੱਚ ਕੀ ਹੋਏਗਾ, ਉੱਥੇ ਆਪਣੇ ਕੋਲ ਅਨਵਾਂਟਡ ਗਾਰਬੇਜ ਵੈਲਿਊ ਨਹੀਂ ਆਏਗੀ। ਜਿਹੜੀ ਜਗ੍ਹਾ ਤੇ ਆਪਾਂ ਵੈਲਿਊ ਇਨੀਸ਼ੀਅਲਾਈਜ਼ ਨਹੀਂ ਕੀਤੀ ਹੈ ਉੱਥੇ ਕੀ ਆ ਜਾਏਗਾ ਮੇਰੇ ਕੋਲ 0 ਆ ਜਾਏਗਾ। ਕਲੀਅਰ ਬੇਟਾ? ਯੈਸ অর नो? Yes, sir. ਠੀਕ ਹੈ। yes sir ਸੋ ਸ਼ਾਬਾਸ਼ ਮੈਨੂੰ ਦੱਸੋ ਕਿ ਅਗਰ ਮੈਂ ਇਸ ਸੈੱਲ ਦੀ ਗੱਲ ਕਰਾਂ ਤੇ ਰੋ ਦੀ ਵੈਲਿਊ ਕੀ ਹੋਏਗੀ ਔਰ ਕਾਲਮ ਦੀ ਵੈਲਿਊ ਕੀ ਹੋਏਗੀ? row 2 column 0 ਵੈਰੀ ਗੁੱਡ। ਰੋ 2 ਹੋ ਗਿਆ, ਕਾਲਮ ਕਿੰਨਾ ਹੋ ਗਿਆ 0। ਤੁਸੀਂ ਦੇਖ ਸਕਦੇ ਹੋ ਕਿ ਰੋ 2 ਔਰ ਕਾਲਮ 0 ਤੇ ਕੀ ਪਿਆ ਹੈ ਮੇਰੇ ਕੋਲ 0 ਪਿਆ ਹੋਇਆ। ਕਲੀਅਰ ਹੋ ਗਿਆ ਬੇਟਾ? Yes, sir. ਠੀਕ ਹੈ। ਔਰ ਨਾਲ ਹੀ ਨਾਲ Yes, ਤੁਸੀਂ ਦੇਖੋ sir. ਮੈਮਰੀ ਦੇ ਵਿੱਚ ਵੀ ਉਸ ਪੋਜੀਸ਼ਨ ਦੇ ਉੱਪਰ ਆਪਣੇ ਕੋਲ ਕੀ ਆਏਗਾ 0 0 ਹੀ ਆਏਗਾ ਇਨ ਕੇਸ ਆਫ ਅ C ਲੈਂਗੁਏਜ। ਕਲੀਅਰ ਬੇਟਾ? Yes, sir. yes sir ਠੀਕ ਹੈ। ਇਹ ਹੋ ਗਿਆ ਹੁਣ ਆਪਣੇ ਕੋਲ ਕੰਪਾਈਲ ਟਾਈਮ ਦੇ ਉੱਪਰ। ਹੁਣ ਆਪਾਂ ਡਿਸਕਸ ਕਰਾਂਗੇ, ਹੁਣ ਮੰਨ ਲਓ ਮੈਂ ਇੱਕ ਹੋਰ ਐਗਜ਼ਾਮਪਲ ਲੈ ਲਈ ਦਿਸ ਵਨ। ਇਹਦੇ ਵਿੱਚ 6 ਐਲੀਮੈਂਟ ਹੈ, 6 ਦੇ 6 ਪਾਤੇ ਹੈ ਤੇ ਦੈਨ ਉੱਥੇ ਆਪਾਂ ਜਦੋਂ ਇਹ ਚੀਜ਼ ਲਿਖੀ ਹੈ, ਇੱਕ ਥੋੜੀ ਮੈਂ ਚੀਜ਼ ਹੋਰ ਐਡ ਕਰ ਦਿੰਦਾ ਹਾਂ। ਤੁਸੀਂ ਇਸ ਤਰੀਕੇ ਨਾਲ ਇਨੀਸ਼ੀਅਲਾਈਜੇਸ਼ਨ ਵੀ ਕਰ ਸਕਦੇ ਹੋ, ਠੀਕ ਹੈ। ਪਹਿਲੀ ਪ੍ਰੋਬਲਮ ਦੱਸਦੀ ਹੈ ਕਿ ਅਗਰ ਆਪਾਂ ਘੱਟ ਐਲੀਮੈਂਟ ਲਿਖਾਂਗੇ ਤਾਂ ਕੀ ਆਏਗਾ। ਹੁਣ ਇਹਦੇ ਵਿੱਚ ਆਪਣੇ ਕੋਲ ਨੰਬਰ ਆਫ ਐਲੀਮੈਂਟਸ 6 ਹੈ ਤੇ 6 ਦੇ 6 ਆਪਾਂ ਸਟੋਰ ਕਰ ਦਿੱਤੇ ਹੈ। ਸੋ ਇਹਦੀ ਜਗ੍ਹਾ ਤੇ ਤੁਸੀਂ ਇਸ ਤਰੀਕੇ ਨਾਲ ਵੀ ਕੋਡਿੰਗ ਲਿਖ ਸਕਦੇ ਹੋ। ਜਦੋਂ ਤੁਸੀਂ ਪ੍ਰੋਗਰਾਮ ਬਣਾਓਗੇ ਇਸ ਤਰੀਕੇ ਨਾਲ ਵੀ ਤੁਸੀਂ ਉਹਨੂੰ ਲਿਖ ਸਕਦੇ ਹੋ ਤੇ ਦੈਨ ਤੁਹਾਨੂੰ ਆਟੋਮੈਟਿਕਲੀ ਕਲੀਅਰ ਹੋ ਜਾਏਗਾ ਕਿ ਰੋਜ਼ ਕਿਹੜੀਆਂ ਹੈ ਔਰ ਕਾਲਮਸ ਕਿਹੜੇ ਹੈ। ਦਿਸ ਇਜ਼ ਫਰਸਟ ਰੋ, ਦਿਸ ਇਜ਼ ਸੈਕਿੰਡ ਰੋ, ਦਿਸ ਇਜ਼ ਥਰਡ ਰੋ, ਦਿਸ ਇਜ਼ ਫਰਸਟ ਕਾਲਮ ਐਂਡ ਦਿਸ ਇਜ਼ ਅ ਸੈਕਿੰਡ ਕਾਲਮ। ਕਲੀਅਰ ਬੇਟਾ? ਜਿੱਦਾਂ ਤੁਹਾਨੂੰ ਟੇਬਲ ਨਜ਼ਰ ਆ ਰਿਹਾ ਹੈ ਤੁਸੀਂ ਆਪਣੀ ਪ੍ਰੋਗਰਾਮਿੰਗ ਦੇ ਵਿੱਚ ਇਸ ਤਰੀਕੇ ਨਾਲ ਵੀ ਕੋਡਿੰਗ ਕਰ ਸਕਦੇ ਹੋ। ਤੁਸੀਂ ਹੋਰ ਕਲੀਅਰਲੀ ਇਹਨੂੰ ਅੰਡਰਸਟੈਂਡ ਕਰ ਸਕਦੇ ਹੋ ਕਿ ਅਗਰ ਮੈਂ ਐਰੇ ਲਏ ਹੋਏ ਆ ਤੇ ਉਹਦਾ ਐਲੀਮੈਂਟ ਦਾ ਕੀ ਮਤਲਬ ਹੈ, ਠੀਕ ਹੈ। ਕਰਲੀ ਬ੍ਰੈਕਟ ਸਟਾਰਟ ਕਰਾਂਗੇ, ਦੈਨ ਫਿਰ ਕਰਲੀ ਬ੍ਰੈਕਟ ਸਟਾਰਟ ਕਰਾਂਗੇ ਪਹਿਲੀ रो ਦੇ ਐਲੀਮੈਂਟ, फिर कॉमा, करली ब्रैकेट क्लोज करके कॉमा, फिर दूसरी रो दे एलिमेंट, फिर कॉमा तीसरी रो दे एलिमेंट, उस पर करली ब्रैकेट बंद करके पिछे की लगावांगे आप सैमीकोलन लगावांगे। क्लियर? Yes, sir. ठीक है। सो कहने का भाव है कि ਤੁਸੀਂ ਅਗਰ ਇਸ ਤਰੀਕੇ ਨਾਲ ਵੀ ਡਿਕਲੇਅਰ ਕਰ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਹੋਰ ਅੱਛੇ ਤਰੀਕੇ ਨਾਲ ਇਹਨੂੰ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਇਨੀਸ਼ੀਅਲਾਈਜ਼ ਕਰ ਸਕਦੇ ਹੋ। ਦੋਨਾਂ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੋਏਗਾ, ਇਟਸ ਅਪ ਟੂ ਯੂ। ਬਟ ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਜਸਟ ਇਸ ਤਰੀਕੇ ਨਾਲ ਪਿਕਚਰ ਤੁਹਾਡੇ ਮਾਈਂਡ ਵਿੱਚ ਸੈਟਅਪ ਹੋ ਜਾਏਗੀ ਕਿ ਐਲੀਮੈਂਟ ਇਸ ਤਰੀਕੇ ਨਾਲ ਸਟੋਰ ਹੋਣਗੇ। ਦੈਟਸ ਇਟ। ਕਲੀਅਰ? ਯੈਸ অর नो? ਬੇਟਾ ਯੈਸ অর Yes, नो? sir. ਠੀਕ ਹੈ। ਇਸ ਤਰੀਕੇ ਨਾਲ ਵੀ ਤੁਸੀਂ ਐਲੀਮੈਂਟ ਨੂੰ ਆਪਣੀ ਕੋਡਿੰਗ ਨੂੰ C ਦੇ ਵਿੱਚ ਕਰ ਸਕਦੇ ਹੋ। ਅਗਰ ਆਪਾਂ ਪ੍ਰੋਗਰਾਮ ਬਣਾ ਰਹੇ ਹਾਂ ਐਰੇ ਨੂੰ ਇਸ ਤਰੀਕੇ ਨਾਲ ਵੀ ਇਨੀਸ਼ੀਅਲਾਈਜ਼ ਕਰ ਸਕਦੇ ਹੋ। बेटा नेक्स्ट अपने को इनिशियलाइजेशन ड्यूरिंग अ रन टाइम, दैट इज़ वेरी वेरी इंपॉर्टेंट। ਹੁਣ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਜਦੋਂ ਆਪਾਂ ਐਰੇ ਨੂੰ ਇਨੀਸ਼ੀਅਲਾਈਜ਼ ਕਰਦੇ ਹਾਂ ਰਨ ਟਾਈਮ ਦੇ ਉੱਪਰ, ਉਹਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਚੀਜ਼ ਦਾ ਆਪਾਂ ਯੂਜ਼ ਕਰਦੇ ਸੀ। ਬੇਟਾ ਕਿਹੜੀ ਸੀ ਉਹ, ਕੋਈ ਦੱਸ ਸਕਦਾ ਹੈ? ਹਾਂਜੀ ਬੇਟਾ ਓਕੇ। ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ
ਜਦੋਂ ਵੀ ਆਪਾਂ ਐਰੇ ਨੂੰ ਰਨ ਟਾਈਮ ਦੇ ਉੱਪਰ ਇਨੀਸ਼ੀਅਲਾਈਜ਼ ਕਰਨਾ ਹੈ। ਰਨ ਟਾਈਮ ਦਾ ਮਤਲਬ ਹੈ ਜਦੋਂ ਤੁਹਾਡਾ ਪ੍ਰੋਗਰਾਮ ਰਨ ਹੋ ਰਿਹਾ ਹੁੰਦਾ ਹੈ, ਉਸ ਟਾਈਮ ਜਦੋਂ ਆਪਾਂ ਐਰੇ ਦੇ ਵਿੱਚ ਵੈਲਿਊ ਸਟੋਰ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਇਨੀਸ਼ੀਅਲਾਈਜੇਸ਼ਨ ਡਿਊਰਿੰਗ ਅ ਰਨ ਟਾਈਮ। ਔਰ ਜਦੋਂ ਵੀ ਚਾਹੇ ਉਹ 1 ਡਾਇਮੈਂਸ਼ਨਸ ਐਰੇ ਹੈ, ਚਾਹੇ ਉਹ 2 ਡਾਇਮੈਂਸ਼ਨਸ ਐਰੇ ਹੈ, ਚਾਹੇ ਮਲਟੀ ਡਾਇਮੈਂਸ਼ਨਸ ਐਰੇ ਹੈ, ਜਦੋਂ ਵੀ ਤੁਸੀਂ ਇਨੀਸ਼ੀਅਲਾਈਜੇਸ਼ਨ ਐਟ ਦਾ ਰਨ ਟਾਈਮ ਕਰਨੀ ਹੈ, ਆਲਵੇਜ਼ ਕੀਪ ਇਨ ਮਾਈਂਡ ਉੱਥੇ ਇਨੀਸ਼ੀਅਲਾਈਜੇਸ਼ਨ ਜਿਹੜੀ ਹੋਏਗੀ ਆਪਣੇ ਕੋਲ ਰਨ ਟਾਈਮ ਦੇ ਉੱਪਰ ਵਿਦ ਦ ਹੈਲਪ ਆਫ ਅ ਲੂਪ ਹੋਏਗੀ। ਯਾਦ ਰੱਖਿਓ ਬੇਟਾ, ਕੀ ਹੋਏਗੀ ਆਪਣੇ ਕੋਲ? ਹਾਂਜੀ ਸੁਣਾ, ਆਵਾਜ਼ ਆ ਰਹੀ ਬੇਟਾ? ਯੈਸ ਸਰ। ਠੀਕ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ, ਹਮੇਸ਼ਾ ਲੂਪ ਦੇ ਨਾਲ ਹੀ ਆਪਾਂ ਰਨ ਟਾਈਮ ਦੇ ਉੱਪਰ ਵੈਲਿਊ ਇਨੀਸ਼ੀਅਲਾਈਜ਼ ਕਰਾਂਗੇ। ਅਗਰ ਤਾਂ ਆਪਣੇ ਕੋਲ 1 ਡਾਇਮੈਂਸ਼ਨਸ ਐਰੇ ਤਾਂ ਸਿੰਗਲ ਲੂਪ ਲੱਗੇਗਾ, ਬਟ ਜਦੋਂ ਮੇਰੇ ਕੋਲ 2 ਡਾਇਮੈਂਸ਼ਨਸ ਐਰੇ ਆ ਜਾਏਗਾ ਉੱਥੇ ਲੱਗੇਗਾ ਲੂਪ, ਲੇਕਿਨ ਉੱਥੇ ਆਪਣੇ ਕੋਲ ਨੈਸਟਡ ਲੂਪ ਲੱਗੇਗਾ। ਆਲਵੇਜ਼ ਕੀਪ ਇਨ ਮਾਈਂਡ, ਠੀਕ ਹੈ। ਵਾਈਲ ਵੀ ਹੋ ਸਕਦਾ ਹੈ, ਡੂ ਵਾਈਲ ਵੀ ਹੋ ਸਕਦਾ ਹੈ, ਐਜ਼ ਵੈਲ ਐਜ਼ ਅ ਫॉर ਲੂਪ ਵੀ ਹੋ ਸਕਦਾ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ ਇਨ ਕੇਸ ਆਫ ਅ 2 ਡਾਇਮੈਂਸ਼ਨਸ ਐਰੇ, ਜਦੋਂ ਉਹਨੂੰ ਆਪਾਂ ਇਨੀਸ਼ੀਅਲਾਈਜ਼ ਕਰਾਂਗੇ ਐਟ ਦਾ ਰਨ ਟਾਈਮ ਦੇ ਉੱਪਰ, ਉੱਥੇ ਆਪਣੇ ਕੋਲ ਨੈਸਟਡ ਲੂਪ ਲੱਗੇਗਾ। ਕੋਈ ਦੱਸ ਸਕਦਾ ਕਿ ਨੈਸਟਡ ਲੂਪ ਕੀ ਹੁੰਦਾ ਹੈ? ਤੁਸੀਂ ਬੇਟਾ ਸੀ ਦੇ ਵਿੱਚ ਬੇਸਿਕਲੀ ਕਰ ਚੁੱਕੇ ਹੋ ਇਹ। ਨੈਸਟਡ ਲੂਪ ਬੇਟਾ ਕਿਹਨੂੰ ਕਵਾਂਗੇ? ਓਕੇ, ਜਦੋਂ ਇੱਕ ਲੂਪ ਦੇ ਅੰਦਰ ਦੂਸਰਾ ਲੂਪ ਲੱਗ ਜਾਂਦਾ ਹੈ, ਇੱਕ ਲੂਪ ਦੇ ਅੰਦਰ ਸੇਮ ਦੂਸਰਾ ਲੂਪ ਲੱਗ ਜਾਂਦਾ ਹੈ, ਉਹਨੂੰ ਆਪਾਂ ਬੇਟਾ ਨੈਸਟਡ ਲੂਪ ਕਹਿੰਦੇ ਆ। ਕਲੀਅਰ? ਜਿੱਦਾਂ ਇੱਕ ਫॉर ਦੇ ਅੰਦਰ ਦੂਸਰੀ ਫॉर, ਇੱਕ ਵਾਈਲ ਦੇ ਅੰਦਰ ਦੂਸਰੀ ਵਾਈਲ ਲਗਾਤੀ, ਇੱਕ ਡੂ ਵਾਈਲ ਦੇ ਅੰਦਰ ਦੂਸਰੀ ਡੂ ਵਾਈਲ ਲਗਾਤੀ ਆ, ਉਹਨੂੰ ਕੀ ਕਵਾਂਗੇ ਆਪਾਂ? ਨੈਸਟਡ ਲੂਪ ਕਵਾਂਗੇ। ਕਲੀਅਰ ਬੇਟਾ? Yes, sir. ਠੀਕ ਹੈ। ਸੋ 2 ਡਾਇਮੈਂਸ਼ਨਸ ਐਰੇ ਦੇ ਵਿੱਚ ਕਿੰਨਾ ਲੂਪ ਲੱਗੇਗਾ ਆਪਣੇ ਕੋਲ? ਨੈਸਟਡ ਲੂਪ ਲੱਗੇਗਾ, ਸਿੰਗਲ ਲੂਪ ਨਹੀਂ ਲੱਗੇਗਾ। ਸਿੰਗਲ ਲੂਪ ਦੇ ਕਿਉਂਕਿ ਆਪਣੇ ਕੋਲ ਡਾਇਮੈਂਸ਼ਨਸ 2 ਹੈ ਤਾਂ ਆਪਾਂ ਨੂੰ ਨੈਸਟਡ ਲੂਪ ਚਾਹੀਦਾ ਹੈ। ਅਗਰ ਆਪਾਂ 1 ਡਾਇਮੈਂਸ਼ਨ ਦੀ ਗੱਲ ਕਰੀਏ ਉੱਥੇ ਆਪਣੇ ਕੋਲ ਸਿੰਗਲ ਲੂਪ ਦੇ ਨਾਲ ਆਪਾਂ ਵੈਲਿਊ ਨੂੰ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਸੋ ਲੈਟਸ ਸੀ, ਹੁਣ ਦੇਖੋ ਇੱਥੇ ਤਾਂ ਧਿਆਨ ਦੇ ਨਾਲ ਐਗਜ਼ਾਮਪਲ ਦਿੱਤੀ ਹੋਈ ਹੈ। ਪਹਿਲੀ ਗੱਲ ਤਾਂ ਆਪਾਂ ਡਿਕਲੇਅਰ ਕੀਤਾ ਹੈ ਕਿ ਮੈਂ ਐਰੇ ਲੈ ਰਿਹਾ ਹਾਂ, ਉਹਦੀ ਇੰਟੀਜਰ ਟਾਈਪ ਹੈ, ਉਹਦਾ ਨਾਮ LA ਹੈ, ਔਰ ਉਹਦੇ ਵਿੱਚ ਮੈਨੂੰ 2 ਰੋਜ਼ ਔਰ 2 ਕਾਲਮ ਚਾਹੀਦੇ ਹੈ। ਸੋ ਕਿੰਨੇ ਐਲੀਮੈਂਟਸ ਬੇਟਾ ਹੋਣਗੇ? 4 4। ਠੀਕ ਹੈ। ਹੁਣ ਧਿਆਨ ਨਾਲ ਦੇਖੋ, ਜਿਹੜੇ ਨੀਚੇ ਫॉर ਲੂਪ ਲੱਗਿਆ ਹੋਇਆ ਹੈ, ਨੀਚੇ ਦੇਖੋ ਇਹ ਪਹਿਲਾ ਉੱਪਰ ਫॉर ਲੂਪ ਲੱਗਿਆ ਹੋਇਆ ਹੈ, ਉਹਦੇ ਅੰਦਰ ਹੀ ਦੂਸਰਾ ਫॉर ਲੂਪ ਲੱਗਿਆ ਹੋਇਆ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਇਹਨੂੰ ਕੀ ਕਵਾਂਗੇ ਆਪਾਂ? ਨੈਸਟਡ ਫॉर ਲੂਪ। ਕਲੀਅਰ? Yes, sir. ਠੀਕ ਹੈ। ਆਲਵੇਜ਼ ਕੀਪ ਇਨ ਮਾਈਂਡ, ਜਦੋਂ ਵੀ 2 ਡਾਇਮੈਂਸ਼ਨਸ ਦੀ ਐਰੇ ਦੀ ਗੱਲ ਕਰਾਂਗੇ ਆਪਣੇ ਕੋਲ ਨੈਸਟਡ ਜਿਹੜਾ ਹੈ ਲੂਪ ਲੱਗੇਗਾ। ਵਾਈਲ ਵੀ ਲੱਗ ਸਕਦਾ ਹੈ, ਡੂ ਵਾਈਲ ਵੀ, ਐਜ਼ ਵੈਲ ਐਜ਼ ਅ ਫॉर ਲੂਪ ਵੀ। ਇੱਥੇ ਮੈਂ ਫॉर ਲੂਪ ਦੀ ਐਗਜ਼ਾਮਪਲ ਲੈ ਰਿਹਾ। ਜਿਹੜਾ ਬੇਟਾ ਆਪਣੇ ਕੋਲ ਹੁਣ ਇਹਦਾ ਮਤਲਬ ਕੀ ਹੈ? ਪਹਿਲੀ ਗੱਲ ਦੱਸੋ ਕੀ ਮਤਲਬ ਹੋਏਗਾ? ਇੰਟੀਜਰ LA2, 2 ਮੀਨਸ ਕੀ ਹੋਏਗਾ? ਨੰਬਰ ਆਫ ਰੋਜ਼ ਕਿੰਨੀਆਂ ਚਾਹੀਦੀਆਂ? 2, ਔਰ ਨੰਬਰ ਆਫ ਕਾਲਮਸ ਕਿੰਨੇ ਹੋਣਗੇ? 2। 2. ਕਲੀਅਰ ਬੇਟਾ? ਯੈਸ ਔਰ ਨੋ? Yes, sir. ਦੈਨ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋਣੇ ਚਾਹੀਦੇ ਆ? 4। 4. ਕਲੀਅਰ ਬੇਟਾ? ਪਹਿਲਾ ਸਟੈਪ ਕਲੀਅਰ ਹੋ ਸਾਰਿਆਂ ਨੂੰ? Yes, sir. ਓਕੇ। ਸੋ ਆਪਣੇ ਕੋਲ ਟੇਬਲ ਇਸ ਤਰੀਕੇ ਨਾਲ ਗ੍ਰਾਫਿਕਲ ਇਸ ਤਰੀਕੇ ਨਾਲ ਬਣੇਗਾ। 2 ਰੋਜ਼ ਹੈ, 2 ਕਾਲਮਸ ਹੈ। ਠੀਕ ਹੈ। ਸਟਾਰਟਿੰਗ ਵੈਲਿਊ ਆਪਾਂ 0 ਦੇ ਰਹੇ ਹਾਂ, ਔਰ ਆਪਣੇ ਕੋਲ ਰੋ ਦੀ ਵੈਲਿਊ 0 ਹੈ ਸਟਾਰਟਿੰਗ, ਦੈਨ 1 ਹੈ, ਕਾਲਮ ਦੀ ਵੈਲਿਊ 0 ਹੈ, ਦੈਨ ਆਪਣੇ ਕੋਲ ਕੀ ਹੈ? 1 ਹੈ। ਠੀਕ ਹੈ। ਹੁਣ ਜਿਹੜਾ ਬਿਲਕੁਲ ਉੱਪਰ ਪਹਿਲਾ ਲੂਪ ਲੱਗਿਆ ਹੋਏਗਾ ਉਹਨੂੰ ਆਪਾਂ ਕਹਿੰਦੇ ਆ ਆਊਟਰ ਲੂਪ। ਕਲੀਅਰ? ਯੈਸ ਔਰ ਨੋ? Yes, sir. ਠੀਕ ਹੈ। ਜਿਹੜਾ ਅੰਦਰ ਲੱਗਿਆ ਹੋਏਗਾ ਉਹਨੂੰ ਕੀ ਕਵਾਂਗੇ ਆਪਾਂ? ਇਨਰ ਲੂਪ ਕਵਾਂਗੇ। ਕਲੀਅਰ ਬੇਟਾ? ਯੈਸ ਸਰ। ਠੀਕ ਹੈ। Yeah. ਇੱਥੇ ਫॉर ਯੂਅਰ ਕਾਈਂਡ ਇਨਫੋਰਮੇਸ਼ਨ ਬਸ ਤੁਹਾਨੂੰ ਯਾਦ ਰੱਖਣਾ ਹੈ ਕਿ ਅਗਰ ਆਪਾਂ 2 ਡਾਇਮੈਂਸ਼ਨਸ ਐਰੇ ਦੀ ਗੱਲ ਕਰ ਰਹੇ ਹਾਂ, ਜਿਹੜਾ ਆਪਣੇ ਕੋਲ ਆਊਟਰ ਲੂਪ ਹੋਏਗਾ ਉਹ ਆਪਾਂ ਰੋਜ਼ ਵਾਸਤੇ ਯੂਜ਼ ਕਰਾਂਗੇ। ਦੈਟ ਮੀਨਸ ਜਦੋਂ ਦੀ ਰੋ ਚੇਂਜ ਕਰਨੀ ਹੈ ਤੇ ਉਦੋਂ ਆਪਾਂ ਆਊਟਰ ਲੂਪ ਯੂਜ਼ ਕਰਾਂਗੇ। ਠੀਕ ਹੈ। ਜਦੋਂ ਤੁਸੀਂ ਕਾਲਮ ਚੇਂਜ ਕਰਨਾ ਹੈ ਤੇ ਉਦੋਂ ਆਪਾਂ ਕੀ ਕਰਾਂਗੇ? ਇਨਰ ਲੂਪ ਯੂਜ਼ ਕਰਾਂਗੇ। ਕਲੀਅਰ ਬੇਟਾ? ਇੱਥੇ ਮੈਂ ਲਿਖਿਆ ਹੋਇਆ ਹੈ, ਹਾਲ ਦੀ ਘੜੀ ਤੋਂ ਇਹ ਯਾਦ ਰੱਖਣਾ ਹੈ ਕਿ ਆਊਟਰ ਲੂਪ ਆਪਾਂ ਉਦੋਂ ਯੂਜ਼ ਕਰਾਂਗੇ ਜਦੋਂ ਆਪਾਂ ਰੋ ਚੇਂਜ ਕਰਨੀ ਹੈ। ਜਦੋਂ ਆਪਾਂ ਕਾਲਮ ਚੇਂਜ ਕਰਨਾ ਹੈ ਤੇ ਦੈਨ ਉਸ ਤੇ ਆਪਾਂ ਇਨਰ ਲੂਪ ਯੂਜ਼ ਹੋਏਗਾ। ਕਲੀਅਰ ਬੇਟਾ? Yes, sir. ਸਮਝ ਲੱਗਿਆ ਆਊਟਰ ਲੂਪ ਇਨਰ ਲੂਪ ਕੀ ਹੁੰਦਾ ਹੈ? Yes, sir. ਯੈਸ ਸਰ। ਓਕੇ। ਤਾਂ ਮੋਸਟ ਇੰਪੋਰਟੈਂਟ ਥਿੰਗ ਇਹਦੀ ਪ੍ਰੋਸੈਸਿੰਗ ਕਰਨ ਤੋਂ ਪਹਿਲਾਂ, ਐਗਜ਼ੀਕਿਊਸ਼ਨ ਕਰਨ ਤੋਂ ਪਹਿਲਾਂ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਮੰਨ ਲਓ ਮੇਰੇ ਕੋਲ ਆਪਾਂ ਲੂਪ ਸਟਾਰਟ ਕੀਤਾ ਹੈ। ਠੀਕ ਹੈ। ਕੰਡੀਸ਼ਨ ਚੈੱਕ ਹੋਏਗੀ, ਆਪਾਂ ਅੰਦਰ ਜਾਵਾਂਗੇ। ਪਹਿਲਾਂ ਆਪਣੇ ਕੋਲ ਜਿਹੜਾ ਇਨਰ ਲੂਪ ਹੈ ਉਹ ਪੂਰਾ ਐਗਜ਼ੀਕਿਊਟ ਹੋਏਗਾ। ਐਗਜ਼ੀਕਿਊਟ ਵੀ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਕਿ ਉਹਦੀ ਕੰਡੀਸ਼ਨ ਫਾਲਸ ਨਹੀਂ ਹੋ ਜਾਂਦੀ। ਫਾਲਸ ਹੋਣ ਤੋਂ ਬਾਅਦ ਹੀ ਉਹ ਆਊਟਰ ਲੂਪ ਦੇ ਉੱਪਰ ਜਾਏਗਾ। ਐਂਟਰੀ ਨੋ ਡਾਊਟ ਥਰੂ ਆ ਆਊਟਰ ਲੂਪ ਹੀ ਹੋਏਗੀ, ਬਟ ਜਦੋਂ ਉਹ ਇੱਕ ਵਾਰੀ ਐਂਟਰ ਕਰ ਗਿਆ ਹੈ ਦੈਨ ਪਹਿਲਾਂ ਪੂਰਾ ਜਿਹੜਾ ਇੰਟਰਨਲ ਫॉर ਲੂਪ ਹੈ ਪੂਰਾ ਚੱਲੇਗਾ। ਪੂਰਾ ਚੱਲਣ ਦਾ ਮਤਲਬ ਹੈ ਕਿ ਜਦ ਤੱਕ ਉਹਦੀ ਕੰਡੀਸ਼ਨ ਫਾਲਸ ਨਹੀਂ ਹੋ ਜਾਂਦੀ ਤਦ ਤੱਕ ਉਹ ਆਪਣਾ ਲੂਪ ਚੱਲੇਗਾ। ਉਸ ਤੋਂ ਬਾਅਦ ਜਦੋਂ ਕੰਡੀਸ਼ਨ ਫਾਲਸ ਹੋ ਜਾਏਗੀ ਦੁਬਾਰਾ ਇਹ ਆਊਟਰ ਲੂਪ ਦੇ ਉੱਪਰ ਜਾਏਗਾ।
फिर कंडीशन चेक होएगी, दैन फिर ये 1 बाय 1 की है अंदर जाएगा। सो लेट्स सी किस तरीके ਨਾਲ ਇਹ ਕੰਮ ਕਰੇਗਾ। ठीक है, स्टार्टिंग ਵਿੱਚ ਆਪਾਂ ਲੈ ਕੇ ਚੱਲਦੇ ਹਾਂ ਵੈਲਿਊ ਆਫ i ਇਜ਼ 0। ਬੇਟਾ ਧਿਆਨ ਦੇ ਨਾਲ ਸਮਝਿਓ, ਵੈਲਿਊ ਆਫ i ਇਜ਼ 0। ਕਲੀਅਰ, ਯੈਸ অর ਨੋ। ਨੈਕਸਟ ਉਸ ਤੋਂ ਬਾਅਦ ਕਿੱਥੇ ਜਾਵਾਂਗੇ ਆਪਾਂ, ਦੈਨ ਟੈਸਟ ਕੰਡੀਸ਼ਨ ਦੇ ਉੱਪਰ ਜਾਵਾਂਗੇ। ਜਿੱਦਾਂ ਆਪਾਂ ਸਿੰਪਲ ਲਾਸਟ ਟਾਈਮ 1 ਡਾਈਮੈਂਸ਼ਨਸ ਐਰੇ ਵਿੱਚ ਦੇਖਿਆ ਸੀਗਾ, ਪਹਿਲਾਂ ਆਪਾਂ ਇਨੀਸ਼ੀਅਲਾਈਜ਼ ਦੇਖਿਆ i ਦੀ ਵੈਲਿਊ 0 ਕਰ ਦਿੱਤੀ ਹੈ, ਕਿਉਂਕਿ ਆਪਾਂ ਮੰਨ ਕੇ ਚੱਲੇ ਹਾਂ ਕਿ ਜਿਹੜੀ ਮੇਰੇ ਕੋਲ ਪਹਿਲੇ ਰੋ ਦੀ ਵੈਲਿਊ ਕਿੰਨੀ ਹੋਏਗੀ, 0 ਹੋਏਗੀ। ਕਲੀਅਰ, ਯੈਸ অর ਨੋ। Yes, sir. ठीक है, इस करके इतने की ले लिया मैं, 0 ले लिया। ठीक है, आई फॉर हो जाएगा रो, जे फॉर की हो जाएगा कॉलम हो जाएगा। उस तो बाद जो कंट्रोल है ताड़ी कंडीशन के ऊपर जाएगा। नाउ यू टेल मी वैल्यू ऑफ आई इज़ 0, कि ये कंडीशन ट्रू हो रही है कि फॉल्स हो रही है, आई इज़ लेस दैन 2 है कि नहीं, ट्रू है Yes, sir. ट्रू है ना। अगर ये ट्रू हो जाएगा डैट मीन यू कैन एंटर इनटू अ लूप। क्लियर बेटा, यस और नो। Yes, sir. ਦੈਟ ਮੀਨ ਤੁਸੀਂ ਲੂਪ ਦੇ ਅੰਦਰ ਐਂਟਰ ਕਰ ਗਏ ਹੋ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਫॉर ਲੂਪ ਆ ਗਿਆ ਹੈ। ਉਸ ਤੋਂ ਪਹਿਲੀ ਉਹਦੀ ਸਟੇਟਮੈਂਟ ਕਿਹੜੀ ਹੈ, j ਇਜ਼ ਇਕੁਅਲ ਟੂ 0। ਕਲੀਅਰ ਬੇਟਾ, ਯੈਸ অর ਨੋ। Yes, sir. ਦਿਸ ਇਜ਼ ਫॉर ਅ ਕਾਲਮ, ਕਿਉਂਕਿ ਆਪਾਂ ਕਾਲਮ ਦੀ ਵੈਲਿਊ ਵੀ 0 ਲੈ ਕੇ ਸਟਾਰਟ ਕਰ ਰਹੇ ਹਾਂ, ਇਸ ਲਈ ਆਪਾਂ 0 ਲਿਖ ਲਿਆ ਹੈ। ਉਸ ਤੋਂ ਨੈਕਸਟ ਕਿੱਥੇ ਜਾਏਗਾ, ਨੈਕਸਟ ਕੰਟਰੋਲ ਕਿੱਥੇ ਜਾਏਗਾ ਬੇਟਾ, ਹਾਂਜੀ ਬੇਟਾ सेम जो सिंपल फॉर लूप है वही नेक्स्ट के जाएगा, टेस्ट कंडीशन के ऊपर जाएगा। क्लियर, यस और नो। Yes, sir. ऑलवेज Yes, कीप इन माइंड इनिशियलाइजेशन तो बाद नेक्स्ट स्टेटमेंट होंगी अपने को टेस्ट कंडीशन की, कंडीशन के ऊपर जाएगा। नाउ इतने अगेन वैल्यू ऑफ जे इज 0। नाउ यू टेल मी ये कंडीशन ट्रू होएगी कि फॉल्स होएगी, ट्रू होएगी। हाँ दैट मीनस की है जो अपने को जे की वैल्यू है लेस दैन 2 है, दैट इज जे इज 0 है, तो की हो जाएगा अपने को ट्रू हो जाएगा। क्लियर बेटा, यस और नो। sir. ठीक है, आई की वैल्यू आप 0 नाल लेके चल रहे हैं, जे की वैल्यू कितनी होगी, 0 होगी। जो ट्रू हो गई है तो दैन ये अंदर आप एंटर कर देंगे। क्लियर बेटा, Yes, sir. Yes, sir. नैक्सट की लिखा है स्कैन एफ। स्कैन एफ का मतलब की होंगे है, इट विल आस्क द यूजर टू एंटर समथिंग, ठीक है, थ्रू अ कीबोर्ड। सो इतने करसर ब्लिंक होएगा। करसर ब्लिंक का मतलब ये की है, आपको ये कह रहा है कि तुम कोई भी कीबोर्ड के उपर कोई भी चीज़ टाइप करो। सो आप डाटा इंटीजर का स्टोर करना है, क्योंकि एरे मेरे को इंटीजर टाइप का है, तो दैन उत्थे आप इंटीजर टाइप लिखे एंटर मारांगे। सो उस तो बाद जो कंट्रोल है कितने जाएगा अपने को, इस जगह के उपर। क्लियर बेटा, यस और नो। Yes, sir. नाउ वैल्यू ऑफ आई कितनी है, 0. हाँ शाबाश। वैल्यू ऑफ जे इज 0. 0। सो की बन गया मेरे को LA00। क्लियर बेटा, Yes, sir. Yes. ठीक है। ਹੁਣ ਤੁਸੀਂ ਕੀਬੋਰਡ ਦੇ ਉੱਪਰ ਕਰਸਰ ਬਲਿੰਕ ਕਰੇਗਾ, ਜੋ ਵੀ ਤੁਸੀਂ ਟਾਈਪ ਲੈ ਕੇ ਇੰਟੀਜਰ ਲੈ ਕੇ ਐਂਟਰ ਮਾਰੋਗੇ ਉਹ ਤੁਹਾਡਾ ਕੀ ਹੋ ਜਾਏਗਾ, ਇੱਥੇ ਸਟੋਰ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਟੇਬਲ ਵਿੱਚ ਆਪਣੇ ਕੋਲੇ ਵੈਲਿਊ ਸਟੋਰ ਕਰ ਦਿੱਤੀ। ਕਲੀਅਰ, Yes, sir. Yes. ਦੇਖੋ ਨੀਚੇ ਮੈਮਰੀ ਵਿੱਚ ਵੀ ਨਾਲ ਦੀ ਨਾਲ ਮੈਂ ਸੇਮ ਕਲਿੱਕ ਦੇ ਉੱਪਰ ਮੈਮਰੀ ਵਿੱਚ ਕਿੱਥੇ ਆ ਗਿਆ, 50 ਸਟੋਰ ਹੋ ਗਿਆ। ਕਲੀਅਰ ਬੇਟਾ, Yes, sir. ਇੱਕ ਮਿੰਟ ਸਟੂਡੈਂਟਸ ਬੇਟਾ ਕੋਈ ਜੁਆਇਨ ਕੀਤਾ, ਓਕੇ ਵੇਟ ਬੇਟਾ, ਸਮਝ ਲੱਗਿਆ ਵਾਲਾ ਸਟੈਪ ਬੇਟਾ। Yes, sir. Yes, sir. ਓਕੇ, ਹੁਣ ਆਪਣੇ ਕੋਲ ਦੇਖੋ ਰਨ ਟਾਈਮ ਦੇ ਉੱਪਰ ਸਾਰੀਆਂ ਵੈਲਿਊ ਸਟੋਰ ਨਹੀਂ ਹੋਈਆਂ ਮੈਮਰੀ ਵਿੱਚ। ਕੰਪਾਈਲ ਟਾਈਮ ਦੇ ਵਿੱਚ ਕਿਸੇ ਦਾ ਸਾਰੀਆਂ ਵੈਲਿਊ ਐਟ ਅ ਟਾਈਮ ਸਟੋਰ ਹੋ ਜਾਂਦੀਆਂ ਸੀਗੀਆਂ। ਹੁਣ 1 ਬਾਈ 1 ਸਟੋਰ ਹੋ ਰਹੀ, ਜਿੱਦਾਂ ਆਪਣੇ ਕੋਲ ਵੈਲਿਊ ਨੂੰ ਆਪਾਂ ਇਨੀਸ਼ੀਅਲਾਈਜ਼ ਕਰ ਰਹੇ ਹਾਂ ਐਟ ਦਾ ਰਨ ਟਾਈਮ। ਆਫਟਰ ਦੈਟ ਹੁਣ ਉਸ ਤੋਂ ਬਾਅਦ ਕੰਟਰੋਲ ਬੇਟਾ ਕਿੱਥੇ ਜਾਏਗਾ, ਸ਼ਾਬਾਸ਼। Increment ਤੇ ਕਿਹੜੇ ਇਨਕਰੀਮੈਂਟ ਤੇ, sir, row ਵਾਲੇ ਤੇ। ਹਾਂ ਨੋ ਬੇਟਾ ਨੋ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਕਿ ਜਦੋਂ ਵੀ ਆਪਾਂ ਅੰਦਰ ਇੱਕ ਵਾਰੀ ਐਂਟਰ ਕਰ ਗਏ ਆ, ਪਹਿਲਾਂ ਇਨਰ ਲੂਪ ਖਤਮ ਹੋਏਗਾ। ਕਲੀਅਰ ਬੇਟਾ, Yes, sir. ਠੀਕ ਹੈ। ਇਨਰ ਲੂਪ ਖਤਮ ਹੋਏਗਾ, ਇਨਰ ਲੂਪ ਖਤਮ ਹੋਣ ਤੋਂ ਬਾਅਦ ਹੀ ਆਊਟਰ ਲੂਪ ਦੇ ਉੱਪਰ ਜਾਵਾਂਗੇ। ਦੈਟ ਮੀਨਸ ਆਪਣੇ ਕੋਲ ਨੈਕਸਟ ਕਿੱਥੇ ਜਾਏਗਾ, ਇਨਕਰੀਮੈਂਟ ਦੇ ਉੱਪਰ ਜਾਏਗਾ, ਇਨਰ ਲੂਪ ਦੇ ਉੱਪਰ। ਕਲੀਅਰ, Yes, sir. Yes, sir. ਠੀਕ ਹੈ। ਕਿਉਂਕਿ ਹੁਣ ਮੰਨ ਲਓ ਆਪਾਂ ਰੋ ਮੇਜਰ ਆਰਡਰ ਦੀ ਗੱਲ ਕਰ ਰਹੇ ਹਾਂ, ਤੇ ਨੈਕਸਟ ਵੈਲਿਊ ਆਪਣੀ ਕਿੱਥੇ ਹੋਣੀ ਚਾਹੀਦੀ ਹੈ, ਦਿਸ ਵਨ, ਇਸ ਲੈਵਲ ਦੇ ਉੱਪਰ। ਯੈਸ অর ਨੋ। Yes, sir. ਠੀਕ ਹੈ, ਉਸ ਕੇਸ ਵਿੱਚ ਰੋ ਦੀ ਵੈਲਿਊ 0 ਹੈ, ਲੇਕਿਨ ਕਾਲਮ ਦੀ ਵੈਲਿਊ ਕੀ ਆਪਣੇ ਕੋਲ 1 ਹੋਣੀ ਚਾਹੀਦੀ ਹੈ। ਕਲੀਅਰ, ਯੈਸ অর ਨੋ। Yes, sir. ਔਰ ਤੁਹਾਨੂੰ ਇਹ ਵੀ ਮੈਂ ਦੱਸ ਚੁੱਕਿਆ ਹਾਂ ਕਿ ਜਿਹੜਾ ਇਨਰ ਲੂਪ ਹੈ ਆਪਾਂ ਯੂਜ਼ ਕਰਾਂਗੇ ਜਦੋਂ ਆਪਾਂ ਕਾਲਮ ਦੀ ਵੈਲਿਊ ਚੇਂਜ ਕਰਨੀ ਹੈ। ਸੋ ਇਨਰ ਲੂਪ ਹਮੇਸ਼ਾ ਕਾਲਮ ਵਾਸਤੇ ਯੂਜ਼ ਕਰਾਂਗੇ, ਆਊਟਰ ਲੂਪ ਆਪਾਂ ਰੋ ਵਾਸਤੇ ਯੂਜ਼ ਕਰਾਂਗੇ। ਹੁਣ ਜੇ ਦੀ ਵੈਲਿਊ ਬੇਟਾ ਕਿੰਨੀ ਹੋ ਜਾਏਗੀ, ਪ੍ਰੀਵੀਅਸ ਵੈਲਿਊ 0 ਸੀਗੀ, ਹਾਂ ਪਲੱਸ ਪਲੱਸ ਦਾ ਮਤਲਬ ਕੀ ਹੁੰਦਾ, ਪ੍ਰੀਵੀਅਸ ਵੈਲਿਊ ਵਿੱਚ 1 ਕੀ ਹੋ ਜਾਏਗਾ, ਐਡ ਹੋ ਜਾਏਗਾ, ਇਨਕਰੀਮੈਂਟ ਹੋ ਜਾਏਗਾ। ਸੋ ਜੇ ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ ਬੇਟਾ, 1 ਹੋ ਗਈ। 1. ਕਲੀਅਰ। ਹੁਣ ਉਸ ਤੋਂ ਬਾਅਦ ਇਨਕਰੀਮੈਂਟ ਤੋਂ ਬਾਅਦ ਨੈਕਸਟ ਕਿੱਥੇ ਜਾਏਗਾ, ਟੈਸਟ ਕੰਡੀਸ਼ਨ ਦੇ ਉੱਪਰ ਦੁਬਾਰਾ ਜਾਏਗਾ। ਕਲੀਅਰ, Yes, sir. Yes, sir. ਠੀਕ ਹੈ। ਨਾਓ ਹੁਣ ਜੇ ਦੀ ਵੈਲਿਊ ਕਿੰਨੀ ਹੋ ਜਾਏਗੀ ਮੇਰੇ ਕੋਲ, ਸੌਰੀ ਹੁਣ ਦੇਖੋ ਜੇ ਦੀ ਵੈਲਿਊ 1 ਹੋ ਗਈ ਆ, ਇਹ ਟਰੂ ਹੋ ਜਾਏਗਾ ਆਪਣੇ ਕੋਲ, ਕਿਉਂਕਿ 1 ਇਜ਼ ਲੈਸ ਦੈਨ ਟਰੂ।
Yes, sir. ਠੀਕ ਹੈ, ਜਦੋਂ ਇਹ Yes, ਟਰੂ sir. ਹੋ ਗਿਆ ਤੇ ਦੁਬਾਰਾ ਫਿਰ ਆਪਾਂ ਲੂਪ ਦੇ ਅੰਦਰ ਐਂਟਰ ਕਰ ਗਏ। ਕਲੀਅਰ ਬੇਟਾ? Yes, sir. Yes. ਹੁਣ sir. ਦੱਸੋ i ਦੀ ਵੈਲਿਊ, Yes, sir. i ਦੀ ਵੈਲਿਊ ਕਿੰਨੀ ਹੈ, 0 ਦੀ j ਦੀ ਵੈਲਿਊ ਕਿੰਨੀ ਹੈ? I ਦੀ 1 J No. ਦੀ 1 ਨੋ ਬੇਟਾ, i ਦੀ 0 ਦੇਖੋ ਉੱਪਰ ਲਿਖਿਆ ਹੋਇਆ, i ਦੀ ਆਪਾਂ ਚੇਂਜ ਨਹੀਂ ਕੀਤੀ ਹਜੇ, i ਦੀ 0 ਹੀ ਰਹੇਗੀ ਹਜੇ। ਕਲੀਅਰ? Yes, sir. ਕਿਉਂਕਿ ਆਪਾਂ ਸਿਰਫ j ਦੀ ਵੈਲਿਊ ਚੇਂਜ ਕੀਤੀ, i ਦੀ ਤਾਂ 0 0 ਹੈਗੀ ਆ, ਉਹ ਤਾਂ ਆਪਾਂ ਚੇਂਜ ਨਹੀਂ ਕੀਤੀ। ਸੋ i ਦੀ ਵੈਲਿਊ 0 ਹੈ ਔਰ j ਦੀ ਵੈਲਿਊ ਕਿੰਨੀ ਹੈ, 1 ਹੈ। ਸੋ ਨੈਕਸਟ ਕੰਟਰੋਲ ਇਸ ਜਗ੍ਹਾ ਦੇ ਉੱਪਰ ਆਏਗਾ। ਸੋ i ਦੀ ਵੈਲਿਊ 0 ਹੋ ਜਾਏਗੀ ਔਰ j ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ, 1 ਹੋ ਗਈ। ਕਲੀਅਰ ਬੇਟਾ? Yes, sir. ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਵੀ ਇੰਟੀਜਰ ਵੈਲਿਊ ਟਾਈਪ ਕਰਕੇ ਐਂਟਰ ਮਾਰੋਗੇ, ਉਹ ਤੁਹਾਡੇ ਕੋਲ 0 1 ਦੇ ਉੱਪਰ ਸਟੋਰ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਗ੍ਰਾਫਿਕਲੀ ਇੱਥੇ ਆਪਣੇ ਕੋਲ 11 ਸਟੋਰ ਹੋ ਗਿਆ ਔਰ ਮੈਮਰੀ ਵਿੱਚ ਵੀ ਆਪਣੇ ਕੋਲ 0 1 ਤੇ ਕੀ ਹੋ ਗਿਆ, 11 ਸਟੋਰ ਹੋ ਗਿਆ। ਕਲੀਅਰ ਬੇਟਾ? Yes, sir. sir. ਸਮਝ ਲੱਗਦੀ ਵੀ ਸਾਰਿਆਂ ਨੂੰ? Yes, sir. Yes, ਓਕੇ, sir. ਹੁਣ ਕਿੱਥੇ ਜਾਵਾਂਗੇ ਆਪਾਂ? Sir, ਫਿਰ increment. increment ਤੇ ਇਨਰ ਤੇ ਆਊਟਰ ਦੇ? inner ਤੇ ਸ਼ਾਬਾਸ਼, ਵੈਰੀ ਗੁੱਡ। ਇਨਰ ਦੇ ਆਪਾਂ ਇਨਕਰੀਮੈਂਟ ਤੇ ਜਾਵਾਂਗੇ ਔਰ ਜੇ ਦੀ ਪ੍ਰੀਵੀਅਸ ਵੈਲਿਊ 1 ਸੀਗੀ, ਨਾਓ ਦਾ ਵੈਲਿਊ ਆਫ j ਵਿਲ ਵੀ ਕਿੰਨੀ ਹੋਏਗੀ, 2 2। ਸ਼ਾਬਾਸ਼। ਹੁਣ ਅਗੇਨ ਆਪਣੇ ਕੋਲ ਟੈਸਟ ਕੰਡੀਸ਼ਨ ਦੇ ਉੱਪਰ ਜਾਏਗਾ। ਹੁਣ ਕੰਡੀਸ਼ਨ ਟਰੂ ਹੋਏਗੀ ਕਿ ਫਾਲਸ ਹੋਏਗੀ? Equal to. false ਹੋਏਗੀ ਹਾਂ, ਕੰਡੀਸ਼ਨ ਕੀ ਹੋ ਗਈ, ਫਾਲਸ, ਕਿਉਂਕਿ ਜਿਹੜਾ 2 ਹੈ 2 ਦੇ ਲੈਸ ਨਹੀਂ ਹੈ, ਉਹਦੇ ਇਕੁਅਲ ਹੈ। ਬਟ ਆਪਾਂ ਸਟੇਟਮੈਂਟ ਦੇ ਵਿੱਚ ਕੀ ਲਿਖਿਆ, j ਇਜ਼ ਲੈਸ ਦੈਨ 2, 2 ਇਜ਼ ਨੈਵਰ ਲੈਸ ਦੈਨ 2, ਇਟ ਇਜ਼ ਇਕੁਅਲ ਟੂ 2। ਦੈਟ ਮੀਨਸ ਕੰਡੀਸ਼ਨ ਕੀ ਹੋ ਗਈ ਮੇਰੇ ਕੋਲ, ਫਾਲਸ ਹੋ ਗਈ। False. ਹੁਣ ਇਸ ਤੋਂ ਬਾਅਦ ਬੇਟਾ ਜਦੋਂ ਕੰਡੀਸ਼ਨ ਫਾਲਸ ਹੋ ਜਾਏਗੀ, ਆਪਣਾ ਇਨਰ ਲੂਪ ਖਤਮ ਹੋ ਗਿਆ। Yes, sir. Yes. ਠੀਕ ਹੈ, ਹੁਣ ਇਨਰ ਲੂਪ ਖਤਮ ਹੋ ਗਿਆ, ਹੁਣ ਕਿੱਥੇ ਜਾਏਗਾ, ਉਹ ਆਊਟਰ ਲੂਪ ਦੇ ਉੱਪਰ ਜਾਏਗਾ। ਕਲੀਅਰ? Yes, Yes. sir. ਠੀਕ ਹੈ, sir. ਆਊਟਰ ਲੂਪ ਦੇ ਕਿੱਥੇ ਜਾਏਗਾ, ਉਹ ਇਨਕਰੀਮੈਂਟ ਦੇ ਉੱਪਰ ਜਾਏਗਾ। ਕਲੀਅਰ? Yes, Yes, sir. sir. ਦੇਖੋ ਤੁਸੀਂ ਦੇਖ ਸਕਦੇ ਹੋ ਟੇਬਲ ਦੇ ਵਿੱਚ ਆਪਣੇ ਕੋਲ ਕਾਲਮ ਦੇ ਵੈਲਿਊ ਸਟੋਰ ਹੋ ਗਈਆਂ। ਹੁਣ ਆਪਾਂ ਕਿੱਥੇ ਵੀ ਸਟੋਰ ਕਰਨਾ, ਨੈਕਸਟ ਰੋ ਦੇ ਵਿੱਚ ਸਟੋਰ ਕਰਨਾ। ਦੈਟ ਮੀਨਸ ਆਪਾਂ ਰੋ ਚੇਂਜ ਕਰਨੀ ਆ। ਯੈਸ Yes, ਸਰ? sir. ਤੇ ਆਪਾਂ ਨੂੰ ਪਤਾ ਹੈ ਕਿ ਆਊਟਰ ਲੂਪ ਰੋ ਵਾਸਤੇ ਹੋਏਗਾ। ਕਿਉਂ ਕਿੱਥੇ ਚਲੇ ਗਏ ਆਪਾਂ, ਆਊਟਰ ਲੂਪ ਦੇ ਉੱਪਰ ਚਲੇ ਗਏ। ਨਾਓ i ਦੀ ਵੈਲਿਊ ਪ੍ਰੀਵੀਅਸ ਕਿੰਨੀ ਸੀ ਬੇਟਾ, 0 ਸੀਗੀ। Yes, sir. yes sir ਬੇਟਾ ਹੁਣ ਕਿੰਨੀ ਹੋ ਜਾਏਗੀ, 1 ਹੋ One. ਜਾਏਗੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੀ ਹੋਏਗਾ, ਉਹਦੀ ਕੰਡੀਸ਼ਨ ਦੁਬਾਰਾ ਚੈੱਕ ਕਰੇਗਾ। ਕਲੀਅਰ? Yes, sir. yes sir ਕੰਡੀਸ਼ਨ ਕੀ ਹੋ ਜਾਏਗੀ, ਟਰੂ। Yes, yes sir. sir ਟਰੂ ਹੋ ਗਈ, ਦੁਬਾਰਾ ਇਹਦੇ ਅੰਦਰ ਕੀ ਕਰ ਗਏ ਆਪਾਂ, ਇਹਦੇ ਅੰਦਰ ਐਂਟਰ ਕਰ ਗਏ। ਕਲੀਅਰ? Yes, sir. yes ਠੀਕ sir ਹੈ, ਹੁਣ ਇੱਥੇ ਦੁਬਾਰਾ ਗੱਲ ਯਾਦ ਰੱਖਣੀ ਹੈ ਕਿ ਜਦੋਂ ਦੁਬਾਰਾ ਆਪਣੇ ਕੋਲ ਇਨਰ ਲੂਪ ਚੱਲੇਗਾ, j ਦੀ ਵੈਲਿਊ ਪ੍ਰੀਵੀਅਸ ਮੰਨ ਲਓ ਆਪਣੇ ਕੋਲ 1 ਸੀਗੀ, ਜਦੋਂ ਦੁਬਾਰਾ j ਦੀ ਵੈਲਿਊ 0 ਕਰਾਂਗੇ ਤਾਂ ਪਿਛਲੀ ਵੈਲਿਊ ਕੀ ਓਵਰਰਾਈਟ ਹੋ ਜਾਏਗੀ। ਸੋ ਦੁਬਾਰਾ ਆਪਣੇ ਕੋਲ ਕਿੱਥੇ ਜਾਵਾਂਗੇ ਆਪਾਂ, ਇਸ ਜਗ੍ਹਾ ਤੇ ਦੁਬਾਰਾ j ਦੀ ਵੈਲਿਊ ਕਿੰਨੀ ਹੋ ਗਈ, ਆਪਣੇ ਕੋਲ 0 ਹੋ ਗਈ। ਕਲੀਅਰ? Yes, ਯੈਸ sir. ਸਰ? Yes, ਕਿਉਂਕਿ ਆਪਣੇ sir. ਕੋਲ ਰੋ ਚੇਂਜ ਹੈ, ਦੁਬਾਰਾ ਆਪਾਂ ਵੈਲਿਊ ਪਹਿਲੇ ਕਾਲਮ ਤੇ ਸਟੋਰ ਕਰਨੀ ਹੈ 0 ਤੇ, ਇਸ ਲਈ ਆਪਾਂ j ਦੀ ਵੈਲਿਊ ਦੁਬਾਰਾ ਹੀ ਕਰ ਦਿੱਤੀ, 0 ਕਰ ਦਿੱਤੀ। ਠੀਕ ਹੈ, ਆਟੋਮੈਟਿਕਲੀ ਉੱਥੇ ਆਪਾਂ ਕੋਡਿੰਗ ਲਿਖੀ, ਉਹਦੇ ਵੈਲਿਊ ਕੀ ਹੋਗੀ, j ਦੀ ਵੈਲਿਊ ਪ੍ਰੀਵੀਅਸ ਕੀ ਹੋ ਜਾਏਗੀ, ਓਵਰਰਾਈਟ ਹੋ ਜਾਏਗੀ। ਨਾਓ ਨੈਕਸਟ ਕਿੱਥੇ ਜਾਵਾਂਗੇ ਆਪਾਂ? ਹਾਂਜੀ, ਸ਼ਾਬਾਸ਼ ਬੇਟਾ। ਹਾਂ, scanner ਨੋ ਬੇਟਾ, ਪਹਿਲਾਂ ਆਪਾਂ ਕੰਡੀਸ਼ਨ ਚੈੱਕ ਕਰਾਂਗੇ। ਆਲਵੇਜ਼ ਕੀਪ ਇਨ ਮਾਈਂਡ ਇਨੀਸ਼ੀਅਲਾਈਜੇਸ਼ਨ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ, ਕੰਡੀਸ਼ਨ ਦੇ ਉੱਪਰ ਜਾਵਾਂਗੇ। ਕਲੀਅਰ? ਇਹ ਯਾਦ ਰੱਖਣਾ। yes sir ਠੀਕ ਹੈ, ਸੋ ਇਸ ਲਈ ਮੈਂ ਸਟੈਪ ਬਾਈ ਸਟੈਪ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਆਪਣੇ ਕੋਲ j ਦੀ ਵੈਲਿਊ 0 ਲੈ ਕੇ ਚੱਲ ਰਹੇ ਹਾਂ ਤੇ ਨੈਕਸਟ ਕੰਟਰੋਲ ਆਪਣੇ ਕੋਲ ਜਾਏਗਾ ਟੈਸਟ ਕੰਡੀਸ਼ਨ ਦੇ ਉੱਪਰ। ਠੀਕ ਹੈ, ਇਹ ਸਟੇਟਮੈਂਟ ਨੂੰ ਕੀ ਕਹਿੰਦੇ ਆਪਾਂ, ਟੈਸਟ ਕੰਡੀਸ਼ਨ ਕਹਿੰਦੇ ਆ। ਜਿਹੜੀ ਆਪਣੇ ਕੋਲ j ਪਲੱਸ ਉਹਨੂੰ ਆਪਾਂ ਇਨਕਰੀਮੈਂਟ ਕਹਿੰਦੇ ਆ। ਹੁਣ ਅਗੇਨ ਆਪਣੇ ਕੋਲ j ਟੈਸਟ ਹੋਏਗਾ। ਨਾਓ ਵੈਲਿਊ ਆਫ j ਇਜ਼ 0, ਕੰਡੀਸ਼ਨ ਟਰੂ ਹੋਏਗੀ ਕਿ ਫਾਲਸ ਹੋਏਗੀ, true ਹੋਏਗੀ ਟਰੂ ਹੋਏਗੀ ਤਾਂ ਦੈਟ ਮੀਨਸ ਆਪਾਂ ਇਹਦੇ ਅੰਦਰ ਐਂਟਰ ਕਰ ਸਕਦੇ ਹਾਂ। ਯੈਸ অর ਨੋ? Yes, sir. ਉਸ ਤੋਂ ਬਾਅਦ ਅਗੇਨ ਸਕੈਨ ਐਫ ਹੈ। ਉਸ ਤੋਂ ਬਾਅਦ ਕੰਟਰੋਲ ਕਿੱਥੇ ਜਾਏਗਾ, ਦਿਸ ਵਨ। ਨਾਓ ਯੂ ਟੈਲ ਮੀ ਵੈਲਿਊ ਆਫ i ਇਜ਼ 1. 1 ਔਰ ਵੈਲਿਊ ਆਫ j ਇਜ਼ 0। 0. ਕੀ ਬਣ ਗਿਆ ਆਪਣੇ ਕੋਲ, Also. LA10। ਕਲੀਅਰ? Yes, sir. Yes, sir. ਹੁਣ ਜਦੋਂ ਕੋਈ ਵੀ ਟਾਈਪ ਲੈ ਕੇ ਐਂਟਰ ਮਾਰੋਗੇ, ਉਹ ਕਿੱਥੇ ਸਟੋਰ ਹੋਏਗਾ, ਤੁਹਾਡੇ ਕੋਲ 10 ਦੇ ਉੱਪਰ ਸਟੋਰ ਹੋਏਗਾ। LA10 ਤੁਸੀਂ ਦੇਖ ਸਕਦੇ ਹੋ, LA10 ਤੇ ਕੀ ਹੋ ਗਿਆ, 87 ਮੈਮਰੀ ਵਿੱਚ ਕੀ ਹੋ ਗਿਆ, ਸਟੋਰ ਹੋ ਗਿਆ। ਕਲੀਅਰ ਬੇਟਾ? Yes, sir. Yes, ਤੇ ਦੇਖ sir. ਸਕਦੇ ਹੋ ਕਿ ਰਨ ਹੋ ਰਿਹਾ, ਐਕਚੁਅਲੀ ਕੀ ਹੋ ਰਿਹਾ, ਪ੍ਰੋਗਰਾਮ ਇਹ ਰਨ ਹੋ ਰਿਹਾ ਹੈ ਔਰ ਉਦੋਂ ਮੈਮਰੀ ਆਪਣੇ ਮੈਮਰੀ ਵਿੱਚ ਕੀ ਹੋ ਰਹੀ ਹੈ, ਇਨੀਸ਼ੀਅਲਾਈਜ਼ ਹੋ ਰਹੀ ਹੈ, ਸਟੋਰ ਹੋ ਰਹੀ ਹੈ। ਹੁਣ ਉਸ ਤੋਂ ਬਾਅਦ ਕਿੱਥੇ ਜਾਵਾਂਗੇ ਆਪਾਂ ਬੇਟਾ? ਹਾਂਜੀ। increment ਤੇ sir ਹਾਂ, ਸ਼ਾਬਾਸ਼। ਉਸ ਤੋਂ ਬਾਅਦ ਅਗੇਨ ਆਪਾਂ ਇੰਟਰਨਲ ਦੇ ਇਨਕਰੀਮੈਂਟ ਦੇ ਉੱਪਰ ਜਾਵਾਂਗੇ, ਕਿਉਂਕਿ ਆਪਾਂ ਰੋ ਸੇਮ ਹੈ ਬਟ ਆਪਾਂ ਕਾਲਮ ਚੇਂਜ ਕਰਨਾ ਹੈ। ਤੇ ਦੈਟ ਮੀਨਸ ਆਪਾਂ ਨੂੰ ਪਤਾ ਹੈ ਕਿ ਕਾਲਮ ਇੰਟਰਨਲ ਕਾਲਮ ਫॉर ਲੂਪ ਦੇ ਨਾਲ ਯੂਜ਼ ਚੇਂਜ ਹੋਏਗਾ। ਦੈਨ ਆਪਾਂ ਇੰਟਰਨਲ ਦੇ ਇਨਕਰੀਮੈਂਟ ਸਟੇਟਮੈਂਟ ਦੇ ਉੱਪਰ ਜਾਵਾਂਗੇ। ਸੋ j ਦੀ ਵੈਲਿਊ ਪ੍ਰੀਵੀਅਸ 0 ਸੀ, ਹੁਣ ਕਿੰਨੀ ਹੋ ਜਾਏਗੀ ਮੇਰੇ ਕੋਲ, 1। 1 ਕਲੀਅਰ? ਯੈਸ অর ਨੋ? yes sir ਠੀਕ ਹੈ, ਨਾਓ ਕੰਡੀਸ਼ਨ ਕੀ ਹੋ ਜਾਏਗੀ, ਫਿਰ ਦੁਬਾਰਾ ਫਿਰ ਦੁਬਾਰਾ ਕਿੱਥੇ ਜਾਏਗਾ, ਉਹ ਟੈਸਟ ਕੰਡੀਸ਼ਨ ਦੇ ਉੱਪਰ। ਕੰਡੀਸ਼ਨ ਕੀ ਹੋ ਜਾਏਗੀ ਮੇਰੇ ਕੋਲ, ਟਰੂ। True. ਕਲੀਅਰ ਬੇਟਾ? Yes, sir. ਠੀਕ yes ਹੈ, sir ਨਾਓ
ਟਰੂ ਹੋਣ ਤੋਂ ਬਾਅਦ ਦੁਬਾਰਾ ਐਂਟਰ ਕਰ ਜਾਾਂਗੇ, ਦੈਨ ਅਗੇਨ ਸਕੈਨਫ ਸਟੇਟਮੈਂਟ ਹੈ, ਫਿਰ ਐਗਜ਼ੀਕਿਊਟ ਹੋਏਗੀ LAIJ, I ਦੀ ਵੈਲਿਊ 1 ਹੈ ਔਰ J ਦੀ ਵੈਲਿਊ ਵੀ ਕਿੰਨੀ ਹੈ ਮੇਰੇ ਕੋਲ 1 ਹੈ। ਕਲੀਅਰ ਬੇਟਾ? Yes, sir. Yes. ਜੋ ਵੀ ਟਾਈਪ ਲਿਖ ਕੇ ਐਂਟਰ ਮਾਰੋਗੇ ਤੁਹਾਡੇ ਕੋਲ 1 1 ਦੇ ਉੱਪਰ ਕੀ ਹੋ ਜਾਏਗਾ, ਸਟੋਰ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਮੈਮਰੀ ਵਿੱਚ 1 1 ਤੇ ਕੀ ਹੋ ਗਿਆ, ਸਟੋਰ ਹੋ ਗਿਆ। ਬੇਟਾ ਕਲੀਅਰ ਹੋ ਗਿਆ? Yes, sir. ਠੀਕ। ਦੁਬਾਰਾ ਫਿਰ ਆਪਾਂ ਇਨਕਰੀਮੈਂਟ ਦੇ ਉੱਪਰ ਜਾਵਾਂਗੇ, ਠੀਕ ਹੈ, ਕਿਉਂਕਿ ਤਦ ਤੱਕ ਲੂਪ ਚੱਲੇਗਾ ਜਦ ਤੱਕ ਕਿ ਕੰਡੀਸ਼ਨ ਫਾਲਸ ਨਹੀਂ ਹੋ ਜਾਂਦੀ। ਨਾਓ ਵੈਲਿਊ ਜੇ ਕੀ ਹੋ ਜਾਏਗਾ 2, ਠੀਕ ਹੈ। ਜਦੋਂ 2 ਹੋ ਗਿਆ ਦੁਬਾਰਾ ਉਹਨੇ ਕੰਡੀਸ਼ਨ ਚੈੱਕ ਕੀਤੀ ਹੈ, ਇੱਥੇ ਕੀ ਹੋ ਜਾਏਗਾ ਮੇਰੇ ਕੋਲ ਫਾਲਸ ਹੋ ਜਾਏਗਾ, ਬਿਕੋਜ਼ 2 ਇਜ਼ ਨਾਟ ਲੈਸ ਦੈਨ 2। ਕਲੀਅਰ ਬੇਟਾ? Yes, sir. ਜਦੋਂ ਫਾਲਸ ਹੋ ਗਿਆ ਕਿੱਥੇ ਜਾਵਾਂਗੇ ਆਪਾਂ? ਹਾਂਜੀ ਬੇਟਾ ਕਿੱਥੇ ਜਾਵਾਂਗੇ? ਜਦੋਂ ਇਨਰ ਲੂਪ ਖਤਮ ਹੋ ਜਾਏਗਾ ਤਾਂ ਕਿੱਥੇ ਜਾਵਾਂਗੇ ਆਪਾਂ? Outer loop. ਹਾਂ, ਆਊਟਰ ਲੂਪ ਦੀ ਕਿਹੜੀ ਸਟੇਟਮੈਂਟ ਤੇ ਆਪਾਂ ਜਾਵਾਂਗੇ? ਹਾਂਜੀ ਬੇਟਾ ਕਿਹੜੀ ਸਟੇਟਮੈਂਟ ਤੇ ਜਾਵਾਂਗੇ? Sir, I equal to 0. ਨੋ ਬੇਟਾ, ਆਊਟਰ ਲੂਪ ਆਪਾਂ ਬੇਟਾ ਇਨਕਰੀਮੈਂਟ ਦੇ ਉੱਪਰ ਜਾਵਾਂਗੇ। ਕਲੀਅਰ? Yes, sir. ਠੀਕ ਹੈ। ਸੋ i ਦੇ ਇਨਕਰੀਮੈਂਟ ਦੇ ਉੱਪਰ ਜਾਵਾਂਗੇ। ਹੁਣ ਉੱਥੇ ਆਪਣੇ ਕੋਲ i ਦੀ ਪ੍ਰੀਵੀਅਸ ਵੈਲਿਊ 1 ਸੀਗੀ, ਤਾਂ ਉਸ ਤੋਂ ਬਾਅਦ i ਦੀ ਵੈਲਿਊ ਕਿੰਨੀ ਹੋ ਜਾਏਗੀ, ਆਪਣੇ ਕੋਲ 2 ਹੋ ਜਾਏਗੀ। ਕਲੀਅਰ? Yes, sir. Yes. ਸੋ ਕੰਡੀਸ਼ਨ ਇੱਥੇ ਕੀ ਹੋ ਜਾਏਗੀ ਮੇਰੇ ਕੋਲ, ਦੁਬਾਰਾ ਚੈੱਕ ਕਰਾਂਗੇ ਤੇ ਦੈਨ ਕੀ ਹੋ ਜਾਏਗਾ ਮੇਰੇ ਕੋਲ, ਫਾਲਸ ਹੋ ਜਾਏਗਾ। ਯੈਸ অর ਨੋ? ਕਿਉਂਕਿ ਆਪਣੇ ਕੋਲ i ਦੀ ਵੈਲਿਊ 2 ਹੈ, 2 ਇਜ਼ ਨਾਟ ਲੈਸ ਦੈਨ 2, ਉੱਥੇ ਕੀ ਹੋ ਗਿਆ, ਫਾਲਸ। ਜਦੋਂ ਫਾਲਸ ਹੋ ਗਿਆ ਤੇ ਇਹਦੇ ਅੰਦਰ ਆਪਾਂ ਐਂਟਰ ਨਹੀਂ ਕਰਾਂਗੇ। ਕਲੀਅਰ? Yes, sir. ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਦੇਖ ਸਕਦੇ ਹੋ ਕਿ ਆਪਣੇ ਕੋਲ ਜਿਹੜੀ ਵੈਲਿਊ ਹੈ ਉਹ ਐਰੇ ਦੇ ਵਿੱਚ ਇਸ ਤਰੀਕੇ ਨਾਲ ਸਟੋਰ ਹੋ ਜਾਏਗੀ। ਕਲੀਅਰ? Yes, sir. ਸਮਝ ਲੱਗੇ ਸਾਰਿਆਂ ਬੇਟਾ? Yes, sir. ਓਕੇ, ਹੁਣ ਤੁਹਾਨੂੰ ਇੱਕ ਕਨਫਿਊਜ਼ਨ ਆ ਰਹੀ ਸੀ ਕਿ ਕਿਹੜੀ ਚੀਜ਼ ਕਿੱਥੋਂ ਜਾਣੀ ਹੈ। ਪਹਿਲੀ ਗੱਲ ਤਾਂ ਧਿਆਨ ਨਾਲ ਸਮਝ ਲਓ, ਜਦੋਂ ਵੀ ਆਪਾਂ ਫॉर ਲੂਪ ਦਾ ਸਿੰਟੈਕਸ ਡਿਸਕਸ ਤੁਸੀਂ ਕਰ ਚੁੱਕੇ ਹੋ ਬੇਸਿਕਲੀ, ਫਿਰ ਵੀ ਸਮਝਾਉਣਾ ਹਾਂ। ਜਿਹੜੀ ਇਹ ਪਹਿਲੀ ਸਟੇਟਮੈਂਟ ਹੁੰਦੀ ਹੈ ਇਹਨੂੰ ਕਹਿੰਦੇ ਆਪਾਂ ਇਨੀਸ਼ੀਅਲਾਈਜੇਸ਼ਨ, ਇਹਨੂੰ ਕਹਿੰਦੇ ਆਪਾਂ ਟੈਸਟ ਕੰਡੀਸ਼ਨ, ਔਰ ਇਹਨੂੰ ਕੀ ਕਹਿੰਦੇ ਆਪਾਂ ਇਨਕਰੀਮੈਂਟ, ਜਾਂ ਆਪਾਂ ਡਿਕਰੀਮੈਂਟ ਵੀ ਲਗਾ ਸਕਦੇ ਹਾਂ। ਠੀਕ ਹੈ, ਪਲੱਸ ਪਲੱਸ ਵੀ ਲਗਾ ਸਕਦੇ ਹਾਂ, ਮਾਈਨਸ ਮਾਈਨਸ, ਉਹ ਡਿਪੈਂਡ ਕਰੇਗਾ ਕਿ ਤੁਸੀਂ ਕਿਸ ਤਰੀਕੇ ਨਾਲ ਆਊਟਪੁੱਟ ਨੂੰ ਚਾਹੁੰਦੇ ਹੋ, ਕਿਸ ਤਰੀਕੇ ਨਾਲ ਪ੍ਰੋਸੈਸਿੰਗ ਚਾਹੁੰਦੇ ਹੋ। ਕਲੀਅਰ ਬੇਟਾ? ਯੈਸ অর ਨੋ? Yes. Yes, sir. yes, sir. ਉਸ ਤੋਂ ਬਾਅਦ ਜਿਹੜੀ ਚੀਜ਼ ਧਿਆਨ ਰੱਖਣ ਵਾਲੀ ਹੈ, ਜਦੋਂ ਵੀ ਆਪਣੇ ਕੋਲ ਫॉर ਲੂਪ ਸਟਾਰਟ ਹੋਏਗਾ ਪਹਿਲਾਂ ਆਪਾਂ ਇਨੀਸ਼ੀਅਲਾਈਜੇਸ਼ਨ ਤੇ ਜਾਵਾਂਗੇ। ਕਲੀਅਰ ਬੇਟਾ? ਯੈਸ অর ਨੋ? Yes, sir. ਉਸ ਤੋਂ ਬਾਅਦ ਆਪਾਂ ਜਾਵਾਂਗੇ ਟੈਸਟ ਕੰਡੀਸ਼ਨ ਦੇ ਉੱਪਰ। ਕਲੀਅਰ ਬੇਟਾ? ਯੈਸ অর Yes, ਨੋ? sir. Yes, sir. ਉਸ ਤੋਂ ਬਾਅਦ ਇਹ 'ਤੇ ਡਿਪੈਂਡ ਕਰੇਗਾ ਕਿ ਕੀ ਇਹਦੇ ਅੰਦਰ ਆਪਾਂ ਐਂਟਰ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਅਗਰ ਸਟਾਰਟਿੰਗ ਵਿੱਚ ਹੀ ਫਾਲਸ ਹੋ ਜਾਏਗਾ ਤੇ ਦੈਨ ਇਹਦੇ ਅੰਦਰ ਆਪਾਂ ਐਂਟਰ ਨਹੀਂ ਕਰ ਸਕਦੇ। ਕਲੀਅਰ ਬੇਟਾ? Yes, sir. Yes. ਠੀਕ ਹੈ। ਅਗਰ ਇਹ ਟਰੂ ਹੋ ਜਾਂਦਾ ਹੈ ਤੇ ਦੈਨ ਇਹਦੇ ਅੰਦਰ ਕੀ ਕਰਾਂਗੇ, ਆਪਾਂ ਐਂਟਰ ਕਰਾਂਗੇ। ਕਲੀਅਰ ਬੇਟਾ? Yes, sir. Yes, sir. ਉਸ ਤੋਂ ਬਾਅਦ ਫॉर ਲੂਪ ਦੇ ਅੰਦਰ ਜਿਹੜੀਆਂ ਵੀ ਸਟੇਟਮੈਂਟ ਲਿਖੀਆਂ ਹੋਣਗੀਆਂ ਉਹ ਸਾਰੀਆਂ ਐਗਜ਼ੀਕਿਊਟ ਹੋਣਗੀਆਂ। ਕਲੀਅਰ? Yes, ਠੀਕ sir. ਹੈ। ਐਗਜ਼ੀਕਿਊਟ ਹੋਣ ਤੋਂ ਬਾਅਦ ਜਿਹੜਾ ਫॉर ਲੂਪ ਆ ਉਸ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ, ਫॉर ਲੂਪ ਦੇ ਆਪਾਂ ਇਨਕਰੀਮੈਂਟ ਸਟੇਟਮੈਂਟ ਦੇ ਉੱਪਰ ਜਾਵਾਂਗੇ। ਕਲੀਅਰ? Yes, sir. Yes, sir. ਉਸ ਤੋਂ ਬਾਅਦ ਇਨਕਰੀਮੈਂਟ ਤੋਂ ਬਾਅਦ ਦੁਬਾਰਾ ਫੇਰ ਕਿੱਥੇ ਜਾਵਾਂਗੇ, ਆਪਾਂ ਟੈਸਟ ਕੰਡੀਸ਼ਨ ਦੇ ਉੱਪਰ ਜਾਵਾਂਗੇ। ਕਲੀਅਰ? Yes, sir. ਠੀਕ ਹੈ। ਫੇਰ ਅਗੇਨ ਅਗਰ ਟਰੂ ਹੋਏਗਾ ਤਾਂ ਐਂਟਰ ਕਰ ਜਾਾਂਗੇ, ਅਗਰ ਫਾਲਸ ਹੋਏਗਾ ਤਾਂ ਆਪਾਂ ਐਂਟਰ ਨਹੀਂ ਕਰਾਂਗੇ। ਅਗਰ ਟਰੂ ਐਂਟਰ ਕਰ ਗਏ ਆ ਫੇਰ ਐਗਜ਼ੀਕਿਊਟ ਹੋਏਗਾ, ਦੁਬਾਰਾ ਫੇਰ ਕਿੱਥੇ ਜਾਵਾਂਗੇ, ਆਪਾਂ ਇਨਕਰੀਮੈਂਟ ਦੇ ਉੱਪਰ ਜਾਵਾਂਗੇ। ਠੀਕ ਹੈ। ਉਸ ਤੋਂ ਬਾਅਦ ਦੁਬਾਰਾ ਫੇਰ ਆਪਾਂ ਟੈਸਟ ਕੰਡੀਸ਼ਨ ਦੇ ਉੱਪਰ ਜਾਵਾਂਗੇ। ਸੋ ਇਨਕਰੀਮੈਂਟ ਔਰ ਟੈਸਟ ਕੰਡੀਸ਼ਨ ਚੱਲੇਗੀ, ਜਿਹੜੀ ਇਹ ਵਾਲੀ ਚੀਜ਼ ਹੈ ਇੱਕੋ ਵਾਰ ਚੱਲੇਗੀ ਜਦੋਂ ਲੂਪ ਸਟਾਰਟ ਕਰਾਂਗੇ। ਕਲੀਅਰ ਬੇਟਾ? ਯੈਸ অর ਨੋ? Yes, sir. ਇਸ ਲਈ ਕਨਫਿਊਜ਼ਨ ਨਹੀਂ ਰੱਖਣੀ ਹੈ ਕਿ ਇੱਥੋਂ ਦੁਬਾਰਾ ਆਪਾਂ ਦੁਬਾਰਾ ਕਦੇ ਵੀ ਆਪਾਂ ਸਟਾਰਟਿੰਗ ਇਨੀਸ਼ੀਅਲਾਈਜ਼ ਨਹੀਂ ਜਾਵਾਂਗੇ ਅਗਰ ਆਪਣਾ ਲੂਪ ਕੰਟੀਨਿਊ ਚੱਲ ਰਿਹਾ ਹੈ। ਸਮਝ ਗਏ ਸਾਰਿਆਂ ਨੂੰ? Yes, Yes, sir. sir. ਦਿਸ ਇਜ਼ ਨੋਨ ਐਜ਼ ਅ ਇਨੀਸ਼ੀਅਲਾਈਜੇਸ਼ਨ ਆਫ ਐਰੇ ਐਟ ਰਨ ਟਾਈਮ। ਠੀਕ ਹੈ, ਰਨ ਟਾਈਮ ਦੇ ਉੱਪਰ ਇਸ ਤਰੀਕੇ ਨਾਲ ਦੇਖ ਸਕਦੇ ਹੋ ਪ੍ਰੋਗਰਾਮ ਰਨ ਹੋ ਰਿਹਾ ਸੀ, ਉਦੋਂ ਮੈਮਰੀ ਵਿੱਚ ਵੈਲਿਊ ਸਟੋਰ ਹੋਈਆਂ। ਐਕਚੁਅਲੀ ਤੁਹਾਡਾ ਵੈਲਿਊ ਇਸ ਤਰੀਕੇ ਨਾਲ ਮੈਮਰੀ ਵਿੱਚ ਸਟੋਰ ਹੋਏਗੀ। ਇਹ ਉਹਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੋ ਗਈ। ਅਗਰ ਤੁਸੀਂ ਉਹਨੂੰ ਥੈਟੀਕਲੀ ਯੂਜ਼ ਕਰਨਾ ਹੈ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਅੰਡਰਸਟੈਂਡ ਕਰੋਗੇ। ਸੇਮ ਉਹੀ ਲਿਖਿਆ LA00, LA00 ਤੇ ਕੀ ਪਿਆ ਹੋਇਆ 50। ਠੀਕ ਹੈ। LA01 ਤੇ ਕੀ ਪਿਆ ਹੋਇਆ ਆਪਣੇ ਕੋਲ 11। ਠੀਕ ਹੈ। ਐਂਡ ਸਿਮਿਲਰਲੀ LA11 ਤੇ ਕੀ ਪਿਆ ਹੋਇਆ ਆਪਣੇ ਕੋਲ, ਦੈਟ ਇਜ਼ ਅ 43 ਐਂਡ ਸੋ ਔਨ। ਬੇਟਾ ਕਲੀਅਰ ਹੋ ਸਾਰਿਆਂ ਨੂੰ? Yes, sir. Yes, sir. ਓਕੇ। ਸੋ ਨੈਕਸਟ ਆਪਣੇ ਕੋਲ ਲਾਸਟ ਐਰਾ ਬਚ ਗਿਆ। ਹੁਣ ਐਰੇ ਦੇ ਵਿੱਚ ਵੈਲਿਊ ਸਟੋਰ ਕੀਤੀਆਂ ਹੈ, ਜਿਹੜੀ ਆਪਾਂ ਮੈਮਰੀ ਵਿੱਚ ਦੇਖ ਸਕਦੇ ਹੋ ਕਿ ਵੈਲਿਊ ਸਟੋਰ ਹੈਗੀਆਂ ਆ, ਉਹਨੂੰ ਆਪਾਂ ਅਸੈਸ ਕਰਨਾ। ਆਪਾਂ ਚੈੱਕ ਕਰਨਾ ਕਿ LA0 ਤੇ ਕੀ ਪਿਆ ਹੋਇਆ ਹੈ, ਸੌਰੀ 00 ਤੇ ਕੀ ਪਿਆ ਹੋਇਆ, 01 ਤੇ ਕੀ ਪਿਆ ਹੋਇਆ ਹੈ, 10 ਤੇ ਕੀ ਪਿਆ ਹੋਇਆ, ਐਜ਼ ਵੈਲ ਐਜ਼ 11 ਤੇ ਕੀ ਪਿਆ ਹੋਇਆ। ਸੋ ਸਿਮਿਲਰਲੀ ਜਿਸ ਤਰੀਕੇ ਨਾਲ ਐਰੇ ਦੇ ਵਿੱਚ ਆਪਾਂ ਵੈਲਿਊ ਸਟੋਰ ਕਰਦੇ ਸੀ ਦੋ ਤਰੀਕੇ ਨਾਲ, ਕੰਪਾਈਲ ਟਾਈਮ ਐਜ਼ ਵੈਲ ਰਨ ਟਾਈਮ ਦੇ ਉੱਪਰ, ਇਸੇ ਤਰੀਕੇ ਨਾਲ 2 ਡਾਈਮੈਂਸ਼ਨ ਐਰੇ ਅਗਰ ਵੈਲਿਊ ਅਸੈਸ ਕਰਨੀ ਹੈ ਤੇ ਦੋ ਤਰੀਕੇ ਨਾਲ ਅਸੈਸ ਕਰ ਸਕਦੇ ਹੋ, ਕੰਪਾਈਲ ਟਾਈਮ ਐਜ਼ ਵੈਲ ਐਜ਼ ਰਨ ਟਾਈਮ। ਪਹਿਲਾਂ ਆਪਾਂ ਦੇਖਾਂਗੇ ਬੇਟਾ ਕੰਪਾਈਲ ਟਾਈਮ ਤੇ ਕਿੱਦਾਂ ਕਰਦੇ ਹਾਂ।
ਦੈਟ ਮੀਨਸ ਆਪਣੇ ਕੋਲ ਵੈਲਿਊ ਸਟੋਰ ਹੈਗੀਆਂ ਆ, ਮੰਨ ਲਓ ਮੇਰੇ ਕੋਲ ਐਰੇ ਹੈ ਦਿਸ ਵਨ, ਔਰ ਇਹਦੇ ਵਿੱਚ ਆਪਣੇ ਕੋਲ ਇਹ ਵੈਲਿਊ ਸਟੋਰ ਹੈਗੀਆਂ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ, ਅਗਰ ਤੁਸੀਂ ਕੋਈ ਪਾਰਟਿਕੂਲਰ ਵੈਲਿਊ ਅਸੈਸ ਕਰਨੀ ਹੈ ਤੇ ਉਸ ਤਰੀਕੇ ਨਾਲ ਅਸੈਸ ਹੋਏਗੀ। ਮੰਨ ਲਓ ਤੁਸੀਂ x ਦੇ ਵਿੱਚ ਵੈਲਿਊ ਸਟੋਰ ਕਰਨੀ ਹੈ LA00 ਦੀ। ਕਲੀਅਰ? ਯੈਸ ਔਰ ਨੋ? Yes, sir. ਇਹਦੇ ਨਾਲ ਕੀ Yes, ਹੋਏਗਾ, ਪਾਰਟਿਕੂਲਰ ਜਿਹੜੀ ਵੈਲਿਊ ਹੈਗੀ ਆ, ਪਾਰਟਿਕੂਲਰ ਐਰੇ ਦੀ ਜਿਹੜੀ ਰੋ ਔਰ ਕਾਲਮ ਪੋਜੀਸ਼ਨ ਤੇ ਪਈ ਹੋਈ ਆ, ਉਹ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ ਐਟ ਦਾ ਕੰਪਾਈਲ ਟਾਈਮ ਤੇ। ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਜਿਹੜੀ ਵੈਲਿਊ ਹੈ ਇਹ ਵਾਲੀ ਵੈਲਿਊ ਚਾਹੀਦੀ ਹੈ, ਬਾਕੀਆਂ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ, ਤੇ ਦੈਨ ਡਾਇਰੈਕਟਲੀ ਤੁਸੀਂ ਉਹਦਾ ਰੋ ਨੰਬਰ ਐਜ਼ ਵੈਲ ਐਜ਼ ਆ ਕਾਲਮ ਨੰਬਰ ਲਿਖ ਲਓਗੇ, ਤੇ ਦੈਨ ਡਾਇਰੈਕਟਲੀ ਤੁਸੀਂ ਕੰਪਾਈਲ ਟਾਈਮ ਦੇ ਉੱਪਰ ਵੈਲਿਊ ਅਸੈਸ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ LA00 ਤੇ ਮੇਰੇ ਕੋਲ 50 ਪਿਆ ਹੋਇਆ ਸੀਗਾ, ਉਹ 50 ਕਿਹਨੂੰ ਅਸਾਈਨ ਹੋ ਗਿਆ, x ਨੂੰ ਅਸਾਈਨ ਹੋ ਗਿਆ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਸਿਮਿਲਰਲੀ ਹੁਣ ਮੈਂ ਇੱਕ ਹੋਰ ਐਗਜ਼ਾਮਪਲ ਲੈ ਲਈ ਹੈ, ਇੰਟੀਜਰ y ਡਿਕਲੇਅਰ ਕੀਤਾ ਹੈ। ਇੰਟੀਜਰ ਬੇਟਾ ਕਿਉਂ ਲਿਆ ਹੋਇਆ ਮੈਂ ਇੱਥੇ, y ਇੰਟੀਜਰ ਨੂੰ, y ਨੂੰ ਇੰਟੀਜਰ ਕਿਉਂ ਡਿਕਲੇਅਰ ਕੀਤਾ ਹੋਇਆ ਹੈ? ਕਿਉਂਕਿ ਮੇਰੇ ਕੋਲ ਜਿਹੜਾ ਐਰੇ ਹੈ ਉਹਦੇ ਵਿੱਚ ਡਾਟਾ ਕਿਹੜਾ ਹੈ, ਮੇਰੇ ਕੋਲ ਇੰਟੀਜਰ ਟਾਈਪ ਦਾ ਹੈ। ਯੈਸ ਔਰ ਨੋ? Yes, sir. ਕਿਉਂਕਿ ਇੰਟੀਜਰ ਵੈਲਿਊ ਸਟੋਰ ਕਰਨੀ ਹੈ ਤਾਂ ਆਪਾਂ ਨੂੰ ਇੰਟੀਜਰ ਵੇਰੀਏਬਲ ਚਾਹੀਦਾ ਹੈ। ਸੋ ਕੀ ਮੈਂ ਲਿਖਤਾ y LA11। ਸੋ LA11 ਤੇ ਕੀ ਹੋਇਆ, 43 ਪਿਆ ਹੋਇਆ ਹੈ। ਸੋ 43 ਆਪਣੇ ਕੋਲ ਮੈਮਰੀ ਵਿੱਚ ਜਾਏਗਾ, LA1 ਚੈੱਕ ਕਰੇਗਾ, ਉੱਥੇ ਕੀ ਪਿਆ 43, ਔਰ 43 ਤੁਹਾਨੂੰ ਕਿਹਨੂੰ, y ਨੂੰ ਕੀ ਕਰ ਦੇਗਾ, ਉਹ ਅਸਾਈਨ ਕਰ ਦੇਗਾ। ਕਲੀਅਰ ਬੇਟਾ? ਯੈਸ ਔਰ ਨੋ? Yes, sir. Sir. ਬਟ ਇਹਦੇ ਨਾਲ ਤੁਸੀਂ ਧਿਆਨ ਰੱਖੋ ਕਿ ਇਹਦੇ ਨਾਲ ਕੀ ਹੋਏਗਾ, ਤੁਸੀਂ ਇੱਕ ਪਾਰਟਿਕੂਲਰ ਵੈਲਿਊ ਅਸੈਸ ਕਰ ਸਕਦੇ ਹੋ। ਮੰਨ ਲਓ ਕਿ ਅਗਰ ਸਾਰੀਆਂ ਵੈਲਿਊ ਅਸੈਸ ਕਰਨੀਆਂ ਹੈ, ਠੀਕ ਹੈ, ਜਬ ਹੋ 1000 ਵੈਲਿਊ, 1000 ਤੋਂ 15-20 ਵੈਲਿਊ ਅਸੈਸ ਕਰਨੀ ਹੈ, ਅਗਰ ਤੁਸੀਂ ਇਸ ਤਰੀਕੇ ਨਾਲ ਸਟੇਟਮੈਂਟ ਲਿਖੋਗੇ ਤਾਂ ਕਾਫੀ ਕੰਪਲਿਕੇਟਿਡ ਹੋ ਜਾਏਗੀ। ਯੈਸ ਔਰ ਨੋ? ਜੇ ਸਾਰੀਆਂ ਵੈਲਿਊ ਅਸੈਸ ਕਰਨੀਆਂ, ਡੈਟ ਇਜ਼ ਵੈਰੀ ਕੰਪਲਿਕੇਟਿਡ, ਤੇ ਦੈਨ ਤੁਸੀਂ ਰਨ ਟਾਈਮ ਦੇ ਉੱਪਰ ਹੀ ਵੈਲਿਊ ਅਸੈਸ ਇਹਨੂੰ ਕਰ ਸਕਦੇ ਹੋ। ਇਹ ਕੀ ਹੋ ਗਿਆ ਆਪਣੇ ਕੋਲ ਕੰਪਾਈਲ ਟਾਈਮ ਦੇ ਉੱਪਰ, ਠੀਕ ਹੈ, ਡਾਇਰੈਕਟ ਤੁਸੀਂ ਰੋ ਔਰ ਕਾਲਮ ਦੀ ਵੈਲਿਊ ਦੋਗੇ, ਆਟੋਮੈਟਿਕ ਉਹਦੀ ਵੈਲਿਊ ਅਸੈਸ ਕਰ ਸਕਦੇ ਹੋ ਮੈਮਰੀ ਵਿੱਚੋਂ। ਬਟ ਜਦੋਂ ਆਪਾਂ ਕੰਪਾਈਲ ਰਨ ਟਾਈਮ ਦੇ ਉੱਪਰ ਕਰਾਂਗੇ, ਸਾਰੀਆਂ ਵੈਲਿਊਜ਼ ਆਪਾਂ 1 ਬਾਏ 1 ਐਟ ਦਾ ਸਿੰਗਲ ਕਲਿੱਕ ਦੇ ਉੱਪਰ ਸਾਰੀਆਂ ਵੈਲਿਊ ਅਸੈਸ ਕਰ ਸਕਦੇ ਹਾਂ। ਉਹਦੇ ਵਾਸਤੇ ਆਪਣੇ ਕੋਲ ਕੀ ਹੋਏਗਾ, ਦਿਸ ਵਨ ਅਗੇਨ, ਜਿੱਦਾਂ ਆਪਾਂ ਵੈਲਿਊ ਸਟੋਰ ਕੀਤੀਆਂ ਸੀਗੀਆਂ ਉੱਦਾਂ ਹੀ ਆਪਣੇ ਕੋਲ ਫॉर ਲੂਪ ਨੈਸਟਡ ਲੂਪ ਲੱਗੇਗਾ। ਮੈਂ ਦੁਬਾਰਾ ਰਿਪੀਟ ਕਰ ਰਿਹਾ ਬੇਟਾ, ਯਾਦ ਰੱਖਣਾ 2 ਡਾਇਮੈਂਸ਼ਨਸ ਐਰੇ ਦੇ ਵਿੱਚ ਆਪਣੇ ਕੋਲ ਨੈਸਟਡ ਲੂਪ ਲੱਗੇਗਾ, ਚਾਹੇ ਫॉर ਲੂਪ ਹੈ, ਚਾਹੇ ਡੂ ਵਾਈਲ ਹੈ, ਚਾਹੇ ਵਾਈਲ ਲੂਪ ਹੈ, ਆਲਵੇਜ਼ ਕੀਪ ਇਨ ਮਾਈਂਡ। ਠੀਕ ਹੈ, ਹੁਣ ਆਪਾਂ ਐਗਜ਼ਾਮਪਲ ਲਈ ਹੈ, ਉਹ ਸਿੰਪਲ ਸੇਮ ਐਗਜ਼ਾਮਪਲ ਲਈ ਹੈ ਜੋ ਆਪਾਂ ਇਨੀਸ਼ੀਅਲਾਈਜ਼ ਕੀਤਾ ਸੀਗਾ 2 into 2। ਸੋ ਇਹ ਆਪਣੇ ਕੋਲ ਬੇਟਾ ਉਹਦਾ ਇੱਕ ਸੇਮ ਉਹੀ ਪ੍ਰੋਗਰਾਮ ਹੈ। ਦੇਖੋ ਧਿਆਨ ਦੇ ਨਾਲ, ਜਿਹੜੀ ਮੈਂ ਤੁਹਾਨੂੰ ਇਨੀਸ਼ੀਅਲੀ ਦੇ ਦੇਣਾ, ਡਿਫਰੈਂਸ ਕਿੱਥੇ ਆ ਰਿਹਾ, डिफरेंस बाकी सारी चीज़ सेम है, आउटर लूप भी सेम है, इनर लूप भी सेम है, क्योंकि मान लो आप यही वैल्यू असैस करनी है, यही रोज़ है, यही अपने कोल कॉलम्स है। बट जो आप एंटर करते हैं वैल्यू स्टोर करते हैं, उत्थे आप स्कैन एफ यूज़ करते हैं, और नाल दी नाल एरे नाल आप एम्परसेंड यूज़ करांगे जो आप वैल्यू स्टोर करनी है। क्लीयर बेटा? यस और नो? Yes, sir. बट ਜਦੋਂ ਆਪਾਂ ਗੱਲ ਕਰਾਂਗੇ 2 ਡਾਇਮੈਂਸ਼ਨਸ ਐਰੇ ਦੀ, ਸੇਰੀ ਚੀਜ਼ ਹੋਏਗੀ, ਸਕੈਨ ਐਫ ਦੀ ਜਗ੍ਹਾ ਤੇ ਕੀ ਲੱਗ ਜਾਏਗਾ, ਮੇਰੇ ਕੋਲ ਪ੍ਰਿੰਟ ਐਫ ਲੱਗ ਜਾਏਗਾ। ਕਲੀਅਰ ਬੇਟਾ? यस सर। ठीक है, Yes, sir. और उत्थे आप एम्परसेंड साइन नहीं लगावांगे जो ਉਹਦੀ वैल्यूज आप असैस करनी है। सो लेट्स सी किस तरीके नाल ये काम करता है। सेम उस तरीके नाल काम करेगा, आप जल्दी जल्दी कर लांगे ताकि वेस्टेज ऑफ टाइम ना होवे। सो स्टार्टिंग आई दी वैल्यू 0 है, दैन बेटा हम शाबाश दसो नेक्स्ट कंट्रोल कितने जाएगा, हरी अप। Test condition. वेरी गुड, दैट इज आउटर दी टेस्ट कंडीशन ते। नाउ वैल्यू ऑफ आई इज 0, कंडीशन की हो जाएगी True. ट्रू, True. दैट मीन ਇਹਦੇ ਅੰਦਰ ਕੀ ਕਰ ਗਏ True ਆਪਾਂ, ਹੈ। ਹਾਂ ਐਂਟਰ ਕਰ ਗਏ। ਕਲੀਅਰ ਬੇਟਾ? यस सर। ਹੁਣ sir. ਆਪਾਂ ਜਾਵਾਂਗੇ ਨੈਕਸਟ ਕਿਹੜਾ ਲਿਖਿਆ, ਫॉर ਲੂਪ ਹੈ। ਨਾउ ਕਿੱਥੇ ਜਾਵਾਂਗੇ, ਪਹਿਲਾਂ ਇਨੀਸ਼ੀਅਲਾਈਜੇਸ਼ਨ ਤੇ ਜੇ ਦੀ ਵੈਲਿਊ ਕਿੰਨੀ ਹੋ ਗਈ 0। 0. ਠੀਕ ਹੈ, ਉਸ ਤੋਂ ਬਾਅਦ ਕਿੱਥੇ ਜਾਵਾਂਗੇ ਆਪਾਂ, ਟੈਸਟ ਕੰਡੀਸ਼ਨ ਦੇ ਉੱਪਰ। ਟੈਸਟ ਕੰਡੀਸ਼ਨ ਦੇ ਉੱਪਰ ਵੈਲਿਊ ਆਫ ਜੇ ਇਜ਼ 0, ਕੰਡੀਸ਼ਨ ਕੀ ਹੋ ਜਾਏਗੀ True. ਟਰੂ। ट्रू। ट्रू हो गई, अंदर आप एंटर कर गए हैं। नाउ वैल्यू ऑफ आई एंड वैल्यू ऑफ जे इज की हो गया अपने को 0 0। क्लियर? Yes. ठीक है, सो कंट्रोल कितने आ जाएगा अपने को, इस जगह के ऊपर की बन जाएगा अपने को LA00, बिकॉज वैल्यू ऑफ आई इज 0, वैल्यू ऑफ जे इज 0। क्लियर बेटा? यस और नो? Yes, sir. देन की करेगा, कंपाइलर कितने जाएगा, मैमरी में जाएगा और चेक करेगा LA00 कितने पिया होया, ਉਹਨੂੰ ਮਿਲ ਗਿਆ LA00। ਯੈਸ ਔਰ Yes, ਨੋ? sir. ਉੱਥੇ ਕੀ ਪਿਆ, ਉੱਥੇ ਕੀ ਪਿਆ, ਉਹਨੂੰ 50 ਪਿਆ ਹੋਇਆ, ਤੇ ਦੈਨ ਕੀ ਹੋਇਆ, ਸਾਨੂੰ ਉਹ 50 ਕਰ ਦੇਗਾ। ਲਓ ਜੀ ਭਾਈ 50 ਮਿਲ ਗਿਆ। ਕਲੀਅਰ? Yes, sir. ਠੀਕ ਹੈ, ਮੈਮਰੀ ਵਿੱਚ ਸਟੋਰ ਸੀਗਾ, ਇਹਨੂੰ ਕਹਿੰਦੇ ਆਪਾਂ ਅਸੈਸਿੰਗ ਦਾ ਵੈਲਿਊ। ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ LA ਮੈਂ ਉੱਪਰ ਨਾਲ ਦੀ ਨਾਲ ਲਿਖ ਰਿਹਾ ਹਾਂ, ਦਿਸ ਵਨ LA ਕੀ ਹੋ ਗਿਆ 0050। ਹੁਣ ਨੈਕਸਟ ਕਿੱਥੇ ਜਾਏਗਾ ਬੇਟਾ, ਸ਼ਾਬਾਸ਼। Sir, ਨੈਕਸਟ increment. इंक्रीमेंट होएगा, आई Inner विल बी वाले पे. इक्वल टू 1। आई दे जे ते बेटा ध्यान ना,
ਸਰ ਜੇ ਤੇ ਆਉਣਾ। ਹਾਂ ਪਹਿਲਾਂ ਬੇਟਾ ਜਿਹੜਾ ਇੰਟਰਨਲ ਲੂਪ ਹੈ ਉਹ ਖਤਮ ਹੋਏਗਾ, ਕਿੱਥੇ ਜਾਵਾਂਗੇ ਆਪਾਂ ਜੇ ਦੇ ਉੱਪਰ ਜਾਵਾਂਗੇ। ਕਲੀਅਰ ਬੇਟਾ? ਯੈਸ ਸਰ। ਠੀਕ ਹੈ, ਆਈ ਤੇ ਨਹੀਂ ਜਾਣਾ ਕਿਉਂਕਿ ਜਦ ਤੱਕ ਇਨਰ ਲੂਪ ਖਤਮ ਨਹੀਂ ਹੋਏਗਾ ਤਦ ਤੱਕ ਆਊਟਰ ਲੂਪ ਦੇ ਉੱਪਰ ਨਹੀਂ ਜਾਵਾਂਗੇ। ਨਾਓ ਵੈਲਿਊ ਆਫ ਜੇ ਕੀ ਹੋਗੀ ਆਪਣੇ ਕੋਲ 1, ਪਹਿਲਾਂ 0 ਸੀ ਹੁਣ ਕਿੰਨੀ ਹੋ ਗਈ ਮੇਰੇ ਕੋਲ 1, ਟਰੂ ਹੋ ਜਾਏਗਾ ਜੀ। ਠੀਕ ਹੈ, Yes, yes, ਉਸ ਤੋਂ ਬਾਅਦ ਆਪਣੇ ਕੋਲ ਟੈਸਟ ਕੰਡੀਸ਼ਨ ਦੇ ਉੱਪਰ ਜਾਏਗਾ, ਟਰੂ ਹੋ ਗਿਆ। ਦੈਨ ਅਗੇਨ ਵੈਲਿਊ ਆਫ i ਇਜ਼ 0, ਵੈਲਿਊ ਆਫ j ਇਜ਼ 1, ਯੈਸ ਔਰ ਨੋ? ਯੈਸ ਸਰ। ਸੋ ਕੀ ਬਣ ਗਿਆ ਮੇਰੇ ਕੋਲ LA01। ਸੋ ਕੰਪਾਈਲਰ ਜਾਏਗਾ ਦੇਖੇਗਾ ਕਿ LA01 ਕਿੱਥੇ ਹੈ ਸੈੱਲ ਦਾ, ਠੀਕ ਹੈ, ਉੱਥੇ ਕੀ ਪਿਆ ਹੋਇਆ 11 ਪਿਆ ਹੋਇਆ ਹੈ, ਦੈਨ ਉਹ 11 ਨੂੰ ਕੀ ਕਰ ਦੇਗਾ ਡਿਸਪਲੇ ਕਰ ਦੇਗਾ। ਕਲੀਅਰ? ਯੈਸ ਸਰ। ਤੁਸੀਂ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਮੈਂ ਉੱਪਰ ਡਿਸਪਲੇ ਵੀ ਕਰ ਰਿਹਾ ਦਿਸ ਵਨ। ਯੈਸ ਸਰ। ਨੈਕਸਟ ਕਿੱਥੇ ਜਾਵਾਂਗੇ ਬੇਟਾ? ਸ਼ਾਬਾਸ਼ ਸ਼ਰੀਆ, ਸਰ ਇੰਕਰੀਮੈਂਟ ਤੇ। ਵੈਰੀ ਗੁੱਡ। ਦੈਟ ਵੀ ਜੇ ਦੇ ਇੰਕਰੀਮੈਂਟ ਤੇ ਜਾਵਾਂਗੇ, ਜੇ ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ 2। ਕਲੀਅਰ ਬੇਟਾ? Yes, ਯੈਸ sir. ਸਰ। ਠੀਕ ਹੈ, ਹੁਣ ਕੀ ਹੋ ਜਾਏਗਾ ਇਹ ਅਗੇਨ ਟੈਸਟ ਕੰਡੀਸ਼ਨ False. ਚੈੱਕ ਹੋਏਗੀ, ਦੈਟ ਇਜ਼ ਹੋ ਜਾਏਗਾ ਫਾਲਸ। ਅਗਰ ਫਾਲਸ ਹੋ ਗਿਆ ਤੇ ਇਹਦੇ ਅੰਦਰ ਆਪਾਂ ਐਂਟਰ ਨਹੀਂ ਕਰਾਂਗੇ। ਹੁਣ ਦੁਬਾਰਾ ਕਿੱਥੇ ਜਾਵਾਂਗੇ ਆਪਾਂ? ਆਊਟਰ ਦੇ ਇਨਕਰੀਮੈਂਟ ਸਟੇਟਮੈਂਟ ਦੇ ਉੱਪਰ ਜਾਵਾਂਗੇ। ਕਲੀਅਰ ਬੇਟਾ? ਯੈਸ ਸਰ। ਠੀਕ ਹੈ, ਜਿਹੜੇ ਬੇਟਾ ਸਟਾਰਟਿੰਗ ਕਹਿੰਦੇ ਆਈ ਤੇ ਨਹੀਂ ਜਾਣਾ, ਆਈ ਤੇ ਉਦੋਂ ਜਾਵਾਂਗੇ ਜਦੋਂ ਆਪਣੇ ਕੋਲ ਇਨਰ ਲੂਪ ਫਾਲਸ ਹੋ ਜਾਏਗਾ। ਹੁਣ ਆਈ ਦੀ ਵੈਲਿਊ ਪ੍ਰੀਵੀਅਸ 0 ਸੀ, ਹੁਣ ਕਿੰਨੀ ਹੋ ਗਈ ਮੇਰੇ ਕੋਲ 1। 1 ਫਿਰ ਆਪਣੇ ਕੋਲ ਟੈਸਟ ਕੰਡੀਸ਼ਨ ਤੇ ਜਾਵਾਂਗੇ, ਕੰਡੀਸ਼ਨ ਕੀ ਹੋ ਗਈ ਟਰੂ। ਟਰੂ। ਠੀਕ ਹੈ, ਦੁਬਾਰਾ ਐਂਟਰ ਕਰ ਗਏ ਆ, ਅਗੇਨ ਜੇ ਦੀ ਵੈਲਿਊ ਕਿੰਨੀ ਹੋ ਜਾਏਗੀ ਆਪਣੇ ਕੋਲ 0, Zero. ਕਿਉਂਕਿ ਪ੍ਰੀਵੀਅਸ ਵੈਲਿਊ ਨੂੰ ਓਵਰਰਾਈਟ ਕਰ ਦੇਗਾ। ਫਿਰ ਟੈਸਟ ਕੰਡੀਸ਼ਨ ਤੇ ਜਾਵਾਂਗੇ, ਜੇ ਦੀ ਵੈਲਿਊ 0 ਹੈ, ਟੈਸਟ ਕੰਡੀਸ਼ਨ ਤੇ True ਜਾਏ, ਹੋ ਜਾਏਗਾ। ਕੰਡੀਸ਼ਨ ਕੀ ਹੋ ਗਈ ਟਰੂ। ਦੈਟ ਮੀਨਸ ਕੀ ਹੋ ਗਿਆ ਹੁਣ i ਦੀ ਵੈਲਿਊ ਕਿੰਨੀ ਹੋ ਗਈ, ਐਂਟਰ ਕਰ ਗਏ ਆ, i ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ ਬੇਟਾ 1 ਜੇ ਦੀ ਵੈਲਿਊ 0। 0। ਠੀਕ ਹੈ, ਨਾਓ ਕੰਪਾਈਲਰ ਕਿੱਥੇ ਜਾਏਗਾ ਆਪਣੇ ਕੋਲ ਮੈਮਰੀ ਜਿਹੜੀ ਐਲੋਕੇਟ ਕੀਤੀ ਐਰੋ ਨੂੰ ਉੱਥੇ ਜਾਏਗਾ ਔਰ ਦੇਖੇਗਾ 1 0 ਤੇ ਕੀ ਪਿਆ ਹੋਇਆ 87 ਔਰ 87 ਕੀ ਕਰ ਦੇਗਾ ਉਹ ਡਿਸਪਲੇ ਕਰ ਦੇਗਾ। ਪ੍ਰਿੰਟ। ਕਲੀਅਰ ਬੇਟਾ? Yes, sir. ਦੁਬਾਰਾ ਫਿਰ ਕਿੱਥੇ ਜਾਵਾਂਗੇ ਆਪਾਂ? ਜੇ ਦੇ ਇਨਕਰੀਮੈਂਟ ਤੇ, ਤੇ। ਜੇ ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ 1। ਫਿਰ ਟੈਸਟ ਕੰਡੀਸ਼ਨ ਤੇ ਜਾਵਾਂਗੇ, ਕੰਡੀਸ਼ਨ ਕੀ ਹੋ ਜਾਏਗੀ ਸੌਰੀ ਕੰਡੀਸ਼ਨ ਕੀ ਹੋ ਜਾਏਗੀ ਟਰੂ। ਦੁਬਾਰਾ ਅੰਦਰ ਐਂਟਰ ਕਰ ਗਏ ਆ, ਉਸ ਤੋਂ ਬਾਅਦ ਕੰਟਰੋਲ ਕਿੱਥੇ ਜਾਏਗਾ LAIJ ਦੇ ਉੱਪਰ। ਹੁਣ ਕੀ ਕਹਿ ਰਹੇ ਹੋ ਪ੍ਰਿੰਟ ਐਫ, ਪ੍ਰਿੰਟ ਐਫ ਦਾ ਮਤਲਬ ਕੀ ਹੋਏਗਾ ਕਿ ਚੀਜ਼ ਜੋ ਵੀ ਇਸ ਜਗ੍ਹਾ ਦੇ ਉੱਪਰ ਚੀਜ਼ ਪਈ ਹੋਈ ਹੈ ਉਹਨੂੰ ਕੀ ਕਰਦੇ ਡਿਸਪਲੇ ਕਰਾ ਦੇ। ਉਹਦੇ ਵਾਸਤੇ ਕੀ ਯੂਜ਼ ਕਰਦੇ ਆਪਾਂ? ਪ੍ਰਿੰਟ ਐਫ ਕਮਾਂਡ ਯੂਜ਼ ਕਰਦੇ ਆ। ਸੋ ਵੈਲਿਊ ਆਫ i ਇਜ਼ 1, ਵੈਲਿਊ ਆਫ j ਇਜ਼ ਆਲਸੋ 1। ਨਾਓ ਕੰਪਾਈਲਰ ਕੀ ਜਾਏਗਾ, ਜਿਹੜੀ ਐਰੇ ਨੂੰ ਮੈਮਰੀ ਐਲੋਕੇਟ ਕੀਤੀ ਗਈ ਆ ਉਹ ਦੇਖੇਗਾ ਕਿ ਸੈੱਲ ਦਾ 1 ਕਿੱਥੇ ਪਿਆ ਹੋਇਆ, ਉੱਥੇ ਕੀ ਪਿਆ ਹੈ ਮੇਰੇ ਕੋਲ 43 ਪਿਆ ਹੋਇਆ। 43 ਕੀ ਕਰ ਦੇਗਾ ਬੇਟਾ ਡਿਸਪਲੇ ਕਰ ਦੇਗਾ। ਕਲੀਅਰ? ਯੈਸ ਸਰ। ਠੀਕ ਹੈ, ਇਹ ਮਤਲਬ ਇਹ ਨਹੀਂ ਹੈ ਕਿ ਡਿਸਪਲੇ ਕਰ ਦੇਗਾ, ਖਤਮ ਨਹੀਂ ਹੋਏਗਾ ਜਦ ਤੱਕ ਇਹ ਚੀਜ਼ ਫਾਲਸ ਨਹੀਂ ਹੋ ਜਾਂਦੀ ਤਦ ਤੱਕ ਲੂਪ ਚੱਲਦਾ ਰਹੇਗਾ। ਦੁਬਾਰਾ J++ ਤੇ ਗਏ, J ਦੀ ਵੈਲਿਊ ਪਹਿਲਾਂ 1 ਸੀ, ਹੁਣ ਕਿੰਨੀ ਹੋ ਗਈ ਮੇਰੇ ਕੋਲ 2। ਕਲੀਅਰ? ਹੁਣ ਕੀ ਹੋ ਗਿਆ ਇਹ ਮੇਰੇ ਕੋਲ ਫਾਲਸ ਹੋ ਜਾਏਗਾ। ਅਗਰ ਫਾਲਸ ਹੋ ਗਿਆ ਤੇ ਦੈਟ ਮੀਨਸ ਇਹਦੇ ਅੰਦਰ ਆਪਾਂ ਐਂਟਰ ਨਹੀਂ ਕਰਾਂਗੇ। ਦੈਨ ਆਪਾਂ ਕਿੱਥੇ ਜਾਵਾਂਗੇ? ਆਊਟਰ ਦੇ ਇਨਕਰੀਮੈਂਟ ਦੇ ਉੱਪਰ ਜਾਵਾਂਗੇ। ਠੀਕ ਹੈ, ਨਾਓ ਅਗੇਨ i ਦੀ ਵੈਲਿਊ ਕਿੰਨੀ ਹੋ ਜਾਏਗੀ ਮੇਰੇ ਕੋਲ 2। ਫਿਰ ਟੈਸਟ ਕੰਡੀਸ਼ਨ ਚੈੱਕ ਹੋਏਗੀ, ਉਸ ਤੋਂ ਬਾਅਦ ਕੀ ਹੋ ਜਾਏਗਾ ਫਾਲਸ ਹੋ ਜਾਏਗਾ। ਅਗਰ ਫਾਲਸ ਹੋ ਗਿਆ ਤੇ ਇਹਦੇ ਅੰਦਰ ਦੁਬਾਰਾ ਆਪਾਂ ਐਂਟਰ ਨਹੀਂ ਕਰਾਂਗੇ। ਠੀਕ ਹੈ, ਦੈਟ ਮੀਨਸ ਕੀ ਹੋ ਗਿਆ ਐਰੇ ਦੇ ਵਿੱਚ ਜਿੰਨੇ ਐਲੀਮੈਂਟ ਸੀਗੇ ਉਹ ਕੀ ਕਰ ਲਏ ਆਪਾਂ ਡਿਸਪਲੇ ਕਰਾ ਲਏ। ਬੇਟਾ ਕਲੀਅਰ ਹੋ ਗਿਆ ਸਾਰਿਆਂ ਨੂੰ? Yes, sir. ਕਿਸੇ ਨੂੰ ਕੋਈ ਡਾਊਟ? No, sir. ਠੀਕ ਹੈ, ਸੋ ਡਿਫਰੈਂਸ ਕਿੰਨਾ ਹੋ ਗਿਆ? ਜਦੋਂ ਆਪਾਂ ਵੈਲਿਊ ਰਨ ਟਾਈਮ ਦੇ ਉੱਪਰ ਐਂਟਰ ਕਰਨੀਆਂ ਹੈ ਪ੍ਰਿੰਟ ਐਫ ਦੀ ਜਗ੍ਹਾ ਤੇ ਆਪਾਂ ਸਕੈਨ ਐਫ ਲਗਾ ਦਾਂਗੇ ਔਰ ਆਪਾਂ ਇੱਥੇ ਐਮਪਰਸੈਂਟ ਲਗਾਵਾਂਗੇ। ਜਦੋਂ ਆਪਾਂ ਡਿਸਪਲੇ ਕਰਨੀ ਹੈ ਲੂਪ ਬੇਟਾ ਉਹੀ ਰਹੇਗਾ, ਜਸਟ ਆਪਾਂ ਸਕੈਨ ਐਫ ਦੀ ਜਗ੍ਹਾ ਤੇ ਪ੍ਰਿੰਟ ਐਫ ਆ ਜਾਏਗਾ ਔਰ ਇੱਥੇ ਆਪਣੇ ਕੋਲ ਕੀ ਆ ਜਾਏਗਾ ਐਮਪਰਸੈਂਟ ਕੱਟ ਹੋ ਜਾਏਗਾ, ਬਾਕੀ ਸਾਰਾ ਸੇਮ ਰਹੇਗਾ। ਬੇਟਾ ਕਲੀਅਰ ਹੋ ਗਿਆ ਸਾਰਿਆਂ ਨੂੰ? Yes, yes, sir. sir. ਕੋਈ ਡਾਊਟ ਇਹਦੇ ਵਿੱਚ ਬੇਟਾ? No, sir. No, sir. ਈਜ਼ੀ ਹੈ? ਨੋ ਸਰ। Yes, sir. ਯੈਸ ਸਰ। ਓਕੇ, ਸੋ ਅੱਜ ਦਾ ਸੈਸ਼ਨ ਆਪਾਂ ਬੇਟਾ ਇੱਥੇ ਹੀ ਸਟਾਪ ਕਰਦੇ ਹਾਂ। ਠੀਕ ਹੈ, ਅੱਜ ਆਪਾਂ ਦੇਖ ਲਿਆ ਹੈ ਕਿ 2 ਡਿਮੈਂਸ਼ਨਸ ਐਰੇ ਦੇ ਵਿੱਚ ਆਪਾਂ ਵੈਲਿਊਜ਼ ਕਿੱਦਾਂ 2 ਡਿਮੈਂਸ਼ਨ ਡਿਕਲੇਅਰ ਕਰਦੇ ਹਾਂ, ਕਿਸ ਤਰੀਕੇ ਨਾਲ ਉਹਨੂੰ ਆਪਾਂ ਇਨੀਸ਼ੀਅਲਾਈਜ਼ ਕਰਦੇ ਹਾਂ ਔਰ ਕਿਸ ਤਰੀਕੇ ਨਾਲ ਵੈਲਿਊ ਜਿਹੜੀਆਂ ਆਪਾਂ ਸਟੋਰ ਕੀਤੀਆਂ ਉਹਨੂੰ ਆਪਾਂ ਅਸੈਸ ਕਰਦੇ ਹਾਂ। ਠੀਕ ਹੈ, ਸੋ ਤੁਸੀਂ 1 ਡਿਮੈਂਸ਼ਨਸ ਐਰੇ ਜਿਹੜਾ ਹੈ ਆਪਾਂ ਅਗਰ ਕੰਪੇਅਰ ਕਰਨਾ ਚਾਹੀਏ ਤਾਂ ਆਪਾਂ ਕਰ ਸਕਦੇ ਹਾਂ। ਆਪਾਂ ਬੇਸਿਕਲੀ ਇਹ ਕਰ ਚੁੱਕੇ ਹਾਂ। ਅਗਰ ਮੈਂ ਇਹੀ ਚੀਜ਼ ਨੂੰ 1 ਡਿਮੈਂਸ਼ਨ ਨਾਲ ਕੰਪੇਅਰ ਕਰਾਂ ਤੁਸੀਂ ਦੇਖ ਸਕਦੇ ਹੋ ਕਿ 1 ਡਿਮੈਂਸ਼ਨ ਦੇ ਵਿੱਚ ਸਿੰਗਲ ਲੂਪ ਸੀਗਾ, ਕੰਮ ਉਦੋਂ ਹੀ ਚੱਲੇਗਾ। ਯੈਸ ਔਰ ਨੋ? ਬਟ ਇਹਦੇ ਵਿੱਚ ਕੀ ਸਿੰਗਲ ਲੂਪ ਸੀਗਾ, ਉਹਦੇ ਵਿੱਚ ਕੀ ਹੋ ਗਿਆ ਆਪਣੇ ਕੋਲ ਨੈਸਟਡ ਲੂਪ ਹੋ ਗਿਆ। ਡਬਲ। ਠੀਕ ਹੈ, ਬਾਕੀ ਉਹਦੇ ਕੰਮ ਕਰਨਾ ਹੈ ਬੇਸਿਕ ਜੋ ਕੰਮ ਕਰੇਗਾ ਇਹੀ ਕਰੇਗਾ, ਚਾਹੇ ਉਹ ਨੈਸਟਡ ਲੂਪ ਹੈ ਚਾਹੇ ਉਹ ਮੇਰੇ ਕੋਲ ਸਿੰਗਲ ਲੂਪ ਹੈ। ਕਲੀਅਰ ਬੇਟਾ? ਯੈਸ। ਠੀਕ ਹੈ, ਸੋ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਕੱਲ ਆਪਾਂ ਬੇਟਾ ਆਪਾਂ ਡਿਸਕਸ ਕਰਾਂਗੇ ਆਪਰੇਸ਼ਨਸ ਔਨ ਐਰੇ। ਇਹਦੇ ਵਿੱਚ ਬੇਸਿਕਲੀ ਆਪਾਂ ਦੇਖਾਂਗੇ ਕਿ ਕਿਹੜੇ ਟਾਸਕ ਜਿਹੜੇ ਹੈ ਐਰੇ ਦੇ ਉੱਪਰ ਆਪਾਂ ਪਰਫਾਰਮ ਕਰ ਸਕਦੇ ਹਾਂ ਔਰ ਸਾਰਿਆਂ ਦੇ ਬੇਟਾ ਆਪਾਂ ਐਲਗੋਰਿਜ਼ਮ ਡਿਸਕਸ ਕਰਾਂਗੇ ਲਾਈਕ ਦਿਸ। ਕਲੀਅਰ?
ਇਹਦੇ ਵਿੱਚ ਆਪਾਂ ਦੇਖਾਂਗੇ ਇਨਸਰਸ਼ਨ ਕੀ ਹੁੰਦੀ ਹੈ, ਡਿਲੀਸ਼ਨ ਕੀ ਹੁੰਦੀ ਹੈ, ਸਰਚਿੰਗ ਕੀ ਹੁੰਦੀ ਹੈ, ਟ੍ਰਾਂਵਰਸਿੰਗ ਕੀ ਹੁੰਦੀ ਹੈ। ਕੱਲ ਆਪਾਂ ਜਿਹੜਾ ਹੈ ਇਹ ਟੌਪਿਕ ਜਿਹੜਾ ਹੈ ਡਿਸਕਸ ਕਰਾਂਗੇ। ਬੇਸਿਕਲੀ ਡਾਟਾ ਸਟਰਕਚਰ ਦਾ ਐਕਚੁਅਲੀ ਕੰਮ ਆਪਣਾ ਇੱਥੋਂ ਸਟਾਰਟ ਹੋਏਗਾ, ਕਿਉਂਕਿ ਡਾਟਾ ਸਟਰਕਚਰ ਡੀਲ ਵਿਦ ਦਾ ਐਲਗੋਰਿਦਮਸ। ਸੋ ਸਾਨੂੰ ਐਲਗੋਰਿਦਮਸ ਆਉਣੇ ਚਾਹੀਦੇ ਹੈ, ਕਿਸ ਤਰੀਕੇ ਨਾਲ ਬਣਾਉਣੇ ਹੈ, ਕਿਸ ਤਰੀਕੇ ਨਾਲ ਐਗਜ਼ੀਕਿਊਟ ਕਰਦੇ ਆ, ਸਾਰਾ ਸਟੈਪ ਬਾय ਸਟੈਪ ਆਪਾਂ ਕੱਲ ਦੇ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਕਲੀਅਰ ਬੇਟਾ? ਓਕੇ ਸਰ। ਠੀਕ ਹੈ, ਜਾਣਾ ਨਹੀਂ ਬੇਟਾ ਅਜੇ, ਵੇਟ Yes, sir. ਵੇਟ। Yes, sir. ਹਾਂਜੀ ਬੇਟਾ, ਫ੍ਰੈਂਕਲੀ ਸਪੀਕਿੰਗ ਅੱਜ ਦਾ ਕਨਸੈਪਟ ਸਮਝ ਆਇਆ? ਟੂ ਡਾਈਮੈਂਸ਼ਨਸ ਆ ਰਹੇ, ਯੈਸ ਸਰ। ਠੀਕ Yes, ਹੈ। sir. ਔਰ ਇਹਦੇ Yes, ਮੈਂ ਨੋਟਸ ਵੀ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਕੰਪਲੀਟ ਬਣਾ ਕੇ, ਠੀਕ ਹੈ, ਕਿਉਂਕਿ ਐਰੇ ਦੇ ਆਪਰੇਸ਼ਨਸ ਵੀ ਆਪਾਂ ਐਡ ਕਰਨੇ ਆ, ਜੋ ਐਡ ਨਹੀਂ ਹੋਏ ਤਾਂ ਉਹ ਤੁਹਾਨੂੰ ਮੈਂ ਐਰੇ ਦੇ ਆਪਰੇਸ਼ਨ ਵੀ ਨਾਲ ਸੈਂਡ ਕਰੂੰਗਾ, ਨੋਟਸ ਵੀ ਸੈਂਡ ਕਰੂੰਗਾ, ਔਰ ਜਦੋਂ ਆਪਣੇ ਕੋਲ ਇਹ ਪੀਪੀਟੀ ਖਤਮ ਹੋ ਜਾਏਗੀ ਸਾਰੀ ਦੀ ਸਾਰੀ ਤੁਹਾਨੂੰ ਪੀਪੀਟੀ ਵੀ ਸੈਂਡ ਕਰ ਦੂੰਗਾ। ਇੱਕ ਮੈਂ ਤੁਹਾਨੂੰ ਕੱਲ ਗਰੁੱਪ ਦੇ ਵਿੱਚ ਵੀਡੀਓ ਪਾਈ ਸੀਗੀ ਕਿ ਤੁਸੀਂ ਮੋਬਾਈਲ ਦੇ ਉੱਪਰ ਸੀ ਕੰਪਾਈਲਰ ਯੂਜ਼ ਕਰਕੇ ਦੇਖ ਸਕਦੇ ਹੋ, ਬੇਟਾ ਸਾਹਮਣੇ ਕਰਕੇ ਦੇਖ ਲਿਆ ਹੋ? ਯੈਸ ਸਰ। ਠੀਕ ਹੈ। Yes, sir. ਉਹ ਤੁਸੀਂ ਜਿਹੜੇ ਆਪਾਂ ਜਿੱਦਾਂ ਆਪਾਂ ਪ੍ਰੋਗਰਾਮ ਕੀਤੇ ਹੈਗੇ ਆ, ਤੁਸੀਂ ਆਪਣੇ ਕੰਪਾਈਲਰ ਦੇ ਵਿੱਚ ਐਰੇ ਬਣਾ ਕੇ ਬੇਟਾ ਦੇਖ ਸਕਦੇ ਹੋ, ਕੰਪਾਈਲ ਟਾਈਮ ਦੇ ਉੱਪਰ ਵੀ ਦੇਖ ਸਕਦੇ ਹੋ, ਰਨ ਟਾਈਮ ਦੇ ਉੱਪਰ ਬਣਾ ਕੇ ਉਹਦੀ ਆਊਟਪੁੱਟ ਬੇਟਾ ਚੈੱਕ ਕਰ ਸਕਦੇ ਹੋ। ਕਲੀਅਰ ਬੇਟਾ? ਆਪਣੀ Yes, sir. ਜਿਹੜਾ ਵੀਡੀਓ ਆਪਣੀ ਵੀਡੀਓ ਔਨ ਕਰ ਲਓ ਤਾਂ ਕਿ ਪਤਾ ਅਟੈਂਡੈਂਸ ਮਾਰਕ ਕਰ ਲਈਏ। यहाँ जाना है बेटा, वीडियो ऑन रखियो। वेट वेट वेट, ओके, थैंक यू। समझ लगी है कि नहीं? पंजाबी च समझ लगी? Yes, sir. ਹਾਂਜੀ ਸਰ। ਓਕੇ, ਬਿਕੋਜ਼ ਇਹ ਸਿਲੇਬਸ ਨੂੰ ਮੈਂ ਤੁਹਾਨੂੰ ਐਕਸਟਰਾ ਕਰਾਇਆ ਹੈ, ਠੀਕ ਹੈ। ਸਿਲੇਬਸ ਦੇ ਵਿੱਚ ਜਿਹੜਾ ਫਾਰਮੂਲਾ ਸੀਗਾ ਕਿ ਫਾਰਮੂਲਾ ਦੱਸੋ ਤਾਂ ਠੀਕ ਹੈ, ਇਟਸ ਓਕੇ। ਨਾਲ ਦੀ ਨਾਲ ਮੈਂ ਤੁਹਾਨੂੰ ਸੀ ਦੀ ਲੈਂਗੁਏਜ ਵੀ ਸਮਝਾ ਰਿਹਾ ਕਿ ਸੀ ਦੇ ਵਿੱਚ ਉਹ ਕਿੱਦਾਂ ਕੰਮ ਕਰਦਾ ਹੈ, ਠੀਕ ਹੈ। ਮੈਂ ਦੁਬਾਰਾ ਕਰ ਰਿਹਾ ਕਿ ਇੱਥੇ ਆਪਾਂ ਜਿਹੜਾ ਸਿੰਟੈਕਸ ਡਿਸਕਸ ਕਰ ਰਹੇ ਹਾਂ ਸੀ ਦੇ ਅਕੋਰਡਿੰਗ ਕਰ ਰਹੇ ਹਾਂ, ਠੀਕ ਹੈ। ਔਰ ਬੇਸਿਕਲੀ ਜਿੰਨੀਆਂ ਵੀ ਪ੍ਰੋਗਰਾਮਿੰਗ ਲੈਂਗੁਏਜਸ ਹੁੰਦੀਆਂ ਉਹਨਾਂ ਵਿੱਚ ਸਾਰਿਆਂ ਵਿੱਚ ਫॉर ਲੂਪ ਹੋ ਗਿਆ, ਇਫ ਹੋ ਗਿਆ, ਸੇਮ ਹੁੰਦਾ ਹੈ, ਕੰਮ ਕਰਨ ਦਾ ਤਰੀਕਾ ਸੇਮ ਹੁੰਦਾ, ਲੇਕਿਨ ਉਹਦਾ ਸਿੰਟੈਕਸ ਥੋੜਾ ਅਲੱਗ ਹੁੰਦਾ ਹੈ, ਠੀਕ ਹੈ। ਅਗਰ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਤੇ ਦੈਨ ਤੁਹਾਨੂੰ ਅੱਗੇ ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕਰਦੇ ਹੋ ਤੇ ਕੰਟਰੋਲ ਸਟੇਟਮੈਂਟ ਸਮਝਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ, ਠੀਕ ਹੈ। So thank you for your patience. Now you can go. Thank you, beta. Thank you very much.